ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਕਿਤੇ ਕੋਈ ਐਸਾ ਤਾਂ ਨਹੀਂ ਵੀ ਇਹਨਾਂ ਅੰਗਾਂ ਦਾ ਜਿਵੇਂ ਸੁਨਹਿਰੀ ਸਵਰੂਪ ਹੈ ਤੇ ਇਹਨੂੰ ਵੇਖ ਕੇ ਕਿਸੇ ਨੇ ਕਹਿ ਦਿੱਤਾ ਹੋਵੇ ਵੀ ਸੋਨੇ ਦੇ ਪੱਤਰੇ ਹੈ। ਐਸਾ ਵੀ ਹੋ ਸਕਦਾ ਹੈ। ਮਸਲੇ ਨੂੰ ਕੱਢ ਲਿਆ ਹੈ। ਜਦੋਂ ਸਵਰੂਪ ਦੇ ਬਿਲਕੁਲ ਪਿੱਛੇ ਜਾਂਦੇ ਆ ਉੱਥੇ ਲਿਖਿਆ ਹੋਇਆ ਸਿਆਹੀ ਬਣਾਵਣ ਕੀ ਵਿਧ। ਜਿਹੜੀ ਸਿਆਹੀ ਬਣਾਵਣ ਕੀ ਵਿਧ ਉਹਦੇ ਵਿੱਚ ਲਿਖਿਆ ਹੋਇਆ ਵੀ ਇੱਕ ਰੱਤੀ ਸੋਨਾ। ਉਹ ਇਹਦਾ ਮਤਲਬ ਕਿ ਜਦੋਂ ਸਿਆਹੀ ਬਣਾਈ ਗਈ ਹੈ ਉਹਦੇ ਵਿੱਚ ਇੱਕ ਰੱਤੀ ਸੋਨਾ ਜਿਹੜਾ ਉਹ ਪਾਇਆ ਗਿਆ। ਤੇ ਮੈਨੂੰ ਕਿਤੇ ਸਵਰੂਪ ਦੇ ਦਰਸ਼ਨ ਅਸੀਂ 2-3 ਵਾਰੀ ਕਰ ਚੁੱਕੇ ਹਾਂ। ਪਹਿਲਾਂ ਆਏ ਸਾਂ, ਸੋਨੇ ਦੇ ਪੱਤਰੇ ਕੋਈ ਐਸੇ ਨਜ਼ਰ ਆਏ ਨਹੀਂ। ਸਭ ਨੂੰ ਪਤਾ ਆ ਕਿ ਹਿੰਦੂ ਧਰਮ ਦਾ ਇੱਕ ਚਿੰਨ੍ਹ ਹੈ। ਕਿਸੇ ਵੀ ਚੀਜ਼ ਦੀ ਆਰੰਭਤਾ ਦੇ ਵੇਲੇ ਉਹ ਵਰਤੋਂ ਕਰਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਭਾਵੇਂ ਉਹ ਕੋਈ ਦਾਅਵਾ ਕਰੇ ਚੰਦਨ ਨਾਲ ਹੈ ਜਾਂ ਕੋਈ ਦਾਅਵਾ ਕਿਸੇ ਪ੍ਰਕਾਰ ਕਰੇ, ਸੱਚੇ ਪਾਤਸ਼ਾਹ ਜੀ ਦੇ ਸਰੂਪ ਤੇ ਇਸ ਤਰ੍ਹਾਂ ਦੀ ਕੋਈ ਇਜਾਜ਼ਤ ਕਿਸੇ ਦੇ ਕੋਲ ਨਹੀਂ ਹੈ। ਕਿਸੇ ਨੇ ਬਾਅਦ ਵਿੱਚ ਕੀਤਾ ਗਿਆ, ਉਹ ਕਾਰਬਨ ਡੇਟਿੰਗ ਤੋਂ ਪਤਾ ਲੱਗ ਸਕਦਾ ਆ ਕਿ ਸਿਆਹੀ ਉਹੀ ਹੈ ਜਾਂ ਬਾਅਦ ਵਿੱਚ ਹੋਰ ਕੋਈ ਵਰਤੀ ਗਈ ਹੈ। ਸਵਾਲ ਇੱਕ ਚੀਜ਼ ਦਾ ਇਹ ਹੈ ਵੀ ਸਿਆਹੀ ਸਾਰੀ ਉਹੀ ਹੈ ਜਿਹੜੀ ਸ਼ੁਰੂਆਤ ਵਿੱਚ ਅਖੀਰ ਵਿੱਚ ਵੀ ਉਹੀ ਹੈ। ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਬਾਅਦ ਵਿੱਚ ਨਹੀਂ ਕੁਝ ਹੋਇਆ, ਜੋ ਹੋਇਆ ਉਦੋਂ ਹੀ ਲਿਖਾਰੀ ਦੇ ਲਿਖਣ ਵੇਲੇ ਹੋਇਆ। ਇੱਕ ਓਂਕਾਰ ਸਤਿਗੁਰ ਪ੍ਰਸਾਦ ਹਕੀਕਤ ਰਾਹ ਮੁਕਾਮ ਸ਼ਿਵਨਾਭ ਰਾਜੇ ਕੀ। ਇਹ ਚੀਜ਼ ਤੇ ਹੁਣ ਜਿੰਨਾ ਲਿਖਿਆ ਉਹ ਦੱਸਣਗੇ, ਪਰ ਗੁਰਬਾਣੀ ਨਹੀਂ ਹੈ। 47 ਵੇਲੇ ਵੀ ਜੇ ਆਪਾਂ ਪਾਕਿਸਤਾਨ ਤੋਂ ਆਏ ਹੋਈਏ ਤੇ ਸਾਨੂੰ ਇੱਕ ਚੀਜ਼ ਸਮਝ ਜਾਣੀ ਚਾਹੀਦੀ ਹੈ, 47 ਤੋਂ ਲੈ ਕੇ 2020 ਚੱਲਦਾ ਪਿਆ। ਆਪਾਂ 2020 ਵੀ ਛੱਡ ਦਈਏ, ਆਪਾਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ, ਕੀ ਸਾਨੂੰ 70 ਸਾਲਾਂ ਦੇ ਵਿੱਚ ਪਤਾ ਹੀ ਨਹੀਂ ਲੱਗਿਆ? ਇਹ ਚੀਜ਼ ਬੜੀ ਵਿਚਾਰਨ ਵਾਲੀ ਹੈ। ਪਰ ਜਦੋਂ ਹੁਕਮਨਾਮਾ ਸਾਹਿਬ ਦੀ ਗੱਲ ਆਉਂਦੀ ਹੈ, ਏਕ ਪਿਤਾ ਏਕ ਸਕੇ ਹਮ ਬਾਰਿਕ, ਉਹ ਸਾਰਿਆਂ ਨੂੰ ਜ਼ੁਬਾਨੀ ਯਾਦ ਹੁੰਦਾ। ਪਰ ਇੱਥੇ ਲਿਖਿਆ ਹੋਇਆ ਏਕ ਪਿਤਾ ਏਕ ਸਕੇ ਹਮ ਬਾਰਿਕ ਮਾਤਾ। ਇਸ ਤਰੀਕੇ ਨਾਲ ਕਾਫੀ ਮਿਸਟੇਕਸ ਨੇ, ਕਦੀ ਕਿਸੇ ਨੇ ਦੱਸਿਆ ਵੀ ਨਹੀਂ ਸਹਿਜ ਪਾਠ ਕਰਨ ਦੇ ਦੌਰਾਨ। ਇਹ ਕਹਿ ਕੇ ਕਿ ਇਸ ਗਲਤੀ ਹੈ, ਹਾਂ ਜਦੋਂ ਗਲਤੀ ਲੱਗਦੀ ਹੈ ਆਪਾਂ ਨੂੰ ਠੀਕ ਕਰੀਏ, ਆਪਾਂ ਸੁਧਾਰੀ। ਕਿ ਹੋ ਸਕਦਾ ਕਿ ਸਰੂਪ ਸਹੀ ਹੋਵੇ, ਆਪਣੀ ਪ੍ਰਿੰਟਿੰਗ ਮਿਸਟੇਕ ਹੋ ਜਾਣ, ਇਹ ਵੀ ਹੋ ਸਕਦਾ। ਕਹਿ ਦਿੱਤਾ ਵੀ ਹੋ ਸਕਦਾ ਇਹ ਸਵਰੂਪ ਸਹੀ ਹੋਵੇ, ਪ੍ਰਿੰਟਿੰਗ ਮਿਸਟੇਕਸ ਹੋ ਜਾਣ। ਪਰ ਇਸ ਸਵਰੂਪ ਤੋਂ ਵੀ ਪ੍ਰਾਚੀਨ ਬੀੜਾਂ ਆਪਣੇ ਕੋਲ ਪਈਆਂ ਹੋਈਆਂ ਮੌਜੂਦ ਪਈਆਂ ਨੇ, ਜਿਨ੍ਹਾਂ ਦਾ ਪ੍ਰਕਾਸ਼ ਦਰਬਾਰ ਸਾਹਿਬ ਅੱਜ ਤੱਕ ਵੀ ਹੁੰਦਾ ਆ। ਦੂਸਰੇ ਪਾਵਨ ਸਵਰੂਪ ਹੈ, ਅਸੀਂ ਉੱਤੋਂ ਵੀ ਬਾਣੀ ਪੜ੍ਹਦੇ ਸੀ, ਇੱਥੋਂ ਵੀ ਬਾਣੀ ਪੜ੍ਹਦੇ ਸਾਂ। ਪਰ ਜਦੋਂ ਬਾਣੀ ਪੜ੍ਹਦੇ ਆਪਾਂ ਨੂੰ ਥੋੜ੍ਹਾ ਬਹੁਤਾ ਪਤਾ ਤਾਂ ਲੱਗ ਹੀ ਜਾਂਦਾ ਵੀ ਕੁਝ ਮਿਸਟੇਕਸ ਰਹੀਆਂ ਨੇ। ਕੀ ਤੁਹਾਨੂੰ ਪਤਾ ਸੀ? ਸੱਚ ਦੱਸਿਆ ਜੀ ਇਮਾਨਦਾਰੀ ਨਾਲ। ਮੈਂ ਸੱਚ ਬੋਲਦੀ ਮਹਾਰਾਜ ਦੇ ਅੱਗੇ ਕਿ ਮੈਂ ਇਸ ਦਾ ਪਾਠ ਨਹੀਂ ਕੀਤਾ, ਮੈਂ ਦੂਜੇ ਉਹਦੇ ਵਿੱਚ ਕਰ। ਇਹ ਤੇ ਮੇਰੇ ਹਸਬੈਂਡ ਕਰਦੇ ਸੀ, ਜਿਨ੍ਹਾਂ ਦੀ ਹੁਣ ਸਾਲ ਪਹਿਲਾਂ ਸੰਸਕਾਰ। ਤੇ ਸਾਡੀ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਪੁਰਾਤਨ ਸਰੂਪ, ਜਿਨ੍ਹਾਂ ਨੂੰ ਅਸੀਂ ਸਾਡੇ ਬਜ਼ੁਰਗਾਂ ਨੇ 1947 ਤੋਂ ਪਹਿਲਾਂ ਦੇ ਸਾਂਭ ਸੰਭਾਲ ਕਰਦੇ ਆਏ ਆ, ਤੇ ਇਹਨਾਂ ਦੀ ਸਾਂਭ ਸੰਭਾਲ ਸਾਨੂੰ ਹੁਣ ਵੀ ਬਖਸ਼ੀ ਜਾਵੇ। ਲਿਆਉਣ ਦਾ ਕੀ ਮੰਨਦੇ ਹੋ ਵੀ ਜਿਹੜਾ ਮੁੱਖ ਕਾਰਨ ਹੈ ਵੀ ਆਹ ਕਾਰਨ ਹੈ, ਇਸ ਕਰਕੇ ਅਸੀਂ ਉੱਥੇ ਗਏ ਸਾਂ, ਸਵਰੂਪ ਲੈ ਕੇ ਵਾਪਸ ਆ ਗਏ? ਜਿਹੜਾ ਮੁੱਖ ਕਾਰਨ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਾ ਕੇ ਦਰਸ਼ਨ ਕੀਤੇ ਆ। ਜੋ ਸਤਿਗੁਰਾਂ ਦਾ ਸਤਿਕਾਰ ਹੋਣਾ ਚਾਹੀਦਾ ਸੀ ਉਹ ਹੋ ਨਹੀਂ ਸੀ ਰਿਹਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ। ਦਰਸ਼ਕੋ, ਅੱਜ ਅਕਾਲ ਚੈਨਲ ਦੀ ਟੀਮ ਪਿੰਡ ਸਿਆਲਕਾ ਪਹੁੰਚੀ ਹੈ। ਜਦੋਂ ਅਸੀਂ ਸਿਆਲਕਾ ਵਿਖੇ ਪਹੁੰਚਦੇ ਹਾਂ ਤਾਂ ਇੱਥੇ ਇੱਕ ਪਾਵਨ ਸਵਰੂਪ, ਜਿਨ੍ਹਾਂ ਨੂੰ ਆਪਾਂ ਕਾਫੀ ਪ੍ਰਾਚੀਨ ਕਹਿ ਸਕਦੇ ਹਾਂ, ਦਾਅਵਾ ਤਾਂ ਨਹੀਂ ਕਰ ਸਕਦੇ ਵੀ ਇਹ ਪਾਵਨ ਸਵਰੂਪ ਕਿੰਨੇ ਕੁ 100 ਸਾਲ ਪੁਰਾਣਾ ਹੋਵੇਗਾ ਜਾਂ ਕਿੰਨੇ ਦਹਾਕੇ ਪੁਰਾਣਾ ਹੋਵੇਗਾ, ਪਰ ਮਹਾਰਾਜ ਜੀ ਦਾ ਇੱਥੇ ਪਾਵਨ ਸਵਰੂਪ ਹੈ। ਉਹ ਸਵਰੂਪ ਨੂੰ ਲੈ ਕੇ ਲੰਮਾ ਸਮਾਂ, ਕੁਝ ਦਿਨਾਂ ਤੋਂ ਲੈ ਕੇ ਫੇਸਬੁੱਕ ਦੇ ਉੱਪਰ ਕੁਝ ਅਫਵਾਹਾਂ ਉੱਡੀਆਂ ਸੀ ਵੀ ਪੱਤਰੇ ਸੋਨੇ ਦੇ ਨੇ, ਸਤਿਕਾਰ ਕਮੇਟੀਆਂ ਨੇ ਸਵਰੂਪ ਲੈ ਆਂਦਾ, ਪਤਾ ਨਹੀਂ ਸਵਰੂਪ ਕਿੱਥੇ ਗਿਆ। ਪਰ ਅੱਜ ਜਿਸ ਪਰਿਵਾਰ ਦੇ ਕੋਲੋਂ ਸਤਿਕਾਰ ਕਮੇਟੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸਵਰੂਪ ਲੈ ਕੇ ਆਈਆਂ ਸਨ, ਅੱਜ ਉਹ ਪਰਿਵਾਰ ਸਾਡੇ ਕੋਲ ਸਿਆਲਕਾ ਪਿੰਡ ਵਿਖੇ ਪਹੁੰਚਿਆ ਹੈ ਤੇ ਪਰਿਵਾਰ ਨੇ ਬਕਾਇਦਾ ਪਾਵਨ ਸਵਰੂਪ ਦੇ ਦਰਸ਼ਨ ਕੀਤੇ ਨੇ। ਦਰਸ਼ਨ ਕਰਨ ਤੋਂ ਬਾਅਦ ਆਓ ਆਪਾਂ ਇਹਨਾਂ ਦੇ ਕੋਲੋਂ ਪੂਰੀ ਜਾਣਕਾਰੀ ਲੈਂਦੇ ਹਾਂ। ਸਭ ਤੋਂ ਪਹਿਲਾਂ ਸਿਆਲਕਾ ਪਿੰਡ ਦੇ ਵਿੱਚ ਪਰਿਵਾਰ ਦੇ ਪਹੁੰਚਣ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਤੁਹਾਡਾ ਸ਼ੁਭ ਨਾਮ ਕੀ ਹੈ? ਹਰਸਿਮਰਨਬੀਰ ਸਿੰਘ। ਹਰਸਿਮਰਨ ਜੀ, ਆਪਣਾ ਪਿੰਡ ਕਿਹੜਾ ਆ? अपना शहर जलंधर है जी, उच्चा उच्चा सराजगंज।
ਵੀਰ ਜੀ ਤੁਹਾਡੇ ਕੋਲੋਂ ਘਰ ਦੇ ਵਿੱਚੋਂ ਜਦੋਂ ਸਵਰੂਪ ਲੈ ਕੇ ਆਏ ਆ, ਤੇ ਮੈਂ ਪਹਿਲਾਂ ਪੁੱਛਣਾ ਚਾਹੁੰਦਾ ਵੀ ਇਹ ਜਿਹੜਾ ਪਾਵਨ ਸਵਰੂਪ ਹੈ ਕੀ ਉਹੀ ਸਵਰੂਪ ਹੈ ਜੋ ਸਤਿਕਾਰ ਕਮੇਟੀਆਂ ਤੁਹਾਡੇ ਘਰ ਦੇ ਵਿੱਚੋਂ ਲੈ ਕੇ ਆਈਆਂ ਸਨ? ਹਾਂਜੀ, ਮੈਂ ਹੁਣੀ ਦਰਸ਼ਨ ਕੀਤੇ ਨੇ ਜੀ, ਉਹੀ ਸਰੂਪ ਨੇ ਜੀ। ਕੋਈ ਕਿਸੇ ਪ੍ਰਕਾਰ ਸ਼ੱਕ ਦੀ ਗੁੰਜਾਇਸ਼ ਨਹੀਂ ਹੈ? ਨਹੀਂ, ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਜੀ। ਇਹ ਪਾਵਨ ਸਵਰੂਪ ਤੁਹਾਡੇ ਘਰ ਵਿਖੇ ਕਦੋਂ ਕੁ ਤੋਂ ਸੁਭਾਈਮਾਨ ਹੈ? ਇਹ ਕਾਫੀ ਸਮੇਂ ਤੋਂ, ਜਿੱਦਾਂ ਮੇਰੇ ਬਜ਼ੁਰਗ ਪਾਕਿਸਤਾਨ ਜਦੋਂ ਆਏ ਸੀ ਆਪਣੇ ਨਾਲ ਹੀ ਲੈ ਕੇ ਆਏ ਸਨ ਉਦੋਂ। ਇਹ ਪਾਕਿਸਤਾਨ ਤੋਂ ਸਵਰੂਪ ਨਾਲ ਲੈ ਕੇ ਆਏ ਨੇ, ਇਹਦਾ ਦਾਅਵਾ ਤੁਹਾਡੇ ਪਰਿਵਾਰ ਦੇ ਬਜ਼ੁਰਗ ਕਰਦੇ ਰਹੇ ਆ? ਹਾਂਜੀ ਹਾਂਜੀ ਜੀ। ਤੇ ਤੁਸੀਂ ਪਰਿਵਾਰ ਦੇ ਵਿੱਚੋਂ ਬਾਣੀ ਕੌਣ ਪੜ੍ਹਦਾ, ਸਹਿਜ ਪਾਠ ਕੌਣ ਕਰਦਾ ਹੈ? ਮੇਰੇ ਫਾਦਰ ਸਾਹਿਬ ਸਹਿਜ ਪਾਠ ਕਰਦੇ ਸਨ, ਉਹ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਪਿਛਲੇ ਸਾਲ। ਜੀ। ਤੇ ਮੇਰੀ ਸਿਸਟਰ, ਮੇਰੀ ਮੰਮੀ ਵੀ ਪਾਠ ਕਰਦੇ ਨੇ ਜੀ। ਤੇ ਮੈਂ ਵੀ ਪਾਠ ਕਰਦਾ। ਜੀ। ਤੁਹਾਨੂੰ ਕਦੀ ਮਹਿਸੂਸ ਹੋਇਆ ਕਿ ਪਾਵਨ ਸਵਰੂਪ ਦੇ ਵਿੱਚ ਕੁਝ ਤਰੁੱਟੀਆਂ ਨੇ, ਕੁਝ ਮਿਸਟੇਕਸ ਨੇ? ਨਹੀਂ, ਇਹ ਜੋ ਵੀ ਹੈ ਪੁਰਾਣਾ ਸਰੂਪ ਸੀ ਤੇ ਜਦ ਦਰਸ਼ਨ ਡੈਡੀ ਕਰਦੇ ਸਨ, ਮੈਂ ਵੀ ਦਰਸ਼ਨ ਕੀਤੇ ਬੜੇ ਚੰਗੀ ਤਰ੍ਹਾਂ। ਹਾਂ, ਮਹਿਸੂਸ ਵਿੱਚ ਅੱਧੀ ਜੇ ਹੋਊਗੀ ਥੋੜ੍ਹੀ ਬਹੁਤੀ, ਤੇ ਇੰਨਾ ਧਿਆਨ ਨਹੀਂ ਕੀਤਾ ਇਹਨਾਂ। ਜੀ। ਜਿਵੇਂ ਤੁਸੀਂ ਦੱਸਿਆ ਵੀ ਧਿਆਨ ਨਹੀਂ ਕੀਤਾ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਵੇਂ ਕੁਝ ਚੀਜ਼ਾਂ ਐਸੀਆਂ ਨੇ, ਜਿਵੇਂ ਇੱਕ ਸ਼ਲੋਕ ਬੜਾ ਜ਼ੁਬਾਨ ਦੇ ਉੱਪਰ ਹਰੇਕ ਦੀ ਹੈ, ਰੱਤੇ ਸਈ ਜੇ ਮੁੱਖ ਨਾ ਮੋੜਨ, ਪਰ ਇੱਥੇ ਲਿਖਿਆ ਹੋਇਆ ਰੱਤੇ ਸਈ ਜੇ ਮੁੱਖ ਨਾ ਮੋੜੋਣ। ਇਸ ਤਰੀਕੇ ਦੇ ਨਾਲ ਕਾਫੀ ਮਿਸਟੇਕਸ ਨੇ। ਜੇ ਆਪਾਂ ਉਸ ਚੀਜ਼ ਦਾ ਕਹੀਏ ਵੀ ਨਹੀਂ, ਕਈ ਵਾਰੀ ਨਹੀਂ ਪਤਾ ਲੱਗਦਾ, ਸਾਰਾ ਪਰਿਵਾਰ ਕਈ ਵਾਰੀ ਬਾਣੀ ਨਾਲ ਨਹੀਂ ਜੁੜਿਆ ਹੁੰਦਾ, ਤੁਸੀਂ ਐਜੂਕੇਸ਼ਨ ਪ੍ਰਾਪਤ ਕਰਦੇ ਹੋ, ਪਰ ਜਦੋਂ ਹੁਕਮਨਾਮਾ ਸਾਹਿਬ ਦੀ ਗੱਲ ਆਉਂਦੀ ਹੈ, ਏਕ ਪਿਤਾ ਏਕ ਸਕੇ ਹਮ ਬਾਰਿਕ, ਉਹ ਸਾਰਿਆਂ ਨੂੰ ਜ਼ੁਬਾਨੀ ਯਾਦ ਹੁੰਦਾ, ਪਰ ਇੱਥੇ ਲਿਖਿਆ ਹੋਇਆ ਏਕ ਪਿਤਾ ਏਕ ਸਕੇ ਹਮ ਬਾਰਿਕ ਮਾਤਾ। ਇਸ ਤਰੀਕੇ ਨਾਲ ਕਾਫੀ ਮਿਸਟੇਕਸ ਨੇ। ਕਦੀ ਕਿਸੇ ਨੇ ਦੱਸਿਆ ਵੀ ਨਹੀਂ ਸਹਿਜ ਪਾਠ ਕਰਨ ਦੇ ਦੌਰਾਨ? ਨਹੀਂ, ਉਹ ਗੱਲ ਨਹੀਂ ਹੈਗੀ। ਜਿੱਦਾਂ ਕਿ ਮਤਲਬ ਕਿ ਹੁਣ ਜੇ ਆਪਾਂ ਡੈਡੀ ਨੇ ਮੈਨੂੰ ਤਾਂ ਦੱਸਿਆ ਨਹੀਂ, ਠੀਕ ਹੈ ਨਾ, ਤੇ ਬਾਕੀ ਜੇ ਹੁਣ ਜੇ ਕੁਝ ਹੋ ਗਈ, ਇਹ ਤਾਂ ਪੁਰਾਤਨ ਸਰੂਪ ਹੈ ਨਾ ਜੀ, ਅਸੀਂ ਆਪ ਤਾਂ ਕੁਝ ਐਡ ਨਹੀਂ ਕੀਤਾ, ਨਾ ਸਭ ਕੁਝ ਕੀਤਾ ਘਾਟਾ ਵਾਧਾ। ਜੋ ਵੀ ਪੁਰਾਤਨ ਸਰੂਪ ਸੀ ਬਹੁਤ ਪੁਰਾਣਾ ਵਾ, ਉਸ ਸਮੇਂ ਲਿਖਣ ਵਕਤ ਕੁਝ ਮਿਸਟੇਕ ਰਹਿ ਜਾਂਦੀਆਂ, ਉਹੀ ਮਿਸਟੇਕ ਹੋਣਗੀਆਂ। ਹਾਂ, ਨਹੀਂ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਲਿਖਿਆ, ਕਿਉਂਕਿ ਸਿਆਖੀ ਮੈਂ ਚੈੱਕ ਕਰ ਰਿਹਾ ਸਾਂ ਸਾਰੀ ਪੁਰਾਣੀ ਹੈ। ਤੇ ਜੇ ਆਪਾਂ ਕਾਗਜ਼ ਦੀ ਗੱਲ ਕਰੀਏ, ਕਾਗਜ਼ ਵੀ ਪੁਰਾਣਾ ਆ, ਉਹਦੇ ਵਿੱਚ ਕਿਉਂਕਿ ਜਦੋਂ ਕੁਝ ਨਵਾਂ ਹੁੰਦਾ ਤਾਂ ਉਹਦੇ ਵਿੱਚ ਕਾਫੀ ਚੀਜ਼ਾਂ ਆ ਜਾਂਦੀਆਂ ਨੇ, ਪਰ ਐਸਾ ਕੁਝ ਨਹੀਂ ਹੈ, ਪ੍ਰਾਚੀਨ ਆ। ਅਸੀਂ ਤੁਹਾਡੇ 'ਤੇ ਇਹ ਨਹੀਂ ਦੋਸ਼ ਲਾ ਰਹੇ ਵੀ ਤੁਸੀਂ ਇਹਦੇ ਵਿੱਚ ਕੋਈ ਛੇੜਛਾੜ ਕੀਤੀ ਹੈ। ਅਸੀਂ ਪੁੱਛ ਰਹੇ ਹਾਂ ਵੀ ਕਦੀ ਸਹਿਜ ਪਾਠ ਕਰਦਿਆਂ ਮਹਿਸੂਸ ਨਹੀਂ ਹੋਇਆ, ਜਾਂ ਕਿਸੇ ਨੇ ਦੱਸਿਆ ਵੀ ਨਹੀਂ, ਇਸ ਚੀਜ਼ ਬਾਰੇ ਪਤਾ ਹੀ ਨਹੀਂ ਲੱਗਾ? ਨਹੀਂ, ਉਸ ਸਮੇਂ ਤਾਂ ਕੋਈ ਆਪਣੇ ਕੋਈ ਤੁਹਾਡੇ ਨਾਲ ਕੋਈ ਸੰਪਰਕ ਕਿਸੇ ਨਾਲ ਹੋ ਨਹੀਂ ਸਕਿਆ ਇੱਦਾਂ ਜਥੇਬੰਦੀਆਂ ਨਾਲ ਨਾ ਉਸ ਸਮੇਂ, ਤੇ ਇੱਦਾਂ ਦੇ ਕੋਈ ਸਾਡੇ ਨਾਲ ਕੋਈ ਕੰਟੈਕਟ ਨਾ ਕਿਸੇ ਨੇ ਕੀਤਾ, ਨਾ ਆਪਾਂ ਨੂੰ ਨਾ ਕੁਝ ਪਤਾ ਲੱਗਾ ਇੰਨਾ ਧਿਆਨ ਨਾਲ, ਬਰੀਕੀ ਨਾਲ ਧਿਆਨ ਚੈੱਕ ਨਹੀਂ ਕੀਤਾ ਗਿਆ। ਪਰ ਜਥੇਬੰਦੀਆਂ ਤੁਹਾਡੇ ਘਰ ਤੋਂ ਸਵਰੂਪ ਲੈ ਕੇ ਕਿਉਂ ਆਏ? ਲੈ ਕੇ ਆਏ ਜੀ, ਉਸ ਸਮੇਂ 1 ਅਕਤੂਬਰ 2016 ਦੀ ਗੱਲ ਹੈ, ਤੇ ਸਾਡੇ ਘਰ ਆਉਂਦੇ ਨੇ ਤੇ ਕਹਿੰਦੇ ਨੇ ਕਿ ਇਹ ਕਮਰਾ ਨਾਲ ਹੀ ਇੱਕ ਹੋਰ ਬੈਡਰੂਮ ਹੈ, ਇਹਨੂੰ ਉੱਪਰ ਕਰ ਦਿਓ ਤੁਸੀਂ, ਨੀਚੇ ਠੀਕ ਨਹੀਂ, ਕਮਰਾ ਨਹੀਂ ਠੀਕ ਹੈ, ਉੱਪਰ ਕਰ ਦਿਓ। ਅਸੀਂ ਕਿਹਾ ਚਲੋ, ਅਸੀਂ ਉੱਪਰ ਕਮਰਾ ਉਸ ਟਾਈਮ ਮੌਜੂਦ ਸੀ, ਅਸੀਂ ਉਸ ਸਮੇਂ ਕਮਰਾ ਉੱਪਰ ਕਰ ਦਿੰਦੇ ਨੇ। ਕਹਿੰਦੇ ਨੇ ਮੇਰੀ ਸਿਸਟਰ ਦੀ ਮੈਰਿਜ ਸੀਗੀ 16 ਦਿਨਾਂ ਬਾਅਦ, ਉਸ ਸਮੇਂ 16 ਦਿਨ ਬਾਅਦ ਮੇਰੀ ਮੈਰਿਜ ਸਿਸਟਰ ਦੀ। ਕਹਿੰਦੇ ਤੁਹਾਡੇ ਘਰ ਬੰਦੇ ਵੀ ਬਹੁਤ ਕਾਫੀ ਆਉਣਗੇ, ਤੇ 16 ਦਿਨ ਬਾਅਦ ਅਸੀਂ ਆਪਾਂ ਕਰ ਦਾਂਗੇ ਤੁਹਾਡਾ ਸ਼ਿਫਟ ਤੁਹਾਡੇ ਵੱਲ, ਹੁਣ ਸਾਨੂੰ ਲੈ ਕੇ ਜਾਣ ਦਿਓ। ਤੇ ਰਿਟਰਨ ਹੁੰਦੀ ਸਾਡੇ ਨਾਲ ਬਲਬੀਰ ਸਿੰਘ ਮੁੱਛਲ ਜੀ ਆਪ ਆਉਂਦੇ ਸਤਿਕਾਰ ਕਮੇਟੀ ਵੱਲੋਂ, ਤੋਂ ਲਿਖ ਕੇ ਦਿੰਦੇ ਨੇ ਬਕਾਇਦਾ ਕਿ 16 ਅਕਤੂਬਰ 2016 ਨੂੰ ਅਸੀਂ ਇਸ ਨੂੰ ਵਾਪਸ ਕਰ ਦੇਣਗੇ। ਪਰ ਉਸ ਤੋਂ ਬਾਅਦ ਕੀ ਹੁੰਦਾ ਹੈ, ਬਾਰ-ਬਾਰ ਅਸੀਂ ਸੰਪਰਕ ਕਰਦੇ ਨੇ ਉਸ ਤੋਂ ਬਾਅਦ ਕਿ ਸਾਨੂੰ ਸਰੂਪ ਵਾਪਸ ਕਰੋ, ਉਹ ਫੋਨ ਚੱਕਦੇ ਨਾ ਸਹੀ ਜਵਾਬ ਦਿੰਦੇ ਆ। ਉਸ ਸਰੂਪ ਨੂੰ ਉੱਥੋਂ ਲੈ ਜਾ ਕੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਉੱਥੇ ਸੁਭਾਈਮਾਨ ਕਰ ਦਿੰਦੇ ਨੇ, ਤੇ ਫਿਰ ਕੁਝ ਸਮੇਂ ਉੱਥੇ ਰਹਿੰਦੇ ਨੇ ਸਰੂਪ। ਅਸੀਂ ਦਰਸ਼ਨ ਵੀ ਕੀਤੇ ਸੀ, ਉੱਥੇ ਮੌਜੂਦ ਸਨ। ਫਿਰ ਅਚਾਨਕ ਉੱਥੋਂ ਦੇ ਪ੍ਰਧਾਨ ਸਾਹਿਬ ਜੋ ਗਾਬਾ ਜੀ ਨੇ, ਉਹਨਾਂ ਨੂੰ ਫੋਨ ਆਉਂਦਾ ਹੈ ਮੁੱਛਲ ਸਾਹਿਬ ਦਾ, ਉਹ ਕਹਿੰਦੇ ਨੇ ਕਿ ਇਹ ਸਰੂਪ ਅਸੀਂ ਦਰਸ਼ਨ ਕਰਾ ਦੇਣੇ ਸਾਲ ਦੇ ਸਿੰਘਾਂ ਨੂੰ, ਦਰਸ਼ਨ ਕਰਾ ਕੇ ਤੁਹਾਨੂੰ ਵਾਪਸ ਕਰ ਦਾਂਗੇ, ਸਾਨੂੰ ਇੱਥੋਂ ਲੈ ਜਾਣ ਦਿਓ। ਉਹ ਕਹਿੰਦੇ ਦਰਸ਼ਨ ਇੱਥੇ ਕਰਾ ਦਿਓ ਤੁਸੀਂ। ਕਹਿੰਦੇ ਨਹੀਂ ਜੀ, ਸਾਨੂੰ ਆਪਾਂ ਮੋੜ ਦਾਂਗੇ। ਜੋ ਉਹਨਾਂ ਨੇ ਭਰੋਸਾ ਕੀਤਾ, ਗੁਰਸਿੱਖ ਦੀ ਜ਼ਬਾਨ ਦਾ ਜੋ ਵਾਅਦਾ ਹੁੰਦਾ, ਉਹ ਭਰੋਸਾ ਕੀਤਾ, ਜਿੱਦਾਂ ਉਹਨਾਂ ਨੇ ਦੇਤਾ ਜੀ। ਉਹਨਾਂ ਨੂੰ ਬਾਅਦ ਵਿੱਚ ਫੋਨ ਕਰਦੇ ਨੇ ਬਾਰ-ਬਾਰ, ਉਹਨਾਂ ਨੂੰ ਵੀ ਕੋਈ ਫੋਨ ਦਾ ਜਵਾਬ ਨਹੀਂ ਮਿਲਦਾ, ਫੋਨ ਕੱਟੇ ਜਾਂਦੇ ਬਾਰ-ਬਾਰ। ਤੇ ਅਸੀਂ 4 ਸਾਲ ਤੋਂ ਜੀ ਲੱਗੇ ਪਏ ਜੀ, ਕੋਈ ਹੱਥ ਪੱਲਾ ਨਹੀਂ ਫੜਾਇਆ। ਤੇ ਹੁਣ ਮੀਡੀਆ 'ਚ ਗੱਲ ਆਈ ਤਾਂ ਇਹ ਗੱਲ ਬਾਹਰ ਰਹੀ ਜੀ। ਹੁਣ ਤੁਸੀਂ ਮੰਗ ਕੀ ਕਰਦੇ ਪਏ ਹੋ, ਕਿਸ ਤਰੀਕੇ ਦੀ ਮੰਗ ਹੈ ਤੁਹਾਡੀ? ਮੰਗ ਇਹੀ ਹੈ ਜੀ, ਇੰਨੇ ਸਾਲ ਸੇਵਾ ਕਰਦੇ ਪਏ ਨੇ, ਸੇਵਾ ਬਖਸ਼ੋ ਦੁਬਾਰਾ। ਪਰ ਵੀਰ ਜੀ, ਸੇਵਾ ਤੇ ਬਖਸ਼ੋ। ਹੁਣ ਜਿਵੇਂ ਹੁਣ ਤੁਸੀਂ ਬਾਣੀ ਪੜ੍ਹੋਗੇ, ਤੁਸੀਂ ਸੇਵਾ ਕਰੋਗੇ, ਹੁਣ ਜਦੋਂ ਬਾਣੀ ਪੜ੍ਹੋਗੇ ਜਿਹੜੀਆਂ ਮਿਸਟੇਕਸ ਨੇ ਉਹ ਉਸੇ ਪ੍ਰਕਾਰ ਤੁਹਾਡੀ ਜ਼ੁਬਾਨ ਦੇ ਉੱਪਰ ਪੱਕ ਜਾਣਗੀਆਂ, ਤੇ ਤੁਹਾਨੂੰ ਲੱਗਦਾ ਨਹੀਂ ਪਿਆ ਵੀ ਕਿਤੇ ਨਾ ਕਿਤੇ ਅਸੀਂ ਗੁੰਮਰਾਹ ਹੋਵਾਂਗੇ? ਹੁਣ ਮੰਨ ਲਓ ਰਾਜੇ ਸ਼ਿਵਨਾਭ ਕੀ ਜ਼ਿਕਰ ਆਉਂਦਾ ਆ, ਹੁਣ ਰਾਜੇ ਸ਼ਿਵਨਾਭ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਐਸਾ ਜ਼ਿਕਰ ਨਹੀਂ ਆ ਰਿਹਾ, ਤੇ ਇੱਥੇ ਜ਼ਿਕਰ ਆ ਰਿਹਾ, ਫਿਰ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਨਹੀਂ, ਫਿਰ ਵੀ ਸਿੱਖ ਕੌਮ ਚਾਹੀਦਾ ਆਪਣਾ ਇਤਿਹਾਸ ਸਾਂਭ ਕੇ ਰੱਖੇ। ਇਹ ਨਹੀਂ ਆਪਾਂ ਆਪਣੇ ਪੁਰਖਿਆਂ ਨੇ ਭੁੱਲ ਜਾਈਏ, ਉਹ ਵੀ ਸਾਡੇ ਬਜ਼ੁਰਗ ਸਨ, ਕਿਤੇ ਵਿਗਾੜ ਹੋਰ ਕੀ ਜਾਣਦੇ ਨਹੀਂ ਸਨ, ਸਾਡੇ ਧਰਮ ਦੇ ਸਨ। ਆਪਾਂ ਉਹਨਾਂ ਦੀ ਇਹ ਕਹਿ ਕੇ ਜੀ ਇਹ ਸਹੀ ਨਹੀਂ ਹੈਗਾ, ਇਹ 'ਚ ਗਲਤੀਆਂ ਨੇ, ਅਸੀਂ ਉਹਨਾਂ ਤੋਂ ਦੂਰ ਕਰ ਦਈਏ, ਆਪਣੇ ਸਿੱਖ ਕੌਮ ਨੂੰ ਆਪਣੇ ਇਤਿਹਾਸ ਤੋਂ ਦੂਰ ਕਰ ਦਈਏ, ਇਹ ਕਹਿ ਕੇ ਕਿ ਇਸ ਗਲਤੀ ਹੈ। ਹਾਂ, ਜਦੋਂ ਗਲਤੀ ਲੱਗਦੀ ਹੈ ਆਪਾਂ ਨੂੰ ਠੀਕ ਕਰੀਏ,
ਆਪਾਂ ਸੁਧਾਰੀ ਕਿ ਹੋ ਸਕਦਾ ਕਿ ਸਰੂਪ ਸਹੀ ਹੋਵੇ, ਆਪਣੀ ਪ੍ਰਿੰਟਿੰਗ ਮਿਸਟੇਕ ਹੋ ਜਾਣ, ਇਹ ਵੀ ਹੋ ਸਕਦਾ, ਹੋ ਕੁਝ ਵੀ ਸਕਦਾ ਹੈ। ਪਰ ਉਹ ਤੇ ਇਸ ਤਰ੍ਹਾਂ ਨਾ ਵੀ ਜਿਵੇਂ ਤੁਸੀਂ ਕਹਿ ਦਿੱਤਾ ਵੀ ਹੋ ਸਕਦਾ ਇਹ ਸਵਰੂਪ ਸਹੀ ਹੋਵੇ, ਪ੍ਰਿੰਟਿੰਗ ਮਿਸਟੇਕਸ ਹੋ ਜਾਣ, ਪਰ ਇਸ ਸਵਰੂਪ ਤੋਂ ਵੀ ਪ੍ਰਾਚੀਨ ਬੀੜਾਂ ਆਪਣੇ ਕੋਲ ਪਈਆਂ ਹੋਈਆਂ ਮੌਜੂਦ ਪਈਆਂ ਨੇ ਜਿਨ੍ਹਾਂ ਦਾ ਪ੍ਰਕਾਸ਼ ਦਰਬਾਰ ਸਾਹਿਬ ਅੱਜ ਤੱਕ ਵੀ ਹੁੰਦਾ ਆ, ਤੇ ਫਿਰ ਆਪਾਂ ਉਹਨਾਂ ਨੂੰ ਚੈਲੰਜ ਨਹੀਂ ਨਾ ਕਰ ਸਕਦੇ ਵੀਰੇ। ਚੈਲੰਜ ਦੀ ਗੱਲ ਨਹੀਂ, ਜੇ ਆਪਾਂ ਉਹਨਾਂ ਨੂੰ ਹੀ ਮੈਚ ਕਰ ਲਾਂਗੇ, ਜੇ ਇਹ 'ਚ ਮੈਂ ਨਹੀਂ ਮੰਨਦਾ, ਆਪਾਂ ਉਹਨਾਂ ਨਾਲ ਮੈਚਿੰਗ ਦੇ ਦੌਰਾਨ ਜਿਹੜੀਆਂ ਮਿਸਟੇਕਸ ਨਿਕਲਦੀਆਂ ਨੇ ਫਿਰ ਆਪਾਂ ਕੀ ਕਰਾਂਗੇ? ਆਪਾਂ ਉਹਨਾਂ ਦੀ ਸੁਧਾਈ ਕਰੀਏ, ਠੀਕ ਕਰੀਏ ਉਹਨਾਂ ਨੂੰ ਆਪਾਂ। ਹੁਣ ਮੰਨ ਲਓ ਮੈਂ ਇਸ ਗੱਲ ਦਾ ਦਾਅਵਾ ਕਰ ਰਿਹਾ ਵਾਂ ਵੀ ਇਸ ਪਿੰਡ ਦੇ ਵਿਖੇ ਆ ਕੇ ਮੈਂ 1 ਘੰਟਾ ਪਾਵਨ ਸਰੂਪ ਦੇ ਦਰਸ਼ਨ ਦੀਦਾਰ ਕੀਤੇ ਨੇ, ਵੀ ਮੈਨੂੰ ਬਹੁਤ ਜ਼ਿਆਦੀਆਂ ਮਿਸਟੇਕਸ ਲੱਗੀਆਂ। ਜੇ ਮੈਂ ਸੈਂਕੜਿਆਂ ਦੀ ਵੀ ਨਾ ਕਰਾਂ, ਹਜ਼ਾਰਾਂ ਦੇ ਵਿੱਚ ਮਿਸਟੇਕਸ ਨੇ, ਤੇ ਫਿਰ ਇੱਥੇ ਤੁਹਾਡਾ ਕੀ ਕਹਿਣਾ ਹੈ? ਪੁਰਾਤਨ ਸਮੇਂ 'ਚ ਲਿਖਾਰੀ ਹੁੰਦੇ ਸਨ, ਉਹ ਹੀ ਲਿਖਦੇ ਸਨ। ਲਿਖਣ ਵਕਤ ਮਨੁੱਖ ਜੋ ਗਲਤੀ ਦਾ ਪੁਤਲਾ ਹੈ, ਆਪਾਂ ਗਲਤੀ ਦੇ ਪੁਤਲੇ ਹਾਂ। ਹਰ ਕੋਈ ਸੱਚਾ, ਹਰ ਕੋਈ ਪਰਫੈਕਟ ਨਹੀਂ ਹੁੰਦਾ। ਤੁਹਾਡੇ 'ਚ ਵੀ ਗਲਤੀਆਂ, ਮੇਰੇ 'ਚ ਵੀ ਗਲਤੀਆਂ, ਹਰ ਕਿਸੇ 'ਚ ਗਲਤੀਆਂ ਨੇ। ਹਾਂ, ਜੇ ਗਲਤੀਆਂ ਉਸ ਸਮੇਂ ਹੋਈਆਂ ਨੇ, ਆਪਣਾ ਫਰਜ਼ ਬਣਦਾ ਠੀਕ ਕਰੀਏ, ਗੁਰੂ ਮਹਾਰਾਜ ਦਾ ਸਤਿਕਾਰ ਕਰੀਏ। ਦਰਸ਼ਕੋ, ਇੱਥੇ ਮੈਂ ਥੋੜ੍ਹਾ ਜ਼ਿਕਰ ਕਰਦੇ ਹਾਂ ਸਤਿਕਾਰਯੋਗ ਵੀਰ ਜੀ, ਜੇ ਆਪਾਂ ਬਾਣੀ ਦੀ ਗੱਲ ਕਰੀਏ ਤਾਂ ਸ਼ਾਇਦ ਵੀਰਾਂ ਨੂੰ ਇੰਨਾ ਜ਼ਿਆਦਾ ਗਿਆਨ ਨਹੀਂ ਹੈ, ਪਰ ਉਹ ਇਸ ਗੱਲ ਦਾ ਦਾਅਵਾ ਕਰਦੇ ਨੇ ਵੀ ਸਾਡੇ ਬਜ਼ੁਰਗਾਂ ਦਾ ਹੈ। ਪਰ ਮੈਂ ਫਿਰ ਅੱਜ ਵੀ ਚੈਨਲ ਦੇ ਉੱਪਰ ਇੱਕ ਬੇਨਤੀ ਲੱਗਾ ਮੈਂ ਕਰਨ, ਵੀਰ ਦਾ ਜਾਂ ਫੈਮਿਲੀ ਦਾ ਕੋਈ ਦੋਸ਼ ਨਹੀਂ ਹੈ, ਕਿਉਂਕਿ ਦੋਸ਼ ਤਾਂ ਹੁੰਦਾ ਸ਼ੱਕ ਦੇ ਘੇਰੇ ਦੇ ਵਿੱਚ ਤਾਂ ਗੱਲਾਂ ਆਉਂਦੀਆਂ ਜੇ ਕੋਈ ਸਿਆਹੀ ਦੇ ਵਿੱਚ ਅੰਤਰ ਹੋ ਜਾਂਦਾ, ਫਿਰ ਆਪਾਂ ਕਹਿ ਦਿੰਦੇ ਵੀ ਬਾਅਦ ਵਿੱਚ ਕਿਸੇ ਨੇ ਕੀਤਾ, ਪਰ ਸਿਆਹੀ ਆਰੰਭ ਤੋਂ ਲੈ ਕੇ ਅਖੀਰ ਤੱਕ ਇੱਕੋ ਵਰਤੀ ਗਈ ਹੈ। ਜੇ ਕਾਗਜ਼ ਦਾ ਕਿਸੇ ਪ੍ਰਕਾਰ ਦਾ ਫਰਕ ਪੈਂਦਾ ਤੇ ਫਿਰ ਵੀ ਗੱਲ ਕਿਤੇ ਨਾ ਕਿਤੇ ਸਮਝ ਦੇ ਵਿੱਚ ਆ ਜਾਂਦੀ ਵੀ ਕਿਸੇ ਨੇ ਗੜਬੜ ਕੀਤੀ ਹੈ, ਪਰ ਇੱਥੇ ਕਾਗਜ਼ ਵੀ ਸਾਰਾ ਇੱਕੋ ਚੱਲਦਾ ਪਿਆ। ਸੋ ਸਾਨੂੰ ਦੋ ਚੀਜ਼ਾਂ ਬੜੀਆਂ ਵਿਚਾਰ ਕੇ ਦੇਖਣੀਆਂ ਪੈਣੀਆਂ ਨੇ। ਅਸੀਂ ਸਿਰਫ ਇਹਨਾਂ ਦੇ ਨਾਲ ਜੋ ਗੱਲਬਾਤ ਕਰਦੇ ਹਾਂ ਕਿ ਪਤਾ ਨਹੀਂ ਲੱਗਾ, ਉਹਨਾਂ ਨੇ ਦੱਸਿਆ ਵੀ ਨਹੀਂ ਸਾਨੂੰ ਇਸ ਗੱਲ ਦਾ ਨਹੀਂ ਪਤਾ ਲੱਗਾ, ਨਾ ਕਿਸੇ ਨੇ ਦੱਸਿਆ, ਪਰ ਇਹ ਇਸ ਤਰੀਕੇ ਦੇ ਨਾਲ ਜਦੋਂ ਗੱਲਬਾਤ ਕਰਦੇ ਨੇ ਤੇ ਮਾਤਾ ਜੀ ਕੁਝ ਕਹਿਣਾ ਚਾਹੁੰਦੇ ਨੇ। ਸਿਮਰਨ ਵੀਰ ਜੀ ਦੇ ਮਾਤਾ ਜੀ ਨੇ, ਆਓ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਆਪਣੇ ਕੋਲ ਜਿਹੜਾ ਦੂਜਾ ਸਰੂਪ ਜਿਹੜਾ ਅੱਜ ਕੱਲ੍ਹ ਪ੍ਰਿੰਟਡ ਚੱਲ ਰਿਹਾ ਹੈਗਾ ਉਹ ਵੀ ਸੀਗਾ, ਅਤੇ ਉਹ ਵੀ ਇਹਨਾਂ ਨੇ ਲੈ ਕੇ ਆਂਦਾ, ਕਿਉਂਕਿ ਜੇ ਇੱਧਰੋਂ ਕੋਈ ਗਲਤੀ ਹੁੰਦੀ ਸੀ ਆਪਾਂ ਉੱਧਰੋਂ ਕਰ ਲਿਆ। ਮੈਂ ਹਾਲੇ ਪੂਰਾ ਇਹ ਨਹੀਂ ਕਰ ਸਕਦੀ, ਲੇਕਿਨ ਉਸ ਵਿੱਚੋਂ ਆਪਾਂ ਸਹਿਜ ਪਾਠ ਸਾਲ ਵਿੱਚ 2 ਜ਼ਰੂਰ ਕਰੀਦੇ ਸੀਗੇ। ਅਤੇ ਇਸ ਕਰਕੇ ਇਹ ਹੈ ਵੀ ਜੇ ਸਾਡੀ ਇਹਦੇ 'ਚ ਗਲਤੀ, ਕਿਉਂ ਅਸੀਂ ਮਹਾਰਾਜ ਦੀ ਗਲਤੀ ਨੂੰ ਤਾਂ ਇੰਨੀ ਨਾ ਕਹਿ ਸਕਦੇ ਵੀ ਤੁਸੀਂ ਗਲਤ ਲਿਖਿਆ, ਅਤੇ ਜੋ ਕੁਝ ਵੀ ਹੋਇਆ ਮਹਾਰਾਜ ਨੇ ਲਿਖਿਆ, ਅਸੀਂ ਕੁਛ ਨਹੀਂ ਕੀਤਾ ਹੈਗਾ। ਪਰਿਵਾਰ ਵੱਲੋਂ ਕੁਝ ਵੇਚਣ ਵਗੈਰਾ ਦਾ ਦੋਸ਼ ਤਾਂ ਨਹੀਂ ਲਾਇਆ ਗਿਆ ਜੀ? ਨਹੀਂ, ਵੇਚਣ ਦਾ ਦੋਸ਼ ਤਾਂ ਲੱਗਿਆ ਸੀ ਉਸ ਸਮੇਂ। ਕਿਉਂ ਲੱਗਿਆ ਸੀ? ਕਿਉਂਕਿ ਸਾਨੂੰ, ਜੇ ਤੁਸੀਂ ਸਪੋਜ਼ ਕਰੋ ਵਾਅਦਾ ਕੀਤਾ ਕਿ ਮੈਂ ਵਾਪਸ ਕਰ ਦਾਂਗਾ, ਜੇ ਬੰਦਾ ਕੋਈ ਵਾਅਦਾ ਨਹੀਂ, ਬਾਅਦ ਚੋਂ ਗੱਲ ਹੀ ਨਹੀਂ ਕਰੇਗਾ ਵਾਪਸ ਕਰਨ ਦੀ, ਨਾ ਫੋਨ ਚੱਕੇਗਾ, ਫਿਰ ਸਾਨੂੰ ਦੋਸ਼ ਲੱਗਦੇ ਆ, ਫਿਰ ਸ਼ੱਕ ਆਉਂਦੇ ਆ ਮਨ 'ਚ ਕਿ ਵੇਚਤਾ, ਕੀ ਕਰਤਾ, ਕਿੱਥੇ ਗਏ, ਸੰਸਕਾਰ ਕਰਤਾ, ਕੀ ਕਰਤਾ। ਹੁਣ ਅੱਜ ਦਰਸ਼ਨ ਕੀਤੇ, ਅੱਜ ਸਾਨੂੰ ਸ਼ੱਕ ਦੂਰ ਹੋਏ ਆ ਕਿ ਹਜੇ ਵੀ ਮੌਜੂਦ ਨੇ। ਹਾਂਜੀ ਮਾਤਾ ਜੀ, ਜਿਵੇਂ ਤੁਸੀਂ ਗੱਲਬਾਤ ਕੀਤੀ ਹੈ ਵੀ ਦੂਸਰੇ ਪਾਵਨ ਸਰੂਪ ਹੈ, ਅਸੀਂ ਉੱਤੋਂ ਵੀ ਬਾਣੀ ਪੜ੍ਹਦੇ ਸੀ, ਇੱਥੋਂ ਵੀ ਬਾਣੀ ਪੜ੍ਹਦੇ ਸਾਂ, ਪਰ ਜਦੋਂ ਬਾਣੀ ਪੜ੍ਹਦੇ ਆਪਾਂ ਨੂੰ ਥੋੜ੍ਹਾ ਬਹੁਤਾ ਪਤਾ ਤਾਂ ਲੱਗ ਹੀ ਜਾਂਦਾ ਵੀ ਕੁਝ ਮਿਸਟੇਕਸ ਰਹੀਆਂ ਨੇ। ਕੀ ਤੁਹਾਨੂੰ ਪਤਾ ਸੀ? ਸੱਚ ਦੱਸਿਆ ਜੀ ਇਮਾਨਦਾਰੀ ਨਾਲ। ਮੈਂ ਸੱਚ ਬੋਲਦੀ ਮਹਾਰਾਜ ਦੇ ਅੱਗੇ ਕਿ ਮੈਂ ਇਸ ਦਾ ਪਾਠ ਨਹੀਂ ਕੀਤਾ, ਮੈਂ ਦੂਜੇ ਉਹਦੇ ਵਿੱਚ ਕਰ, ਇਹ ਤਾਂ ਮੇਰੇ ਹਸਬੈਂਡ ਕਰਦੇ ਸੀ, ਜਿਨ੍ਹਾਂ ਦੀ ਹੁਣ ਸਾਲ ਪਹਿਲਾਂ ਸੰਸਕਾਰ ਚਲੇ ਗਿਆ, ਕਾਲ ਚਲਾਣਾ ਕਰ ਗਏ ਆ, ਅਤੇ ਉਹੀ ਕਰਦੇ ਸੀਗੇ। ਇਹਦੇ 'ਚੋਂ ਉਹ ਜੁੜਵੀਂ ਬਾਣੀ ਪੜ੍ਹ ਸਕਦੇ ਸੀ, ਸਭ ਕੁਝ ਕਰ ਸਕਦੇ ਸੀ। ਸੋ ਦਰਸ਼ਕੋ, ਇੱਥੇ ਮੈਂ ਤੁਹਾਡੇ ਨਾਲ ਛੋਟੀ ਜਿਹੀ ਵਿਚਾਰ ਦੇਣੀ ਚਾਹੁੰਦਾ ਵਾਂ, ਕਿਉਂਕਿ ਇਹ ਮਾਮਲਾ ਬੇਅਦਬੀ ਦਾ ਮਾਮਲਾ ਨਾ ਰਹਿ ਕੇ ਇੱਕ ਪੋਲੀਟੀਕਲ ਰੰਗਤ ਜੀ ਪਕੜਦਾ ਜਾ ਰਿਹਾ ਸੀ। ਮੇਰਾ ਮਨ ਕਹਿੰਦਾ ਸੀ ਵੀ ਇਸ ਗੱਲ ਦਾ ਸੱਚ ਝੂਠ ਜੋ ਇੱਕ ਬੜਾ ਵੱਡਾ ਅੰਤਰ ਜਿਹਾ ਆ ਰਿਹਾ, ਗੱਲਾਂ ਦੇ ਵਿੱਚ ਚੜ੍ਹਦੇ ਲਹਿੰਦੇ ਦੇ ਫਰਕ ਪਏ ਨੇ, ਉਹ ਫਰਕ ਕੱਢਣ ਦੇ ਲਈ ਅਸੀਂ ਆਪ ਪਹੁੰਚੀਏ। ਅਕਾਲ ਚੈਨਲ ਦੀ ਟੀਮ ਅੱਜ ਸਿਆਲਕਾ ਪਿੰਡ ਵਿਖੇ ਪਹੁੰਚੀ ਹੈ। ਸਤਿਕਾਰ ਕਮੇਟੀ ਦੇ ਨੁਮਾਇੰਦੇ ਸਾਡੇ ਨਾਲ ਨੇ। ਬਲਵੀਰ ਸਿੰਘ ਮੁੱਛਲ ਜੀ ਦੀ ਗੱਲ ਕਰੀਏ, ਜੇ ਗੱਲ ਕਰੀਏ ਸੁਖਜੀਤ ਸਿੰਘ ਖੋਸਾ ਜੀ ਦੀ ਗੱਲ ਕਰੀਏ, ਹੋਰ ਸਾਰੀਆਂ ਸ਼ਖਸੀਅਤਾਂ ਬੜੇ ਪਿਆਰੇ ਵੀਰ ਨੇ, ਮੈਂ ਕਿਹਦਾ ਨਾਮ ਲਵਾਂਗਾ। ਇੱਥੇ ਸਾਡੇ ਨਾਲ ਐਡਵੋਕੇਟ ਸਾਹਿਬ ਵੀ ਨੇ, ਸਾਡੇ ਨਾਲ ਵੀਰ ਭੁਪਿੰਦਰ ਸਿੰਘ ਸੱਜਣ ਜੀ ਵੀ ਨੇ, ਵੀ ਕਾਫੀ ਸ਼ਖਸੀਅਤਾਂ। ਜੇ ਗੱਲ ਕਰਾਂ ਤਜਿੰਦਰ ਸਿੰਘ ਰੰਧਾਵਾ ਜੀ ਨੇ, ਨੋਬਲਜੀਤ ਸਿੰਘ ਜੀ, ਸਰਦਾਰ ਤਰਲੋਚਨ ਸਿੰਘ ਜੀ, ਸਾਰੀਆਂ ਸ਼ਖਸੀਅਤਾਂ ਨੇ। ਮੈਂ ਫਿਰ ਬੇਨਤੀ ਕਰਦਿਆਂ ਨਾਮ ਲੈਣ ਲੱਗਾਂਗਾ ਤੇ ਬੜਾ ਸੁਤੰਤਰ ਵਕਤ ਚਾਹੀਦਾ। ਅੱਜ ਅਸੀਂ ਟੀਮ ਨਾਲ ਇੱਥੇ ਪਹੁੰਚੇ ਸਾਂ ਵੀ ਘੱਟੋ ਘੱਟ ਆਪਾਂ ਇਸ ਚੀਜ਼ ਦਾ ਨਿਪਟਾਰਾ ਕਰ ਦਈਏ, ਕਿਉਂਕਿ 2 ਗੱਲਾਂ ਉੱਠੀਆਂ ਸੀ, ਬੜਾ ਇੱਕ ਵਾਰੀ ਫਿਰ ਸੁਣ ਲੈਣਾ ਵੀ ਸੋਨੇ ਦੇ ਪੱਤਰੇ, ਤੇ ਅੱਜ ਪਰਿਵਾਰ ਵੀ ਸਾਡੇ ਨਾਲ ਮੌਜੂਦ ਹੈ ਤੇ ਪਾਵਨ ਸਰੂਪ ਵੀ ਸਾਡੇ ਕੋਲ ਮੌਜੂਦ ਹੈ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਸੋਨੇ ਦੇ ਪੱਤਰੇ ਕਿੱਥੇ ਹੈ? ਮਾਤਾ ਜੀ, ਸੋਨੇ ਦੇ ਪੱਤਰੇ ਵਾਲੀ ਗੱਲ ਮੈਂ ਦੱਸਦਾ, ਤੁਸੀਂ ਵੀਡੀਓ ਚੈੱਕ ਕਰ ਲਿਓ। ਜੋ ਗੱਲ ਬਾਹਰ ਆਈ ਸੀ, ਸੋਨੇ ਦੀ ਸ਼ਾਹੀ ਲਿਖੀ ਸੀ, ਪੱਤਰੇ ਕਿਤੇ ਨਹੀਂ ਮੈਂਸ਼ਨ ਕੀਤਾ ਗਿਆ, ਇਹ ਗੱਲ ਬਣਾਈ ਗਈ ਹੈ। ਪਹਿਲੇ 2 ਤੁਸੀਂ ਹੁਣ ਵੀ ਚੈੱਕ ਕਰ ਸਕਦੇ ਹੋ, ਯੈਲੋ ਲਾਈਨ ਜੋ ਹੈਗੀ, ਯੈਲੋ ਕਲਰ ਦੇ ਪੀਲੇ ਰੰਗ ਦੇ ਨੇ, ਉਹ ਸੋਨੇ ਦੀ ਸ਼ਾਹੀ ਹੈ। ਸੋਨੇ ਦੀ ਸ਼ਾਹੀ ਹੈ ਬਕਾਇਦਾ। ਹੇਠਲੇ ਪਾਸੇ ਤੁਸੀਂ ਜਦੋਂ ਵੇਖੋਗੇ ਨਾ ਪਾਵਨ ਸਰੂਪ ਦੇ ਬਿਲਕੁਲ ਲਾਸਟ ਦੇ ਉੱਪਰ ਜਾ ਕੇ ਉੱਥੇ ਲਿਖਿਆ ਹੈ ਸਿਆਹੀ ਬਣਾਵਣ ਕੀ ਬਿਦ,
ਜਿਹੜੀ ਬਿੱਧ ਹੈ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਵੀ ਕਿੱਕਰ ਦੀ ਲੱਕੜ ਵਰਤਣੀ ਹੈ, ਨਿੰਮ ਦੀ ਵਰਤਣੀ ਹੈ, ਇੰਨੇ ਦਿਨ ਰੱਖਣੀ ਹੈ, ਆਹ ਗੂੰਦ ਪਾਉਣੀ ਹੈ, ਤੇ ਉਹਦੇ ਵਿੱਚ ਲਿਖਿਆ ਹੋਇਆ ਇੱਕ ਰਤੀ ਸੋਇਨਾ, ਇੱਕ ਰਤੀ ਸੋਇਨਾ ਲਿਖਿਆ ਹੋਇਆ ਹੈ। ਤੇ ਇੱਕ ਰਤੀ ਦੇ ਨਾਲ ਪੱਤਰੇ ਤੇ ਨਹੀਂ ਆਪਾਂ ਤਿਆਰ ਹੋ ਸਕਦੇ। ਗੱਲ ਹੋਈ ਨਹੀਂ, ਪੱਤਰੇ ਦੀ ਗੱਲ ਆਪਾਂ ਇੱਕ ਵਾਰੀ ਨਹੀਂ ਕੀਤੀ, ਸ਼ਾਇਦ ਦੀ ਗੱਲ ਹੋਈ ਸੀ, ਭਾਵੇਂ ਇੱਕ ਰਤਾ ਹੋਵੇ। ਤੁਹਾਡੀ ਗੱਲ ਦੀ ਮੈਂ ਕਰਦਾ ਗੱਲ, ਇੱਕ ਆਪਾਂ ਸਹਿਜ 'ਚ ਗੱਲ ਕਰਨੀ ਹੈ। ਆਪਾਂ ਇੱਕ ਤੇ ਸਾਰੇ ਵੀਰ ਬੈਠੇ ਹਾਂ, ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ, ਬਿਲਕੁਲ ਤੁਸੀਂ ਬੇਫਿਕਰ ਹੋ ਜਾਓ, ਕਿਉਂਕਿ ਮਾਮਲਾ ਜਦੋਂ ਆਇਆ ਸੀ ਸਤਕਾਰ ਕਮੇਟੀ ਦੇ ਉੱਪਰ ਦੋਸ਼ ਤੁਹਾਡੇ ਵੱਲੋਂ ਨਹੀਂ ਹੋਰਾਂ ਵੱਲੋਂ ਵੀ ਬਤੇਰੇ ਲੱਗੇ ਵੀ 6 ਅੰਗ ਸੋਨੇ ਦੇ ਸੀ ਤੇ ਆਪਣੇ ਕੋਲ ਪਾਵਨ ਸਵਰੂਪ। ਦੋਸਤੋ ਇੱਥੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਜ਼ਿਕਰ ਕਰਦੇ ਹਾਂ, ਕਿਉਂਕਿ ਪਾਵਨ ਸਵਰੂਪ ਵੀ ਸਾਡੇ ਕੋਲ ਹੈ, ਜਿਹੜੇ ਲੈ ਕੇ ਆਏ ਸੀ ਉਹ ਵੀ ਸਾਡੇ ਕੋਲ ਨੇ, ਤੇ ਜਿਸ ਪਰਿਵਾਰ ਕੋਲੋਂ ਲਿਆਂਦਾ ਸੀ ਉਹ ਵੀ ਸਾਡੇ ਕੋਲ ਹੈ। ਪਰਿਵਾਰ ਨੇ ਪਹਿਲਾਂ ਤੇ ਦਾਅਵਾ ਇਸ ਗੱਲ ਦਾ ਕੀਤਾ ਕਿ ਪਾਵਨ ਸਵਰੂਪ ਉਹੀ ਹੈ। ਦੂਜਾ ਪਰਿਵਾਰ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਅਸੀਂ ਕੋਈ ਦਾਅਵਾ ਨਹੀਂ ਇਸ ਗੱਲ ਦਾ ਕੀਤਾ ਬਈ ਪਾਵਨ ਸਵਰੂਪ ਦੇ ਪੱਤਰੇ ਸੋਨੇ ਦੇ ਸਨ। ਉਹ ਕਹਿੰਦੇ ਅਸੀਂ ਤਾਂ ਸਿਰਫ ਇਹ ਜ਼ਿਕਰ ਕੀਤਾ ਹੈ ਵੀ 2 ਜਿਹੜੇ ਅੰਗ ਨੇ ਨਾ ਉਹਦੇ ਵਿੱਚ ਸੁਨਹਿਰੀ ਸਿਆਹੀ ਵਰਤੀ ਗਈ ਹੈ, ਉਹ ਸੋਨੇ ਦੀ ਸਿਆਹੀ ਹੋਵੇਗੀ। ਖੈਰ ਉਹ ਤੇ ਪਰਿਵਾਰ ਨੇ ਜਿਸ ਤਰੀਕੇ ਨਾਲ ਦਾਅਵਾ ਕੀਤਾ ਹੈ ਉਸ ਤਰੀਕੇ ਨਾਲ ਅਸੀਂ ਤੁਹਾਡੇ ਨਾਲ ਸਾਂਝਾ ਲੱਗੇ ਹਾਂ ਪਾਉਣ। ਵੀਰ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸੋਨਾ ਦਾ ਦਾਅਵਾ ਤੁਸੀਂ ਨਹੀਂ ਕੀਤਾ, ਕੁਝ ਲੋਕਾਂ ਵੱਲੋਂ ਇਸ ਤਰੀਕੇ ਦੀ ਅਫਵਾਹ ਉਡਾਈ ਗਈ ਹੈ, ਪਰ ਇਸ ਤੋਂ ਇਲਾਵਾ ਹੋਰ ਇਹਦੇ ਵਿੱਚ ਕੀ ਸਿਰਫ ਇਹਦੀ ਮਜ਼ਬੂਤੀ ਜਿਹੜੀ ਹੈ ਜਾਂ ਇਹਦੀ ਖਾਸੀਅਤ ਇਸ ਕਰਕੇ ਸੀ ਕਿ ਪ੍ਰਾਚੀਨ ਹੈ, ਜਾਂ ਹੋਰ ਵੀ ਇਸ ਤੋਂ ਇਲਾਵਾ ਵੀ ਹੋਰ ਕੁਝ ਹੈ? ਪੁਰਾਤਨ ਕਰਕੇ ਖਾਸੀਅਤ ਜ਼ਿਆਦਾ ਬਣਦੀ ਸੀ, ਚੀਜ਼ ਪੁਰਾਤਨ ਪ੍ਰਾਚੀਨ ਚੀਜ਼ ਹੈ, ਇਹ ਜ਼ਿਆਦਾ ਖਾਸੀਅਤ ਸੀ। ਹੁਣ 2 ਗੱਲਾਂ ਕਲੀਅਰ ਹੋ ਗਈਆਂ ਕਿ ਤੇ ਪਾਵਨ ਸਵਰੂਪ ਉਹੀ ਹੈ ਜਿਹੜਾ ਤੁਹਾਡੇ ਘਰੋਂ ਆਇਆ। ਹਾਂਜੀ ਬਿਲਕੁਲ ਹੋਈ। ਠੀਕ ਹੈ ਜੀ। ਦੂਜੇ ਨੰਬਰ ਦੇ ਉੱਪਰ ਸੋਨੇ ਦੀ ਸਿਆਹੀ ਦੇ ਨਾਲ 2 ਅੰਗਾਂ ਤੇ ਲਿਖਿਆ ਹੋਇਆ ਉਹ ਵੀ ਮੌਜੂਦ ਨੇ। ਇਸ ਤੋਂ ਇਲਾਵਾ ਤਾਂ ਸੋਨਾ ਕਿਤੇ ਨਹੀਂ ਸੀ। ਇਸ ਤੋਂ ਇਲਾਵਾ ਕੋਈ ਨਹੀਂ ਸੀ ਜੀ। ਸੋ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਤੁਹਾਡੇ ਧੰਨਵਾਦੀ ਹਾਂ ਮਾਤਾ ਜੀ, ਤੁਹਾਡੇ ਵੀ ਜੀ। ਗੱਲ ਹੋਰ ਵੀ ਉੱਠੀ ਹੈ ਕਿ ਜਦੋਂ ਇਹ ਚੁੱਕਿਆ ਗਿਆ ਕਿ ਇਹਦੇ ਪੱਤਰੇ ਸੀ, ਹੁਣ ਤੁਹਾਡੇ ਨੇ ਸਾਫ਼ ਦੇਖਿਆ ਵੀ ਇਹਦਾ ਕੋਈ ਪੱਤਰਾ ਨਹੀਂ ਖਰਾਬ ਹੋਇਆ ਵੈਸੇ, ਠੀਕ ਹੈ ਨਾ। ਉਵੇਂ ਬਸ ਫਿਰ ਇਸ ਗੱਲ ਦਾ ਹੀ ਮੈਂ ਕਹਿਣਾ ਵੀ ਅਸੀਂ ਕੋਈ ਖਰਾਬੀ ਨਹੀਂ ਕੀਤੀ ਸੀ, ਮਹਾਰਾਜ ਦੀ ਪੂਰੀ ਸੇਵਾ ਸੰਭਾਲ ਅਸੀਂ ਕੀਤੀ ਵੀ ਸੀ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਵੀਰ ਜੀ ਤੁਹਾਡੇ ਵੀ ਧੰਨਵਾਦੀ ਹਾਂ ਸਿਮਰਨ ਜੀ, ਮਾਤਾ ਜੀ ਦੇ ਧੰਨਵਾਦੀ ਹਾਂ। ਤੇ ਅੱਜ ਸਾਰੇ ਜਿਹੜੇ ਮੇਰੇ ਵੀਰ ਭਰਾ ਵਕਤ ਕੱਢ ਕੇ ਸਮਾਂ ਕੱਢ ਕੇ ਆਏ ਨੇ ਇਹਨਾਂ ਦੇ ਵੀ ਧੰਨਵਾਦੀ ਹਾਂ। ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਜੇ ਕੌਮੀ ਜਜ਼ਬਾਤਾਂ ਨੂੰ, ਕੌਮ ਦੇ ਦਰਦਾਂ ਨੂੰ ਸਹੀ ਦਿਸ਼ਾ ਦਿੱਤੀ ਜਾਵੇ ਅਸੀਂ ਮੰਜ਼ਿਲ ਵੱਲ ਪਹੁੰਚ ਸਕਦੇ ਹਾਂ। ਦਰਦ ਹੈ, ਬਸ ਦਿਸ਼ਾ ਦਿਖਾਉਣ ਵਾਲਾ ਆਗੂ ਨਹੀਂ ਲੱਭਦਾ। ਖੈਰ ਬੜੀਆਂ ਗੱਲਾਂ ਨੇ, ਉਹ ਕਿਤੇ ਫਿਰ ਤੁਹਾਡੇ ਨਾਲ ਸਾਂਝ ਪਾਵਾਂਗਾ। ਆਓ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਤੁਹਾਡੇ ਕੋਲੋਂ ਖਿਮਾ ਦਾ ਜਾਚਕਾਂ। ਪਹਿਲਾ ਮਸਲਾ ਇਹ ਹੈ ਕਿ ਪਾਵਨ ਸਵਰੂਪ ਉਹੀ ਹੈ ਜੋ ਪਰਿਵਾਰ ਦੇ ਕੋਲੋਂ ਸਤਕਾਰ ਕਮੇਟੀਆਂ ਲੈ ਕੇ ਆਈਆਂ ਸੀ। ਸੈਕਿੰਡ ਨੰਬਰ ਦੇ ਉੱਪਰ ਪਰਿਵਾਰ ਦਾ ਕਹਿਣਾ ਇਹ ਹੈ ਕਿ ਸਵਰੂਪ ਬਿਲਕੁਲ ਠੀਕ ਠਾਕ ਹੈ। ਨੰਬਰ 3 ਦੇ ਉੱਪਰ ਪਰਿਵਾਰ ਦਾ ਕਹਿਣਾ ਹੈ ਵੀ ਕੋਈ ਸੋਨੇ ਦੇ ਪੱਤਰੇ ਜਾਂ ਸੋਨੇ ਦੇ ਅੰਗ ਨਹੀਂ ਸਨ। ਪਰਿਵਾਰ ਦਾ ਜੋ ਕਹਿਣਾ ਹੈ ਕਿ ਸੋਨੇ ਦੇ ਪੱਤਰੇ ਜਾਂ ਸੋਨੇ ਦੇ ਅੰਗ ਨਹੀਂ ਸਨ, 2 ਅੰਗ ਨੇ ਜਿਨ੍ਹਾਂ ਦੇ ਉੱਪਰ ਸੋਨੇ ਦੀ ਸਿਆਹੀ ਦੇ ਨਾਲ ਲਿਖਿਆ ਗਿਆ ਹੈ। ਖੈਰ ਉਹ ਸਾਰਾ ਕੁਝ ਉਸੇ ਪ੍ਰਕਾਰ ਮੌਜੂਦ ਹੈ। ਕੁਝ ਵਿੱਚੋਂ ਤੁਹਾਨੂੰ ਲੱਗਿਆ ਤਾਂ ਨਹੀਂ ਵੀ ਕੋਈ ਜੀ ਛੇੜਛਾੜ ਕੀਤੀ ਗਈ ਹੈ, ਖਾਸ ਕਰਕੇ ਜਿੱਥੋਂ ਬਾਣੀ ਦੀ ਆਰੰਭਤਾ ਹੁੰਦੀ ਹੈ? ਨਹੀਂ, ਕੋਈ ਛੇੜਛਾੜ ਨਹੀਂ ਹੈ, ਬਿਲਕੁਲ ਉਸੇ ਤਰ੍ਹਾਂ ਜੀ। ਸੋ ਧੰਨਵਾਦ ਜੀ ਤੁਹਾਡਾ। ਸੋ ਦਰਸ਼ਕੋ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗਾ ਕਿਸੇ ਹੋਰ ਸ਼ਖਸੀਅਤ ਦੇ ਨਾਲ। ਕੋਸ਼ਿਸ਼ ਕਰਾਂਗੇ ਵੀ ਕੌਮ ਦੇ ਹਰ ਜਗ੍ਹਾ ਮੁੱਦਿਆਂ ਦੇ ਵਿੱਚ ਹੀ ਨਾ ਆਈਏ, ਕੋਈ ਚੜ੍ਹਦੀ ਕਲਾ ਵਾਲੇ ਕਾਰਜਾਂ ਦੇ ਵਿੱਚ ਵੀ ਜ਼ਰੂਰ ਆਪੜਾਂਗੇ ਅਤੇ ਤੁਹਾਡੇ ਨਾਲ ਸਾਂਝ ਪਾਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿ ਪਿੰਡ ਸਿਆਲਕਾ ਵਿਖੇ ਅਸੀਂ ਪਹੁੰਚੇ ਹਾਂ ਅਤੇ ਪਿੰਡ ਸਿਆਲਕਾ ਵਿਖੇ ਪਹੁੰਚ ਕੇ ਜਿਵੇਂ ਕਿ ਤੁਹਾਨੂੰ ਸਾਰਾ ਮੈਂ ਮਾਮਲਾ ਦੱਸ ਚੁੱਕਾ ਹਾਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸਵਰੂਪ ਬਹੁਤ ਜ਼ਿਆਦਾ ਪ੍ਰਾਚੀਨ, ਕਿਉਂਕਿ ਜੇ ਪ੍ਰਾਚੀਨਤਾ ਦੀ ਗੱਲ ਕਰਾਂ ਤਾਂ ਹੱਥ ਲਿਖਤ ਵੀ ਹੈ, ਲੜੀਵਾਰ ਵੀ ਹੈ, ਸਿਆਹੀ ਬੜੀ ਪੁਰਾਣੀ ਹੈ, ਸਿਆਹੀ ਬਣਾਉਣ ਦੀ ਵਿਧ ਲਿਖੀ ਹੋਈ ਹੈ। ਅਤੇ ਇੱਥੋਂ ਆਪਾਂ ਨੂੰ ਅੰਦਾਜ਼ਾ ਲੱਗ ਸਕਦਾ ਕਿ ਸਵਰੂਪ ਬਹੁਤ ਪੁਰਾਣਾ ਹੋਵੇਗਾ ਜਦੋਂ ਲੋਕ ਖੁਦ ਸਿਆਹੀ ਬਣਾ ਕੇ ਅਤੇ ਲਿਖਦੇ ਹੋਣਗੇ। ਪਰ ਜਿਹੜੀਆਂ ਤਰੁੱਟੀਆਂ ਨੇ ਉਹ ਆਪਾਂ ਅੱਖੀਂ ਦੇਖ ਚੁੱਕੇ ਹਾਂ, ਮੀਡੀਆ ਦੇ ਵਿੱਚ ਦਿਖਾ ਵੀ ਚੁੱਕੇ ਹਾਂ, ਉਹਨਾਂ ਨੂੰ ਅੱਖਾਂ ਤੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪਰ ਖੈਰ ਪਰਿਵਾਰ ਦੇ ਨਾਲ ਜਿਵੇਂ ਵੀਰ ਜੀ ਨਾਲ ਗੱਲਬਾਤ ਹੋਈ ਹੈ, ਸਤਿਕਾਰਯੋਗ ਮਾਤਾ ਜੀ ਨਾਲ ਸਾਡੀ ਗੱਲਬਾਤ ਹੋਈ ਹੈ। ਆਓ ਇਸ ਪਰਿਵਾਰ ਦੇ ਵਿੱਚੋਂ ਭੈਣ ਜੀ ਵੀ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਨੇ ਔਰ ਦੱਸਣਾ ਚਾਹੁੰਦੇ ਨੇ ਕਿ ਸਾਡੇ ਪਰਿਵਾਰ ਦੀ, ਜਿਵੇਂ ਭੈਣ ਜੀ ਨੇ ਜ਼ਿਕਰ ਕੀਤਾ ਵੀ ਕੁਰਬਾਨੀ ਹੈ, ਅਸੀਂ ਕੁਛ ਨਹੀਂ ਉੱਥੋਂ ਬਚਾ ਕੇ ਲੈ ਕੇ ਆਏ, ਸਿਰਫ ਔਰ ਸਿਰਫ ਪਾਵਨ ਸਵਰੂਪ ਲੈ ਕੇ ਆਏ ਹਾਂ। ਆਓ ਆਪਾਂ ਇਹਨਾਂ ਦੀਆਂ ਭਾਵਨਾਵਾਂ ਨੂੰ ਵੀ ਜਾਣੀਏ, ਸਮਝੀਏ ਔਰ ਕੀ ਕਹਿਣਾ ਚਾਹੁੰਦੇ ਨੇ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ, ਸ਼ੁਭ ਨਾਮ ਕੀ ਹੈ ਤੁਹਾਡਾ? ਮਨਜਿੰਦਰ ਕੌਰ ਆ ਜੀ। ਮਨਜਿੰਦਰ ਕੌਰ ਭੈਣ ਜੀ, ਜਿਵੇਂ ਕਿ ਸਵਰੂਪ ਦੀ ਗੱਲ ਚੱਲੀ ਸੀ ਕਿ ਪਾਵਨ ਸਵਰੂਪ ਬਹੁਤ ਪੁਰਾਣਾ ਆ ਅਤੇ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ, ਕੀ ਕਹਿਣਾ ਚਾਹੁੰਦੇ ਹੋ ਜੀ? ਦੇਖੋ ਜੀ, ਸਾਡੇ ਪਰਿਵਾਰ, ਸਾਡੇ ਦਾਦਾ ਦਾਦੀ ਜੀ ਜਿਹੜੇ ਸੀਗੇ, ਇਹਨਾਂ ਨੇ, ਅਸੀਂ ਛੋਟੇ ਹੁੰਦੇ ਸੀਗੇ, ਸਾਨੂੰ ਦੱਸਿਆ ਆ ਕਿ ਅਸੀਂ ਜਦੋਂ 1947 ਦੀ ਵੰਡ ਹੋਈ ਆ ਅਤੇ ਅਸੀਂ ਉੱਥੋਂ ਜਦੋਂ ਆਏ ਆ ਉੱਜੜ ਕੇ, ਠੀਕ ਆ, ਉਦੋਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਅਤੇ ਇੱਕ ਪਾਣੀ ਲਈ ਬਾਟੀ ਸੀਗੀ,
ਸਿਰਫ ਉਹ ਬਾਟੀ ਤਾਂ ਕਿ ਬੱਚੇ ਛੋਟੇ ਸੀਗੇ ਪਾਣੀ ਪਿਲਾਉਣ ਲਈ, ਤੇ ਹੋਰ ਸਾਡੇ ਕੋਲ ਕੁਛ ਨਹੀਂ ਲਿਆ ਹੋਇਆ। ਤੇ ਅਸੀਂ ਕਿਹਾ ਵੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪਹਿਲਾਂ 1947 ਤੋਂ ਵੀ ਪਹਿਲਾਂ ਦੀ ਸਾਂਭ ਸੰਭਾਲ ਕਰਦੇ ਸੀਗੇ, ਠੀਕ ਆ, ਤੇ ਇਹਨਾਂ ਨੂੰ ਅਸੀਂ ਇੱਥੇ ਨਹੀਂ ਛੱਡ ਕੇ ਜਾਣਾ, ਤੇ ਇਹਨਾਂ ਨੂੰ ਆਪਣੇ ਨਾਲ ਹੀ ਲੈ ਕੇ ਜਾਣਾ ਆ। ਤੇ ਉਹਨਾਂ ਨੇ ਆਪਣੇ ਜਾਨ ਤੇ ਖੇਲ ਕੇ ਆਪਣਾ ਸਮਝ ਕੇ ਗੁਰੂ ਆ ਸਾਡਾ, ਇਹ ਸਾਡੀ ਰੱਖਿਆ ਕਰੂਗਾ, ਤੇ ਅਸੀਂ ਇਹਨਾਂ ਗੁਰੂ ਨੂੰ ਜਿੱਦਾਂ ਰਹੇ ਹਾਂ, ਜੇ ਅਸੀਂ ਮਰਾਂਗੇ ਵੀ ਜਾਂ ਰਸਤੇ 'ਚ ਕੁਛ ਹੋ ਗਿਆ ਤੇ ਅਸੀਂ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਜਾਵਾਂਗੇ। ਗੁਰੂ ਤੋਂ ਬਗੈਰ ਅਸੀਂ ਜਿਹੜਾ ਆ ਉਹ ਇੱਥੇ ਰਹਿਣਾ ਵੀ ਨਹੀਂ ਚਾਹੁੰਦੇ, ਠੀਕ ਆ। ਉਹ ਉੱਥੋਂ ਲੈ ਕੇ ਆਏ ਗੁਰੂ ਸਾਹਿਬ ਜੀ ਨੂੰ, ਜਦੋਂ ਗੱਡੀ ਵਿੱਚ ਬੈਠੇ ਉਹ ਕਹਿੰਦੇ ਬੈਠੇ ਰਹੇ ਅਸੀਂ, ਤੇ ਮੁਸਲਮਾਨ ਗੱਡੀਆਂ ਦੀਆਂ ਗੱਡੀਆਂ ਵੱਢਦੇ ਸੀਗੇ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਸੀ ਤੇ ਸਾਡੀ ਜਾਨ ਸੀਗੀ ਵੀ ਪਤਾ ਨਹੀਂ ਵੀ ਹੁਣ ਉਹਨਾਂ ਨੇ ਕਦੋਂ ਸਾਡੇ 'ਤੇ ਹਮਲਾ ਕਰ ਦੇਣਾ ਆ, ਪਰ ਕਹਿੰਦੇ ਕਿ 2 ਘੰਟੇ ਉਹ ਉਡੀਕਦੇ ਰਹੇ। ਪਰ ਪਰਮਾਤਮਾ ਦਾ ਸ਼ੁਕਰ ਆ, ਕਹਿੰਦੇ ਸਾਨੂੰ ਗੁਰੂ ਸਾਹਿਬ ਜੀ ਨੇ ਬਚਾ ਕੇ ਇੱਥੇ ਜਲੰਧਰ ਲੈ ਆਂਦਾ। ਸਿਰਫ ਇੱਕ ਬਾਟੀ ਤੇ ਗੁਰੂ ਗ੍ਰੰਥ ਸਾਹਿਬ ਜੀ, ਸਾਨੂੰ ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਸਭ ਕੁਝ ਦਿੱਤਾ ਆ, ਤੇ ਅਸੀਂ ਅੱਜ ਉਹਨਾਂ ਦੇ ਚਰਨਾਂ ਦੇ ਵਿੱਚ ਹੀ ਆ, ਤੇ ਪਰਮਾਤਮਾ ਨਾਲ ਜੁੜੇ ਹੋਏ ਆ, ਤੇ ਉਹਨਾਂ ਦੀ ਭਗਤੀ ਬੰਦਗੀ ਕਰਦੇ ਆ, ਤੇ ਉਹਨਾਂ ਦੀ ਛਤਰ ਛਾਇਆ ਦੇ ਥੱਲੇ ਪਰਿਵਾਰ ਜਿਹੜਾ ਆ ਉਹ ਹਜੇ ਵੀ ਸੁਖੀ ਜੀਵਨ ਬਤੀਤ ਕਰ ਰਿਹਾ ਆ। ਤੇ ਸਾਡੀ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਪੁਰਾਤਨ ਸਰੂਪ, ਜਿਨ੍ਹਾਂ ਨੂੰ ਅਸੀਂ ਸਾਡੇ ਬਜ਼ੁਰਗਾਂ ਨੇ 1947 ਤੋਂ ਪਹਿਲਾਂ ਦੇ ਸਾਂਭ ਸੰਭਾਲ ਕਰਦੇ ਆਏ ਆ, ਤੇ ਇਹਨਾਂ ਦੀ ਸਾਂਭ ਸੰਭਾਲ ਸਾਨੂੰ ਹੁਣ ਵੀ ਬਖਸ਼ੀ ਜਾਵੇ। ਬਸ ਇਹੀ ਬੇਨਤੀ ਹੈ ਜੀ। ਭੈਣ ਜੀ, ਮਾਮਲਾ ਸਾਂਭ ਸੰਭਾਲ ਦਾ ਨਹੀਂ ਹੈ, ਪਾਵਨ ਸਰੂਪ ਬਹੁਤ ਪੁਰਾਣਾ ਆ, ਹੈ ਨਾ, ਔਰ ਤੁਹਾਡੇ ਪਰਿਵਾਰਾਂ ਦੇ ਕੋਲੇ ਸੀ। ਅਸੀਂ ਇਹ ਵੀ ਨਹੀਂ ਦਾਅਵਾ ਕਰ ਸਕਦੇ ਵੀ ਕਿੰਨੀਆਂ ਪੀੜ੍ਹੀਆਂ, ਹੋ ਸਕਦਾ ਬਹੁਤ ਜ਼ਿਆਦਾ ਪ੍ਰਾਚੀਨ ਹੋਵੇ, ਹੈ ਨਾ, ਪਰ ਗੱਲ ਤਾਂ ਭੈਣ ਜੀ ਤਰੁੱਟੀਆਂ ਦੀ ਆ ਰਹੀ ਹੈ, ਗੱਲ ਹੋਰ ਕੋਈ ਨਹੀਂ ਆ ਰਹੀ। ਵੀ ਜਿਵੇਂ ਅੱਜ ਅਸੀਂ ਹੁਣ 1 ਘੰਟਾ ਦੇਖਿਆ ਆ, ਤਰੁੱਟੀਆਂ ਦੀ ਆ ਰਹੀ ਹੈ। ਪਾਵਨ ਸਰੂਪ ਤੁਹਾਡੇ ਪਰਿਵਾਰਾਂ ਕੋਲੇ ਸੀ, ਬੜੀ ਭਾਵਨਾ ਨਾਲ ਤੁਸੀਂ ਸੇਵਾ ਕੀਤੀ ਹੈ, ਤੁਸੀਂ ਉੱਥੋਂ ਆਏ, ਇਹ ਵੀ ਤੁਹਾਡੀ ਮੈਂ ਬਕਾਇਦਾ ਇਸ ਗੱਲ ਦੀ ਸ਼ਲਾਘਾ ਕਰਦਾ ਮਾਂ ਪਰਿਵਾਰ ਦੀ, ਵੀ ਕੁਛ ਨਹੀਂ ਬਚਾਇਆ, ਸਿਰਫ ਸਰੂਪ ਲੈ ਕੇ ਆਏ ਹੋ, ਬੜੀ ਵੱਡੀ ਗੱਲ ਹੈ। ਐਸੇ ਮੈਂ ਹੁਣ ਤੱਕ ਜਿਤਨੀਆਂ ਵੀ ਇੰਟਰਵਿਊਜ਼ ਕੀਤੀਆਂ ਨੇ, ਮੈਂ ਕੀਤੀਆਂ ਨੇ, ਜਾਂ ਭਵਿੰਦਰ ਸਿੰਘ ਸੱਜਣ ਵੀਰ ਜੀ ਨੇ ਕੀਤੀਆਂ ਨੇ, ਜਾਂ ਤੇਜਿੰਦਰ ਸਿੰਘ ਰੰਧਾਵਾ ਜੀ ਨੇ ਕੀਤੀਆਂ ਨੇ, ਸਾਨੂੰ ਹੁਣ ਤੱਕ ਸਿਰਫ 2-3 ਪਰਿਵਾਰ ਹੀ ਐਸੇ ਮਿਲੇ ਜਿਨ੍ਹਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਵੀ ਸਾਡੇ ਪਰਿਵਾਰ ਸਰੂਪ ਹੀ ਲੈ ਕੇ ਆਏ ਸੀ, ਹੋਰ ਕੁਛ ਨਹੀਂ ਲੈ ਕੇ ਆਏ। ਜੀ ਜੀ ਭੈਣੇ, ਪਰ 2 ਚੀਜ਼ਾਂ ਲੈ ਕੇ ਆਏ ਆ, ਜਾਂ ਆਪਣਾ ਪਰਿਵਾਰ ਲੈ ਕੇ ਆਏ ਆ, ਇਸ ਤੋਂ ਇਲਾਵਾ ਕੁਛ ਨਹੀਂ ਲੈ ਕੇ ਆਏ। ਕੋਈ ਪੈਸਾ ਧੇਲਾ ਕੁਛ ਨਹੀਂ ਸੀਗਾ, ਸਾਰਾ ਕੁਝ ਜਿਹੜਾ ਵੀ ਜੋ ਵੀ ਰੱਬ ਨੇ ਬਖਸ਼ਿਆ ਇਸ ਪਰਮਾਤਮਾ ਦੀ ਛਤਰ ਛਾਇਆ ਦੇ ਹੇਠ ਹੀ ਸਭ ਕੁਝ ਸਾਨੂੰ ਮਿਲਿਆ ਆ, ਤੇ ਅਸੀਂ ਸੇਵਾ ਕਰਦੇ ਆ, ਪਰਮਾਤਮਾ ਦੇ ਚਰਨਾਂ 'ਚ ਲੱਗੇ ਆ ਤੇ ਲੱਗੇ ਰਵਾਂਗੇ। ਇਹੀ ਸਾਡੀ। ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਸਤਿਕਾਰ ਕਮੇਟੀਆਂ ਜਿਹੜੀਆਂ ਸਰੂਪ ਤੁਹਾਨੂੰ ਪਰਿਵਾਰਾਂ ਨੂੰ ਸੌਂਪ ਦੇਣ ਔਰ ਤੁਸੀਂ ਲੈ ਕੇ ਆਪਣੇ ਘਰ ਚਲੇ ਜਾਓ? ਜਾਈਏ, ਕਿਉਂਕਿ ਇਹ ਬਹੁਤ ਪੁਰਾਤਨ ਆ, ਠੀਕ ਆ, ਕਿਉਂਕਿ ਪੜ੍ਹਾਈ ਲਿਖਾਈ ਸਾਡੀ ਹੁਣ ਹੋਈ ਆ, ਠੀਕ ਆ। ਇਹ ਜਿਹੜਾ ਆ 1947 ਤੋਂ ਵੀ ਪਹਿਲਾਂ ਦਾ ਆ, ਠੀਕ ਹੈ। ਜਦੋਂ ਉਸ ਟਾਈਮ 'ਤੇ ਲਿਖਿਆ ਗਿਆ ਹੋਊਗਾ ਉਦੋਂ ਵੀ ਇਹ ਠੀਕ ਹੋਊਗਾ। ਸਾਨੂੰ ਅੱਜ ਦੇ ਸਮੇਂ ਦੇ ਵਿੱਚ ਪਤਾ ਲੱਗਿਆ ਇਹਦੇ ਵਿੱਚ ਤਰੁੱਟੀਆਂ ਕੀ ਆ, ਪਰ ਜਿਹੜੇ ਉਸ ਟਾਈਮ 'ਤੇ ਨਹੀਂ ਪਤਾ, ਕਿਉਂਕਿ 1947 ਤੋਂ ਪਹਿਲਾਂ ਦਾ ਆ। ਉਹਨਾਂ ਨੇ ਜੋ ਲਿਖਿਆ ਹੋਊਗਾ ਉਸ ਟਾਈਮ 'ਤੇ ਉਹਨਾਂ ਨੇ ਬਹੁਤ ਵਧੀਆ ਲਿਖਿਆ ਹੋਊਗਾ। ਉਹਨਾਂ ਨੇ ਸੋਨੇ ਦੀ ਸਿਆਹੀ ਨਾਲ ਅੱਖਰ ਲਿਖੇ, ਸ਼ਬਦ ਲਿਖੇ ਹੋਏ ਆ, ਠੀਕ ਹੈ। ਉਹਨਾਂ ਨੇ ਬੜੇ ਸਤਿਕਾਰ ਨਾਲ ਲਿਖਿਆ ਆ, ਉਹਨਾਂ ਨੇ ਗਲਤੀਆਂ ਨਹੀਂ ਦੇਖੀਆਂ ਸੀਗੀਆਂ, ਠੀਕ ਹੈ ਨਾ। ਇਹ ਸਾਡਾ ਜਿਹੜਾ ਪੁਰਾਤਨ ਸਰੂਪ ਆ, ਸਾਡੇ ਸਾਂਭ ਸੰਭਾਲ ਜਿਹੜੀ ਆ ਗੁਰੂ ਸਾਡੇ ਬਜ਼ੁਰਗਾਂ ਨੇ ਲਿਆਂਦਾ ਆ, ਠੀਕ ਹੈ ਜੀ। ਬਹੁਤ ਬਹੁਤ ਭੈਣ ਜੀ ਮਿਹਰਬਾਨੀ, ਤੁਸੀਂ ਬੜੇ ਸੁੰਦਰ ਢੰਗ ਨਾਲ ਜਾਣਕਾਰੀ ਦਿੱਤੀ ਹੈ। ਸੋ ਦਰਸ਼ਕੋ, ਇਹ ਸਨ ਉਸ ਪਰਿਵਾਰ ਦੇ ਵਿੱਚੋਂ ਸਤਿਕਾਰਯੋਗ ਸਾਡੇ ਭੈਣ ਜਿਨ੍ਹਾਂ ਨੇ ਜ਼ਿਕਰ ਕੀਤਾ ਆ ਕਿ ਪਾਵਨ ਸਰੂਪ ਸਾਡਾ ਬੜਾ ਪ੍ਰਾਚੀਨ ਹੈ। ਪਰ ਭੈਣ ਜੀ, ਜਿਹੜਾ ਸ਼ੁਰੂਆਤ ਵਿੱਚ ਤੇ ਅਖੀਰ ਦੇ ਵਿੱਚ ਉਹ ਹਿੰਦੂ ਧਰਮ ਦਾ ਚਿੰਨ੍ਹ ਹੈ, ਉਹ ਤੁਹਾਡੇ ਵੱਲੋਂ ਪਾਇਆ ਕਿ ਉਹ ਵੀ ਪੁਰਾਣਾ ਹੀ ਹੈ? ਪੁਰਾਣਾ ਹੀ ਹੈ ਜੀ, ਸਭ ਕੁਝ ਪੁਰਾਣਾ ਹੀ ਹੈ। ਇਹ ਤਾਂ ਕੁਛ ਨਹੀਂ ਕੀਤਾ ਗਿਆ, ਜੋ ਹੈ ਉਹ ਪਹਿਲਾਂ ਦਾ ਹੀ ਆ। ਪਰ ਪੈਨ ਦੇ ਨਾਲ 1991 ਲਿਖਿਆ ਹੋਇਆ, ਉਹ ਫਿਰ ਕਿਹਨਾਂ ਨੇ ਲਿਖਿਆ? ਮੈਂ ਨਹੀਂ ਦੇਖਿਆ ਜੀ। ਇਹ ਦੇਖੋ ਜੀ, ਇਹ ਗੱਲਾਂ ਜਿਹੜੀਆਂ ਆ, ਮੈਨੂੰ ਤਾਂ ਜੋ ਪਤਾ ਸੀਗਾ ਮੈਂ ਤੁਹਾਨੂੰ ਦੱਸ ਦਿੱਤਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ। ਦਰਸ਼ਕੋ, ਤੁਹਾਨੂੰ ਪਤਾ ਹੈ ਵੀ ਅਕਾਲ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਪਿੰਡ ਸਿਆਲਕਾ। ਮਾਮਲਾ ਸੀ ਪ੍ਰਾਚੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰੂਪ ਦਾ, ਜੋ 2016 ਦੇ ਵਿੱਚ ਬਲਵੀਰ ਸਿੰਘ ਮੁੱਛਲ ਇੱਕ ਪਰਿਵਾਰ ਦੇ ਕੋਲੋਂ ਲੈ ਕੇ ਆਏ ਨੇ। ਅੱਜ ਕਰੀਬ 4 ਸਾਲਾਂ ਬਾਅਦ ਉਹ ਮਾਮਲਾ ਦੁਬਾਰਾ ਅਖਬਾਰਾਂ ਦੀਆਂ ਸੁਰਖੀਆਂ ਬਣਦਾ। ਸੁਰਖੀਆਂ ਬਣਨ ਤੋਂ ਬਾਅਦ ਸਵਾਲ ਪਰਿਵਾਰ ਦੇ ਉੱਪਰ ਵੀ ਹੋਏ ਨੇ, ਜੋ ਹੋਏ ਨੇ ਉਹ ਤੁਸੀਂ ਸਾਰੇ ਸ਼ਰਵਣ ਕਰ ਸਕਦੇ ਹੋ। ਮਿਸਟੇਕਸ ਦੀ ਗੱਲ ਹੋਈ ਹੈ, ਕਦੋਂ ਲੈ ਕੇ ਆਏ ਨੇ, ਸਾਰਾ ਮਾਮਲਾ ਉਸੇ ਵੇਲੇ ਅਸੀਂ ਮੀਡੀਆ ਦੇ ਵਿੱਚ ਅੱਗੇ ਰੱਖ ਦਿੱਤਾ। ਹੁਣ ਵਾਰੀ ਹੈ ਬਲਵੀਰ ਸਿੰਘ ਮੁੱਛਲ ਜੀ ਦੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।
ਭਾਈ ਸਾਹਿਬ ਜੀ, ਪਰਿਵਾਰ ਜਿਨ੍ਹਾਂ ਦੇ ਕੋਲੋਂ 2016 ਦੇ ਵਿੱਚ ਤੁਸੀਂ ਪਾਵਨ 2 ਸਵਰੂਪ ਲੈ ਕੇ ਆਏ ਹੋ, ਉਹ ਪਰਿਵਾਰ ਵੀ ਸਿਆਲਕਾ ਪਿੰਡ ਵਿਖੇ ਮੌਜੂਦ ਹੈ, ਉਹ ਪਾਵਨ ਸਵਰੂਪ ਵੀ ਮੌਜੂਦ ਹੈ। ਸਭ ਤੋਂ ਪਹਿਲਾਂ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਉਹ ਪਾਵਨ ਸਵਰੂਪ ਤੁਸੀਂ ਕਿਉਂ ਲੈ ਕੇ ਆਏ ਸੀ, ਕੀ ਕਾਰਨ ਸੀ? ਜਦੋਂ ਅਸੀਂ ਇਹਨਾਂ ਦੇ ਘਰ ਗਏ ਆ, ਨਾਲ ਉੱਥੋਂ ਦੇ ਨਜ਼ਦੀਕ ਜਿਹੜਾ ਪੁਲਿਸ ਸਟੇਸ਼ਨ SHO ਇੱਕ ਦੀਆਂ ਮੇਰੇ ਸਾਂ 2 ਗੱਡੀਆਂ ਹੋਣਗੀਆਂ ਪ੍ਰਸ਼ਾਸਨ ਦੀਆਂ, ਨਾਲ ਹੀ ਸਿੱਖ ਤੇ ਤਾਲਮੇਲ ਕਮੇਟੀ ਜਿਹੜੇ ਉੱਥੋਂ ਦੇ ਨੁਮਾਇੰਦੇ ਨੇ, ਜਲੰਧਰ ਦੀ ਸੇਵਾ ਕਰਦੇ ਨੇ, ਇੱਕ ਦੁਸ਼ਟ ਦਮਨ ਦੇ ਸੇਵਾਦਾਰ ਨਾਲ ਗਏ ਆ। ਅਸੀਂ ਜਾ ਕੇ ਜਦੋਂ ਘਰ ਗਏ ਆ ਤੇ ਘਰ ਜਾ ਕੇ ਦਰਸ਼ਨ ਕੀਤੇ ਮਹਾਰਾਜ ਜੀ ਨੂੰ, ਤੇ ਉਹ ਇੱਕ ਸਟੋਰ ਦੇ ਵਿੱਚ ਮੇਜ਼ ਦੇ ਉੱਪਰ ਹੀ 2 ਧੰਨ ਗੁਰੂ ਗ੍ਰੰਥ ਸਾਹਿਬ ਜੀ, ਇੱਕ ਪੁਰਾਤਨ ਤੇ ਇੱਕ ਜਿਹੜੇ ਦੂਜੇ ਉਹ ਰੱਖੇ ਹੋਏ ਸਨ। ਨਾਲ ਹੀ ਪੱਥਰਾਂ ਦੀ ਪੂਜਾ, ਜਿੱਦਾਂ ਦੁੱਧ ਨਾਲ ਖੰਡ, ਇਹੋ ਜਿਹੀਆਂ ਚੀਜ਼ਾਂ ਪਈਆਂ ਹੋਈਆਂ ਸਨ। ਬਕਾਇਦਾ ਲਿਖਤੀ ਜਿਹੜਾ ਰਿਟਨ ਇਹਨਾਂ ਨੂੰ ਕਾਪੀ ਦੇ ਕੇ ਆਏ, ਉਹਦੇ 'ਤੇ ਲਿਖਿਆ ਹੋਇਆ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਕੱਲਾ ਅੰਗ ਹੋਇਆ ਸੀ ਜਿਹੜੇ ਪੁਰਾਤਨ ਸਨ, ਤੇ ਦੂਜੇ ਵੀ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਕੋਈ ਮਾਣ ਮਰਜ਼ਾਦਾ ਨਹੀਂ, ਭਾਵ ਕਿ ਸਟੋਰ ਹੀ ਜਿੱਥੇ ਇਹਨਾਂ ਦਾ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੁਭਾਇਮਾਨ ਸਨ। ਸਟੋਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ? ਹਾਂਜੀ ਜੀ, ਸਟੋਰ ਦੇ ਵਿੱਚ, ਸਟੋਰ ਵਾਲਾ ਕਮਰਾ ਸੀ ਇਹਨਾਂ ਦਾ, ਨਿੱਜੀ ਘਰ ਹੀ। ਜਿਹੜਾ ਦੂਸਰਾ ਕਮਰਾ ਸੀ ਜਿੱਥੇ ਭਾਈ ਰਣਬੀਰ ਸਿੰਘ ਜੀ ਲਿਖ ਰਹੇ ਸਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ, ਉਹ ਪੋਥੀਆਂ ਜਾਨੀ ਕਿ ਉਹ ਮੰਜੇ ਦੇ ਪਲੰਗੇ 'ਤੇ ਕੁਝ ਲੰਬਾਰੀ ਵਿੱਚ ਪਈਆਂ ਸਨ। ਅਸੀਂ ਤੁਸੀਂ ਉਤਾਰਾ ਕਰਨਾ ਵਾ, ਤੇ ਪਹਿਲਾਂ ਤੁਹਾਡੀ ਮਿਹਨਤ ਬੜੀ ਲੱਗ ਰਹੀ ਆ, ਕਿੰਨੇ ਸਾਲ ਹੋ ਗਏ ਆਪ ਜੀ ਨੂੰ। ਬਹੁਤ ਵਧੀਆ ਸੰਦਾਲ ਲਿਖਿਆ ਹੋਇਆ, ਕੋਈ ਟਕਸਾਲ ਦਾ ਸਿੰਘ ਲੈ ਆਓ, ਉਹਦੇ ਕੋਲੋਂ ਸੁਧਾਈ ਕਰਕੇ ਤੇ ਫਿਰ ਅੱਗੇ ਜਿਹੜੀ ਸਿਆਰੀ ਬਿਆਰੀ ਅੰਕੁਰ ਲੈ ਕੇ ਕੋਈ ਰਹਿ ਜਾਂਦੇ ਆ, ਉਹ ਨਾਲ ਲਿਖਿਓ ਜ਼ਰੂਰ। ਤੇ ਉਹ ਜਿਹੜੀਆਂ ਪੋਥੀਆਂ ਸੀ ਉਹ ਇਹਨਾਂ ਦੇ ਘਰੇ ਸੁਭਾਇਮਾਨ ਪਹਿਲੇ ਭਾਗ ਦੂਜੇ ਭਾਗ ਰਹਿਣ ਦਿੱਤੇ। ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੀ ਉਹ ਅਸੀਂ ਗੁਰਦੁਆਰਾ ਗੁਰੂ ਤੇਗ ਨਗਰ ਜਲੰਧਰ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ 9ਵੀਂ ਪਾਤਸ਼ਾਹ ਦੇ ਨਾਲ ਸੁਭਾਇਮਾਨ ਵਾ, ਉੱਥੇ ਹੀ ਸੁਭਾਇਮਾਨ ਕਰ ਰਹੇ ਹਾਂ। 1 ਸਾਲ ਤੇ ਕੁਝ ਮਹੀਨੇ, ਤਰੀਕ 1.5 ਸਾਲ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਇਹ ਉੱਥੇ ਹੀ ਸੁਭਾਇਮਾਨ ਰਹੇ ਹੋਣਗੇ। ਫਿਰ ਜਦੋਂ ਸਾਨੂੰ ਕੋਈ ਫੋਨ ਆਇਆ ਮੈਨੂੰ, ਕਿਉਂ ਇੰਨਾ 4 ਸਾਲ ਹੋ ਗਏ ਇਸ ਗੱਲ ਨੂੰ, ਜਿੱਦਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਭਾਈ ਕੁਲਦੀਪ ਸਿੰਘ ਜੀ ਘੋੜੇਵਾਹ, ਉਹ ਵੀ ਸੇਵਾ ਕਰਦੇ ਆ, ਉਹਨਾਂ ਨੂੰ ਕਿਹਾ ਮੈਂ ਕਿ ਜਲੰਧਰ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਲੈ ਆਓ। ਉਹਨਾਂ ਦੇ ਅੰਗ ਵੀ ਬਹੁਤ ਜ਼ਿਆਦਾ ਯਾਨੀ ਕਿ ਬਿਰਧ ਹੋਏ ਆ, ਦੇ ਵਿੱਚ ਅਲੱਗ ਹੋਏ ਆ। ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਤੇ ਘੋੜੇਵਾਹ ਪਿੰਡ ਦੇ ਵਿੱਚ ਜਿੱਥੇ ਪੁਰਾਤਨ ਕਿਲ੍ਹਾ ਕਿਹਾ ਜਾਂਦਾ, ਉੱਥੇ ਸੁਭਾਇਮਾਨ ਕਰ ਲਏ ਉਹਨਾਂ ਨੇ। ਮੁੜ ਕੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਗੱਲ ਚੱਲੀ ਆ ਕਿ ਭਾਈ ਬਲਬੀਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਪੁਰਾਤਨ ਪਰਿਵਾਰ ਕੋਲੋਂ, ਇਹ ਤੋਂ ਪਹਿਲਾਂ ਮੇਰੇ ਨਾਲ 2 ਮਹੀਨੇ ਭਾਈ ਜਿਹੜੇ ਗੁਰਿੰਦਰ ਸਿੰਘ ਜੀ ਸ਼ਹੀਦ ਪਰਿਵਾਰ ਟੈਣੀ ਦੇ ਭਰਾਤਾ ਜੀ, ਉਹਨਾਂ ਦਾ ਫੋਨ ਆਇਆ ਮੈਨੂੰ, ਤਕਰੀਬਨ 2 ਮਹੀਨੇ ਹੋ ਗਏ ਹੋਣਗੇ। ਇੱਕ ਇੰਗਲੈਂਡ ਤੋਂ ਸਿੰਘ ਸਨ, ਉਹਨਾਂ ਨੇ ਇਕੱਠੀ ਕਾਲ ਲਈ ਮੈਨੂੰ। ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਜਿੱਦਾਂ ਕਰਕੇ ਤੁਸੀਂ ਸ਼ਹੀਦ ਪਰਿਵਾਰ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁਰਾਤਨ ਲੈ ਕੇ ਆਏ ਜੀ। ਮੈਂ ਲੈ ਕੇ ਆਏ, ਭਾਈ ਕੁਲਦੀਪ ਸਿੰਘ ਜੀ ਉੱਥੋਂ ਲੈ ਕੇ ਸਨ। ਉਹਨਾਂ ਨੂੰ ਇਹੋ ਗੱਲ ਉਦੋਂ ਦੱਸੀ ਗੁਰੂ ਦੀ। ਨਹੀਂ, ਮੈਨੂੰ ਇਹਨੇ ਗੱਲ ਦੱਸੋ ਕਿ ਪਰਿਵਾਰ ਨੂੰ ਤੁਸੀਂ ਕੀ ਕਹਿ ਕੇ ਗਏ ਸੀ ਵੀ ਕਿੰਨੇ ਦਿਨਾਂ ਬਾਅਦ ਸਵਰੂਪ ਤੁਸੀਂ ਵਾਪਸ ਭੇਜ ਦਿਓਗੇ? ਵੇਖੋ ਜੀ, ਨਾ ਤੇ ਰਣਬੀਰ ਸਿੰਘ ਜੀ ਨੇ ਨਾ ਉਸ ਦੇ ਬੇਟੇ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਜੀ, ਕਿਉਂਕਿ ਉੱਥੇ ਕੋਈ ਸੋਖਾਸਨ ਨਹੀਂ, ਕੋਈ ਕਮਰਾ ਲੱਗ ਨਹੀਂ। ਕਹਿੰਦੇ ਅਸੀਂ ਕਮਰਾ ਬਣਾ ਲਵਾਂਗੇ। ਪਰ ਪਰਿਵਾਰ ਦਾ ਇਹ ਕਹਿਣਾ ਆ, ਪਰਿਵਾਰ ਕਹਿੰਦੇ ਕਿ ਅਸੀਂ ਬਾਰ-ਬਾਰ ਇਹਨਾਂ ਨਾਲ ਸੰਪਰਕ ਕੀਤਾ, ਨਾ ਤੇ ਸਾਡੇ ਨਾਲ ਚੱਜ ਤਰ੍ਹਾਂ ਗੱਲ ਕੀਤੀ, ਨਾ ਸਾਨੂੰ ਚੱਜ ਤਰ੍ਹਾਂ ਕੋਈ ਜਵਾਬ ਦਿੱਤਾ। ਜਿਹੜੇ ਜਿਨ੍ਹਾਂ ਨਾਲ ਗੱਲ ਕੀਤੀ, ਜੇ ਤੇ ਉਹ ਆਏ ਫਿਰ ਤੇ ਉਹਨਾਂ ਨਾਲ ਗੱਲ ਹੋ ਜੂਗੀ ਕਲੀਅਰ ਹੁਣੇ ਹੀ। ਇੱਕ ਜਿਹੜੇ ਇੰਗਲੈਂਡ ਤੋਂ ਸਿੰਘ ਆ, ਕਿਉਂਕਿ ਮੈਨੂੰ ਨਹੀਂ ਪਤਾ ਕਿ ਜੇ ਮੈਂ ਤੇ 2 ਮਹੀਨੇ ਪਹਿਲਾਂ ਦੀ ਗੱਲ ਕਰ ਰਿਹਾ, 2 ਮਹੀਨੇ ਪਹਿਲਾਂ ਜਿਹੜੀ ਗੱਲ ਹੋਈ ਆ। ਪਰ ਮੈਂ 2016 ਦੀ ਗੱਲ ਕਰਦਾ ਪਿਆ, ਜਦੋਂ ਤੁਸੀਂ ਸਵਰੂਪ ਲੈ ਕੇ ਆਏ ਹੋ। ਕਿਸੇ ਨੇ ਫੋਨ ਦੇ ਉੱਤੇ ਮੇਰੇ ਨਾਲ ਨਾ ਸਰਦਾਰ ਰਣਬੀਰ ਸਿੰਘ ਜੀ ਨੇ ਤੇ ਨਾ ਉਸ ਦੇ ਬੇਟੇ ਨੇ, ਕਿਸੇ ਪਰਿਵਾਰ ਦੇ ਜੀ ਨੇ ਮੇਰੇ ਨਾਲ ਨਹੀਂ ਗੱਲ ਕੀਤੀ। ਫਿਰ ਇੱਕ ਵਾਰ ਜੋ ਸੱਚਾਈ ਉਹ ਦੱਸ ਦੇਣੀ ਚਾਹੀਦੀ ਹੈ। ਅਸੀਂ ਪਾਲਕੀ ਸਾਹਿਬ ਬੱਸ ਬਣਾਉਣ ਵਾਸਤੇ ਸਰਦਾਰ ਆਪਣੇ ਸ਼ਾਲੀਮਾਰ, ਉਹਨਾਂ ਦਾ ਨਾਮ ਨੂੰ ਵਿਸਰ ਗਿਆ, ਕਿ ਉੱਥੇ ਗਏ ਸੀ ਤੇ ਉਹਨਾਂ ਨੇ ਸਾਨੂੰ ਗੱਲ ਕੀਤੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੇ ਦਿਓ। ਸ਼ਾਲੀਮਾਰ ਪਰਿਵਾਰ ਨੇ, ਅਸੀਂ ਇਹ ਸਿੰਘਾਂ ਨਾਲ ਸਲਾਹ ਕਰਾਂਗੇ, ਸਿੰਘਾਂ ਨਾਲ ਸਲਾਹ ਕਰਕੇ ਜਿੱਦਾਂ ਕਹੋਗੇ ਉੱਦਾਂ ਕਰ ਲਾਂਗੇ। ਅਸੀਂ ਜੇਕਰ ਭਾਈ ਰਣਬੀਰ ਸਿੰਘ ਦੇ ਭਰਾਤਾ ਜੀ ਦਾ ਫੋਨ ਆਇਆ ਵਾ 94-172 ਇੱਦਾਂ ਦਾ ਨੰਬਰ ਸੀ, ਤੇ ਉਦੋਂ ਵੀ ਉਹਨਾਂ ਨਾਲ ਇਹੋ ਹੀ ਗੱਲ ਹੋਈ ਆ ਕਿ ਅਸੀਂ ਸਿੰਘਾਂ ਨਾਲ ਸਲਾਹ ਕਰਕੇ ਤੇ 2 ਮਹੀਨੇ ਪਹਿਲਾਂ ਜਿਹੜੀ ਗੱਲ ਹੋਈ ਆ ਕਿ ਦੇ ਦੇਵਾਂਗੇ। ਇਹ ਉਹ ਕੁਲਦੀਪ ਸਿੰਘ ਘੋੜੇਵਾਹ ਦੇ ਕੋਲ ਆ, ਇਹ ਨਹੀਂ ਕਿਹਾ ਕਿ ਸਾਡੇ ਕੋਲ ਆ। ਤੇ ਹੁਣ ਵੀ ਜਦੋਂ ਅਸੀਂ ਲੈ ਕੇ ਆਏ ਤੇ ਕੁਲਦੀਪ ਸਿੰਘ ਘੋੜੇਵਾਹ ਜਿਹੜਾ ਸੀ ਉਹ ਸਿੰਘ ਇੱਥੇ ਨਹੀਂ, ਬਾਹਰ ਗਿਆ ਸੀ, ਜਿਸ ਕਰਕੇ ਉਹਨਾਂ ਸੰਪਰਕ ਨਹੀਂ ਹੋ ਸਕਿਆ। ਅਸੀਂ ਫਿਰ ਲਿਆ ਕੇ ਤੇ ਇਹ 19 ਤਰੀਕ ਵਾਲੇ ਦਿਨ ਬੁੱਧਵਾਰ ਇੱਥੋਂ 2 ਗੱਡੀਆਂ, ਇੱਕ ਪਾਲਕੀ ਸਾਹਿਬ ਤੇ ਇੱਕ ਉੱਦਾਂ ਸਿੰਘਾਂ ਵਾਲੀ ਗੱਡੀ, ਕਾਫੀ ਸਿੰਘ ਉੱਥੇ ਗਏ ਤੇ ਸਤਿਗੁਰਾਂ ਨੂੰ ਲਿਆ ਕੇ ਤੇ ਇਹ ਗੁਰਦੁਆਰਾ ਸਾਹਿਬ ਸੁਭਾਇਮਾਨ ਕਰ ਦਿੱਤੇ ਆ। ਇਹ ਕਿਉਂਕਿ ਤੁਸੀਂ ਸੇਵਾ ਸੰਭਾਲ ਵੀ ਕੀਤੀ ਹੈ, ਜਿਵੇਂ ਤੁਸੀਂ ਦੱਸਿਆ ਵੀ ਅੰਗ ਹੋਏ ਸਨ। ਹਾਂ, ਸੇਵਾ ਸੰਭਾਲ ਵੀ ਜਿਹੜੀ ਉਹ ਮਹਾਰਾਜ ਨੇ ਉਹ ਸਿੰਘਾਂ ਨੇ ਕੀਤੀ ਆ। ਤੇ ਜਦੋਂ ਪਹਿਲਾਂ ਅਸੀਂ ਦਰਸ਼ਨ ਕੀਤੇ ਉਦੋਂ ਕੱਲਾ ਅੰਗ ਹੋਇਆ ਸੀ, ਮਹਾਰਾਜ ਜੀ ਦਾ ਕੱਲਾ ਅੰਗ ਹੋਇਆ ਸੀ। ਤੇ ਅਸੀਂ ਜਿਹੜੀਆਂ ਗੱਲਾਂ ਵਿੱਚੋਂ ਉਹਨਾਂ ਨੇ ਭਾਈ ਕੁਲਦੀਪ ਸਿੰਘ ਨੇ ਸਾਨੂੰ ਦੱਸੀਆਂ ਸੀ,
ਉਹ ਫਿਰ ਅਸੀਂ ਸੋਚਿਆ ਕਿ ਪਰਿਵਾਰ ਜਿਹੜਾ ਕੁਰਬਾਨੀ ਵਾਲਾ ਵਾ, ਆਪਣਾ ਪਰਿਵਾਰ ਵਾ, ਅਤੇ ਇੱਦਾਂ ਫਿਰ ਕੌਮ ਦੀ ਬੜੀ ਵੱਡੀ ਬਦਨਾਮੀ ਹੋਣੀ ਆ। ਅਤੇ ਇਸ ਕਰਕੇ ਅਸੀਂ ਫਿਰ ਉਹ ਗੱਲ ਜਿਹੜੀ ਨਹੀਂ ਗੱਲ ਕੀਤੀ ਕਿਸੇ ਮੀਡੀਆ ਨੇ ਮੈਨੂੰ ਬਹੁਤ ਵਾਰਾਂ ਸਵਾਲ ਜਵਾਬ ਜਿਹੜੇ ਕੀਤੇ, ਅਤੇ ਮੈਂ ਉਹਨਾਂ ਨੂੰ ਬਸ ਇੱਕ ਕਿਹਾ ਸਾਡਾ ਆਪਣਾ ਪਰਿਵਾਰ ਵਾ। ਅਤੇ ਉਹਨਾਂ ਨਾਲ ਗੱਲ ਭਾਈ ਸੁਖਜੀਤ ਸਿੰਘ ਖੋਸਾ ਜੀ ਵੀ ਚੱਲ ਰਹੀ ਆ, ਅਤੇ ਕੋਈ ਗੱਲ ਨਹੀਂ, ਜਿਵੇਂ ਕਹਿਣਗੇ ਸਿੰਘ ਉੱਦਾਂ ਹੀ ਹੋਊਗਾ। ਤੁਸੀਂ ਸਰੂਪ ਲੈ ਕੇ ਕਿੰਨੇ ਆਏ ਸੀ? ਉੱਥੋਂ ਇੱਕ ਪੁਰਾਤਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਇਆ, ਇੱਕ ਪਾਤਸ਼ਾਹੀ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦਾ ਬਿਲਕੁਲ ਸਤਿਕਾਰ ਨਹੀਂ ਹੈਗਾ। ਇਹ ਤਾਂ ਗੁਰੂ ਦੀ ਹਜ਼ੂਰੀ ਲਿਖਿਆ ਹੋਇਆ ਬਕਾਇਦਾ, ਜੋ ਉੱਥੇ ਮੂਰਤੀ ਪੂਜਾ ਹੋ ਰਹੀ। ਇਹਨਾਂ ਨੇ ਕਿਹਾ ਸੀ ਕਿ ਅਸੀਂ ਕਮਰਾ ਵੀ ਤਿਆਰ ਕਰ ਲਾਂਗੇ, ਸੁੱਖ ਆਸਣ ਵੀ ਤਿਆਰ ਕਰ ਲਾਂਗੇ। ਇਹਨਾਂ ਨੇ ਮੁੜ ਕੇ ਗੁਰੂ ਦੀ ਹਜ਼ੂਰੀ ਹੈ, ਗੁਰੂ ਦੀ ਸੰਗਤ ਵਾ, ਇਹਨਾਂ ਨੇ ਕੋਈ ਸਾਡੇ ਨਾਲ ਉਦੋਂ ਨਹੀਂ ਕੋਈ ਸੰਪਰਕ ਕੀਤਾ ਕਿ ਅਸੀਂ ਕਮਰਾ ਤਿਆਰ ਕਰ ਲਿਆ, ਆਣ ਕੇ ਵੇਖ ਲਓ। ਅਤੇ ਅਸੀਂ ਫਿਰ ਇਹ ਸਰਦਾਰ ਜਿਹੜੇ ਗੁਰਦੁਆਰਾ ਸਾਹਿਬ ਦੇ ਗਾਬਾ ਜੀ ਆ, ਉਹਨਾਂ ਨੂੰ ਨਹੀਂ ਇਹ ਗੱਲ ਕਹੀ ਹੋਊਗੀ ਕਿ ਤੁਸੀਂ ਉਹਨਾਂ ਨੂੰ ਦੇਣੇ ਨਹੀਂ ਆ, ਇਹ ਵੀ ਨਹੀਂ ਗੱਲ ਕਹੀ ਹੋਊਗੀ, ਕਿਉਂਕਿ ਉੱਥੇ ਹੀ ਘੱਟੋ ਘੱਟ 1.5 ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨ ਗੁਰਦੁਆਰਾ ਸਾਹਿਬ 'ਚ ਹੀ ਰਹੇ ਆ, ਜਿਹੜੇ ਪੁਰਾਤਨ ਵੀ ਅਤੇ ਜਿਹੜੇ ਦੂਜੇ ਵੀ ਉੱਥੇ ਹੀ। ਪਰਿਵਾਰ ਦਾ ਕਹਿਣਾ ਹੈ ਕਿ ਤੁਸੀਂ ਉਹਨਾਂ ਨੂੰ ਵੀ ਇਹ ਗੱਲ ਕਹਿ ਕੇ ਵੀ ਥੋੜ੍ਹੇ ਦਿਨਾਂ ਬਾਅਦ ਅਸੀਂ ਜਿਹੜਾ ਪਾਵਨ ਸਰੂਪ ਹੈ ਤੁਹਾਨੂੰ ਵਾਪਸ ਕਰ ਦਿਆਂਗੇ, ਉੱਥੇ ਵੀ ਸਾਨੂੰ ਗੁੰਮਰਾਹ ਕੀਤਾ ਗਿਆ। ਅਤੇ ਉਹਨਾਂ ਦਾ ਕਹਿਣਾ ਹੈ ਵੀ ਗਾਬਾ ਜੀ ਨੂੰ ਵੀ ਗੁੰਮਰਾਹ ਕੀਤਾ ਗਿਆ ਵੀ ਤੁਹਾਨੂੰ ਉਹ ਸਰੂਪ ਅਸੀਂ ਲੈ ਕੇ ਜਾ ਰਹੇ ਹਾਂ, ਵਾਪਸ ਕਰ ਦਿਆਂਗੇ। ਕਹਿੰਦੇ ਦੋਵਾਂ ਜਣਿਆਂ ਨੂੰ ਗੁੰਮਰਾਹ ਕਰਕੇ ਸਰੂਪ ਦੇ ਕੇ ਨਹੀਂ ਗਏ। ਗੁੰਮਰਾਹ ਜਿਹੜਾ ਕਰਨਾ ਕਿ ਨਹੀਂ, ਉਹ ਤਾਂ ਇਹ ਜਿਹੜੇ ਸਤਿਗੁਰਾਂ ਦੇ, ਜਾਂ ਜਿਹੜੇ ਸਤਿਗੁਰਾਂ ਦੇ ਨਾਲ ਸਿੰਘ ਵਰਤਦੇ ਆ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਇਹ ਸਾਨੂੰ ਫਿਰ ਇਹਦਾ ਧੋਖਾ ਜਿਹੜਾ ਵਾ ਆਉਣ ਵਾਲੇ ਸਮੇਂ ਜੇ ਗੁਰੂ ਦੀ ਸੰਗਤ ਨਾਲ ਅਤੇ ਗੁਰੂ ਨਾਲ ਕਰਾਂਗੇ, ਉਹ ਫਿਰ ਸਾਨੂੰ ਉਹਦੀ ਮਾਰ ਪੈ ਸਕਦੀ। ਜਿਹੜਾ ਤੁਸੀਂ ਲੈਟਰ ਦੇ ਕੇ ਆਏ ਉਹ 'ਚ ਕੀ ਲਿਖਿਆ ਹੋਇਆ ਹੈ ਔਰ ਪਰਿਵਾਰ ਨੇ ਐਕਸੈਪਟ ਵੀ ਕੀਤਾ ਹੋਏਗਾ? ਮੈਂ ਆਪ ਜੀ ਨੂੰ ਬੇਨਤੀ ਕੀਤੀ ਜੇ ਸੰਪਰਕ ਕਰ ਲੈਂਦੇ ਕਿ ਅਸੀਂ ਕਮਰਾ ਤਿਆਰ ਕਰ ਲਿਆ ਵਾ, ਕਿਉਂਕਿ ਜਿੱਦਾਂ ਅਸੀਂ ਜ਼ਿੰਮੇਵਾਰ ਸਿੰਘ ਅੱਜ ਇੱਥੇ ਆਏ ਆ, ਭਾਈ ਤਰੋੜ ਸਿੰਘ ਸੋਹਲ ਆਇਆ, ਭਾਈ ਸੁਖਜੀਤ ਸਿੰਘ ਜੀ ਖੋਸੇ ਆਏ, ਬਾਜੇ ਕੇ ਆ, ਭਾਈ ਮਨਜੀਤ ਸਿੰਘ ਸੋਹਲ ਆ, ਆਪ ਜੀ ਭਾਈ ਨਿਸ਼ਾਨ ਸਿੰਘ ਜੀ, ਸਾਰੇ ਸਿੰਘ। ਜਦੋਂ ਅਸੀਂ ਕੋਈ ਜਾਂਦੇ ਹਾਂ ਕਾਰਵਾਈ, ਅਤੇ ਸਾਰੇ ਸਿੰਘਾਂ ਨਾਲ ਫੋਨ 'ਤੇ ਰਾਬਤਾ ਕਰਕੇ ਉੱਥੇ ਫਿਰ ਗੱਲ ਵੀ ਦੱਸੀ ਦੀ ਆ ਕਿ ਆਹ ਉੱਥੇ ਮਨਮਤ ਹੋ ਰਹੀ ਹੈ, ਜਿੱਦਾਂ ਲਿਖਿਆ ਹੋਇਆ ਹੈ ਬਕਾਇਦਾ ਇਹਨਾਂ ਦੇ ਵਿੱਚ ਕਿ ਇੱਥੇ ਪੱਥਰਾਂ ਦੀ ਪੂਜਾ, ਬਕਾਇਦਾ ਇਹ ਚੀਜ਼ਾਂ ਲਿਖੀਆਂ। ਇਹ ਫਿਰ ਸਾਰੇ ਜ਼ਿੰਮੇਵਾਰ ਸਿੰਘਾਂ ਨਾਲ ਗੱਲ ਕਰੀਦੀ ਆ, ਜਿਵੇਂ ਜ਼ਿੰਮੇਵਾਰ ਸਿੰਘ ਕਹਿੰਦੇ ਉੱਦਾਂ ਫਿਰ ਕਰੀਦਾ। ਹਾਂਜੀ ਹਾਂਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ। ਪਰ ਮਾਮਲਾ ਫਿਰ ਆ ਗਿਆ ਵੀ ਦੂਸਰਾ ਪਾਵਨ ਸਰੂਪ ਉਹ ਕਿੱਥੇ ਹੈ? ਉੱਥੇ ਹੀ ਗੁਰਦੁਆਰਾ ਸਾਹਿਬ ਉਹਨਾਂ ਦੇ ਕੋਲ ਹੀ, ਗਾਬਾ ਜੀ ਦੇ ਕੋਲ ਹੀ, ਉਹ ਨਹੀਂ ਲੈ ਕੇ ਆਏ ਸੀ। ਅੱਛਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜਿੱਥੇ ਗਾਬਾ ਜੀ ਪ੍ਰਧਾਨ ਨੇ, ਉੱਥੇ ਹੀ ਆ ਜੀ ਉਹ ਸੁਭਾਏਮਾਨ, ਅਸੀਂ ਨਹੀਂ ਲੈ ਕੇ ਆਏ। ਜੇ ਪਰਿਵਾਰ ਤੁਹਾਡੇ ਨਾਲ ਸੰਪਰਕ ਕਰਦਾ ਤੇ ਤੁਸੀਂ ਉਹ ਜਾ ਕੇ ਜਗ੍ਹਾ ਦੇਖਦੇ, ਉਸ ਤੋਂ ਬਾਅਦ ਕੀ ਸਰੂਪ ਵਾਪਸ ਕਰ ਦਿੰਦੇ? ਅਸੀਂ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ, ਜਿਵੇਂ ਕਿਉਂਕਿ ਇਹ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਜਿਹੜੇ ਆ ਇਹ ਬਹੁਤ ਜ਼ਿਆਦਾ ਗੁਰਬਾਣੀ ਦੇ ਪਾਵਨ ਪਵਿੱਤਰ ਸ਼ਬਦ ਜਿਹੜੇ ਉਹ ਸ਼ੁੱਧ ਨਹੀਂ ਹੈਗੇ, ਲਾਗ ਮਾਤਰਾ ਵੀ, ਅਤੇ ਜਿਹੜੀਆਂ ਸਿਹਾਰੀਆਂ ਬਿਹਾੜੀਆਂ ਔਂਕੜ ਲੈਂਕੜੇ ਅਤੇ ਪਾਵਨ ਪਵਿੱਤਰ ਗੁਰਬਾਣੀ ਦੀ ਸੋਧ ਨਹੀਂ ਹੈਗੀ। ਜਿਸ ਕਰਕੇ ਫਿਰ ਜਦੋਂ ਸਰੂਪ ਲੈ ਕੇ ਆਏ ਸੀ, ਕੀ ਉਦੋਂ ਤੁਹਾਨੂੰ ਪਤਾ ਸੀ? ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਏ, ਉਦੋਂ ਹੀ ਲੈ ਕੇ ਆਏ ਕਿ ਕੱਲਾ ਕੱਲਾ ਇਸ ਦਾ ਅੰਗ ਵਾ, ਕੱਲਾ ਕੱਲਾ ਇਸ ਦਾ ਅੰਗ ਵਾ, ਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਮੈਂ ਕੋਲੋਂ ਨਹੀਂ ਕਰ ਰਿਹਾ, ਇਹਨਾਂ ਦੇ ਕੋਲ ਫੋਟੋਆਂ ਵੀ ਆ, ਕਿਉਂਕਿ ਇਹਦੇ ਵਿੱਚ ਧਾਗਾ ਜਿਵੇਂ ਹੁੰਦਾ ਅਤੇ ਉਹਦੇ ਟੁੱਟਣ ਦੇ ਨਾਲ ਕੱਲਾ ਕੱਲਾ ਅੰਗ ਹੋ ਜਾਂਦਾ। ਅਤੇ ਇਹ ਜਦੋਂ ਫਿਰ ਅਸੀਂ ਪ੍ਰਕਾਸ਼ਮਾਨ ਕਰਕੇ ਜਿੱਦਾਂ ਸਿੰਘਾਂ ਨੇ ਵੇਖਿਆ, ਜ਼ਿੰਮੇਵਾਰ ਸਿੰਘਾਂ ਨੇ ਵੇਖਿਆ, ਅਤੇ ਉਦੋਂ ਸਾਨੂੰ ਪਤਾ ਲੱਗਾ ਅਤੇ ਇਹਦੇ ਵਿੱਚ ਕਾਫੀ ਯਾਨੀ ਕਿ ਜਿਹੜੀ ਉਹ ਗੁਰਬਾਣੀ ਜਿਹੜੀ ਉਹ ਸ਼ੁੱਧ ਨਹੀਂ ਹੈਗੀ, ਸਿਹਾਰੀਆਂ ਬਿਹਾੜੀਆਂ ਔਂਕੜ ਲੈ ਕੇ ਕਾਫੀ ਰਹਿ ਗਏ ਆ। ਜਿਸ ਕਾਰਨ ਅਸੀਂ ਮੀਡੀਆ ਦੇ ਵਿੱਚ ਗੱਲ ਨਹੀਂ, ਬਹੁਤ ਮੈਨੂੰ ਫੋਨ ਜਲੰਧਰ ਤੋਂ ਹੀ ਆਏ, ਬੜਾ ਫੋਨ ਆਇਆ ਮੈਨੂੰ। ਮੈਂ ਨਹੀਂ, ਉਹ ਸਾਡਾ ਪਰਿਵਾਰ ਆਪਣਾ ਸ਼ਹੀਦ ਪਰਿਵਾਰ ਵਾ, ਜਿਵੇਂ ਇਹ ਸਿੰਘ ਕਹਿਣਗੇ ਉੱਦਾਂ ਹੀ ਕਰਾਂਗੇ। ਹਾਂਜੀ ਹਾਂਜੀ। ਵੀ ਮੁੱਖ ਕਾਰਨ ਤੁਸੀਂ ਸਰੂਪ ਲਿਆਉਣ ਦਾ ਕੀ ਮੰਨਦੇ ਹੋ ਵੀ ਜਿਹੜਾ ਮੁੱਖ ਕਾਰਨ ਹੈ ਵੀ ਆਹ ਕਾਰਨ ਹੈ, ਇਸ ਕਰਕੇ ਅਸੀਂ ਉੱਥੇ ਗਏ ਸਾਂ, ਸਰੂਪ ਲੈ ਕੇ ਵਾਪਸ ਆ ਗਏ? ਜਿਹੜਾ ਮੁੱਖ ਕਾਰਨ ਇਹ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਾ ਕੇ ਦਰਸ਼ਨ ਕੀਤੇ ਆ, ਜੋ ਸਤਿਗੁਰਾਂ ਦਾ ਸਤਿਕਾਰ ਹੋਣਾ ਚਾਹੀਦਾ ਸੀ ਉਹ ਹੋ ਨਹੀਂ ਸੀ ਰਿਹਾ। ਇਹ ਉੱਥੋਂ ਦਾ ਪਰਿਵਾਰ ਜਾਂ ਪ੍ਰਸ਼ਾਸਨ ਅਤੇ ਜਾਂ ਉੱਥੋਂ ਦੀਆਂ ਜਥੇਬੰਦੀਆਂ ਨੇ ਉਸ ਵੇਲੇ ਅੱਖਾਂ ਨਾਲ ਜੋ ਵੇਖਿਆ ਉਹ ਦੱਸਣ ਦੇ ਬਾਹਰੀ ਆ। ਪ੍ਰਸ਼ਾਸਨ ਨਾਲ ਗਿਆ ਸੀ? ਪ੍ਰਸ਼ਾਸਨ ਨਾਲ ਗਿਆ ਸੀ, ਹਾਂ, ਕੋਈ ਜਬਰੀ ਨਹੀਂ, ਲਿਖਤੀ ਰੂਪ ਦੇ ਵਿੱਚ। ਉਹ ਜਿਹੜੀਆਂ ਚੀਜ਼ਾਂ ਉੱਥੇ ਅਸੀਂ ਵੇਖੀਆਂ ਵਾ ਸਤਿਗੁਰੂ ਦੀ ਪਵਿੱਤਰ ਗੁਰਬਾਣੀ ਦੀਆਂ ਅਤੇ ਗੁਰੂ ਸਾਹਿਬ ਦੀਆਂ ਪੋਥੀਆਂ ਦੀਆਂ, ਉਹ ਦੱਸਣ ਤੋਂ ਬਾਹਰ ਹੀ। ਜਦੋਂ ਇਹ ਚੀਜ਼ਾਂ ਆਈਆਂ, ਨਾ ਹੀ ਮੀਡੀਆ ਨੂੰ ਗੱਲ ਦਿੱਤੀ, ਜੇਕਰ ਸਾਨੂੰ ਇਹ, ਕਿਉਂਕਿ ਪਰਿਵਾਰ ਸ਼ਹੀਦ ਪਰਿਵਾਰ ਹੀ, ਅਤੇ ਜਿਸ ਕਰਕੇ ਅਸੀਂ ਕਿਹਾ ਕਿ ਨਹੀਂ, ਇਹ ਮੀਡੀਆ ਵਿੱਚ ਗੱਲ ਨਹੀਂ ਦੇਣੀ। ਉੱਥੇ ਹੀ ਜਥੇਬੰਦੀਆਂ ਨੇ ਬਹਿ ਕੇ ਜਿਹੜੀ ਗੱਲ ਵਾ ਯਾਨੀ ਕਿ ਗੁਰਦੁਆਰਾ ਸਾਹਿਬ ਸੁਭਾਏਮਾਨ ਕਰ। ਤੁਹਾਡੇ 'ਤੇ ਇੱਕ ਹੋਰ ਇਲਜ਼ਾਮ ਇਹ ਲੱਗ ਰਿਹਾ ਹੈ ਕਿ 2 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਆਏ, ਨਾਲ ਸਾਡਾ ਇਤਿਹਾਸਿਕ ਲਿਟਰੇਚਰ ਸੀ, ਟੋਕਰਾ ਭਰ ਕਿਉਂ ਵੀ ਲਏ? ਜਿੱਥੇ ਵੀ ਜਾਈਦਾ ਵਾ ਅਸੀਂ ਲਾਗਲੇ ਹੀ ਗੁਰਦੁਆਰਾ ਸਾਹਿਬ ਸੁਭਾਏਮਾਨ ਕਰ ਦਿੰਦੇ ਹਾਂ। ਜਿੰਨੇ ਵੀ ਸਿੰਘ ਵਾ ਸਾਰੇ ਪਰਿਵਾਰ ਵਾਲੇ ਆ, ਪੜ੍ਹੇ ਲਿਖੇ ਆ, ਕੋਈ ਉਹੋ ਜਿਹੇ ਨਹੀਂ ਹੈਗੇ ਹੁਲੜਬਾਜੀ ਵਾਲੇ ਜਾਂ ਜਿਹਨੂੰ ਮਰਜ਼ੀ ਤੁਰ ਪਈਏ। ਜਿੱਥੇ ਸਾਨੂੰ ਕੋਈ ਸ਼ਿਕਾਇਤ ਕਰਦਾ ਵਾ, ਜਦੋਂ ਕੋਈ ਦੱਸਦਾ ਵਾ ਕਿ ਉੱਥੇ ਆਹ ਚੀਜ਼ਾਂ ਹੋ ਰਹੀਆਂ, ਉਹਦੇ ਹਿਸਾਬ ਨਾਲ ਹੀ ਜਾਈਦਾ ਅਤੇ ਉੱਥੇ ਹੀ ਗੁਰਦੁਆਰਾ ਸਾਹਿਬ ਨਜ਼ਦੀਕ ਸੁਭਾਏਮਾਨ ਕਰ ਦਈਦਾ। ਕਿਉਂਕਿ ਜਦੋਂ ਅਸੀਂ ਕੋਈ ਲਿਟਰੇਚਰ ਕਹਿੰਦੇ ਜਿੱਦਾਂ ਲੈ ਆਉਂਦੇ ਆ,
ਜੇ ਅਸੀਂ ਸ੍ਰੀ ਗੋਂਦਵਾਲ ਸਾਹਿਬ ਲੈ ਕੇ ਜਾਂਦੇ ਨਾ ਤੇ ਉਹ ਰਮਾਲੇ ਸਾਹਿਬ ਲੈਂਦੇ ਮਹਾਰਾਜ ਦੇ, ਨਾ ਉਹ ਲਿਟਰੇਚਰ ਲੈਂਦੇ ਆ। ਬਸ ਕੱਲੀਆਂ ਪਵਿੱਤਰ ਪੋਥੀਆਂ ਜਿਵੇਂ ਆ ਇਹ ਚੀਜ਼ਾਂ ਜਿਹੜੀਆਂ ਉਹ ਕਹਿੰਦੇ ਸਾਨੂੰ ਦੇ ਕੇ ਜਾਓ, ਬਾਕੀ ਕੋਈ ਚੀਜ਼ ਨਹੀਂ ਇੱਥੇ ਦੇ ਕੇ ਜਾਣੀ। ਜਿਸ ਕਰਕੇ ਨਾ ਹੀ ਜਿਹੜੀਆਂ ਬਿਰਧ ਪੋਥੀਆਂ ਵਾ ਪਿੰਡਾਂ ਦੇ ਵਿੱਚੋਂ ਜਿੱਥੇ ਹੁੰਦੀਆਂ ਉਹ ਲੈ ਕੇ ਕੱਲੀਆਂ ਆਈ ਦੀਆਂ ਵਾ, ਬਾਕੀ ਜੋ ਉੱਥੇ ਮਹਾਰਾਜ ਦੀਆਂ ਸਭਾਵਾਂ ਮਨ ਕਰ ਰਹੀਆਂ ਗੁਰਦੁਆਰਾ ਸਾਹਿਬ। ਹਾਂਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ। ਕੋਈ ਸਵਾਲ ਹੈ ਤੁਹਾਡੇ ਮਨ ਦੇ ਵਿੱਚ ਜਿਹੜਾ? ਜੀ ਮੁੱਛਲ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਸਵਾਲ ਇਹੀ ਹੈ ਕਿ ਤੁਸੀਂ ਸਤਿਕਾਰ ਦੇ ਕਹਿ ਕੇ ਲੈ ਕੇ, ਅਸੀਂ ਵੀ ਸਤਿਕਾਰ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦਾ। ਅਸੀਂ ਤੁਹਾਡੇ 'ਤੇ ਵਿਸ਼ਵਾਸ ਕੀਤਾ ਕਿ ਹਾਂਜੀ ਅਸੀਂ ਵੀ ਕਮੀ ਹੈਗੀ, ਅਸੀਂ ਆਪ ਚਾਹੁੰਦੇ ਵੀ ਸਤਿਕਾਰ ਮਹਾਰਾਜ ਦਾ ਹੋਵੇ, ਇਹ ਨਹੀਂ ਕਿ ਨਾਮ ਬੇਦਬੀ ਸਾਡੇ ਤੋਂ ਹੋ ਜਾਵੇ। ਅਸੀਂ ਇਹ ਭਰੋਸਾ ਕਰਕੇ ਇਹਨਾਂ ਨੂੰ ਸਰੂਪ ਸੌਂਪ ਦਿੰਦੇ। ਪਰ 16 ਦਿਨਾਂ ਦਾ ਲਿਖਤੀ ਕਿ 16 ਦਿਨਾਂ ਬਾਅਦ ਅਸੀਂ ਵਾਪਸ ਕਰ ਦਿਆਂਗੇ, ਪਰ ਉਹ ਹਜੇ ਤੱਕ ਨਹੀਂ ਵਾਪਸ ਕੀਤੇ। ਇਹ ਕਹਿੰਦੇ ਮੈਨੂੰ ਸੰਪਰਕ ਨਹੀਂ ਕੀਤਾ। ਹੈਪੀ ਭਾਜੀ ਉਹਨਾਂ ਨੇ ਸੰਪਰਕ ਕੀਤਾ, ਇੰਗਲੈਂਡ ਤੋਂ ਕਿੰਨੇ ਸੰਪਰਕ ਕੀਤੇ, ਡੈਡੀ ਮੇਰੇ ਖੁਦ ਫੋਨ ਕਰਦੇ ਰਹੇ, ਸ਼ਾਲੀ ਮਾਜੀ ਨੇ ਸੰਪਰਕ ਕੀਤਾ। ਸਾਨੂੰ ਕੋਈ ਜਵਾਬ ਹੀ ਨਹੀਂ, ਦੱਸਾਂਗੇ ਫਿਰ ਬਾਅਦ 'ਚ ਫੋਨ ਚੱਕਣੇ ਬੰਦ ਕਰਤੇ। ਇਹਨਾਂ ਨੇ ਫੇਸਬੁੱਕ 'ਤੇ ਪਾਇਆ ਕਿ ਉੱਥੇ ਗੁਰਦੁਆਰਾ ਨੌਵੀਂ ਪਾਤਸ਼ਾਹ ਕਹਿੰਦੇ ਕਿ ਜਗ੍ਹਾ ਘੱਟ ਸੀਗੀ ਅਤੇ ਸਾਡੇ ਤੋਂ ਲੈ ਜਾਓ। ਜਦ ਕਿ ਮੈਂ ਉਹਨਾਂ ਦੇ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਆ, ਉਹ ਕਹਿੰਦੇ ਮੈਂ ਇੱਦਾਂ ਕੁਛ ਨਹੀਂ ਕਿਹਾ। ਇਹਨਾਂ ਨੇ ਮੈਨੂੰ ਕਿਹਾ ਕਿ ਮੈਂ ਦਰਸ਼ਨ ਕਰਾਉਣੇ ਸਿੰਘਾਂ ਨੂੰ ਅਤੇ ਮੈਂ ਵਾਪਸ ਕਰ ਜਾਵਾਂਗਾ। ਉਹਨਾਂ ਨੇ ਕਿਹਾ ਅਮਾਨਤ ਹੈ ਕਿਸੇ ਦੀ, ਇੱਦਾਂ ਨਾ ਕਰਿਓ। ਕਹਿੰਦੇ ਵਾਪਸ ਮੈਂ ਕਰ ਜਾਵਾਂਗਾ। ਪਰ ਇਹਨਾਂ ਨੇ ਮੈਂ ਚਾਹਾਂਗਾ ਵੀ ਇੱਕ ਸਵਾਲ ਕਰਕੇ ਆਪਾਂ ਕਰਦੇ, ਫਿਰ ਥੋੜ੍ਹਾ ਜਿਹਾ ਨਾ ਆਪਾਂ ਦੇ ਰਿਪਲਾਈ ਅੱਛਾ ਆ ਜਾਂਦਾ ਅਤੇ ਗੱਲ ਕਲੀਅਰ ਹੋ ਜਾਂਦੀ। ਹਾਂਜੀ ਮੁੱਛਲ ਸਾਹਿਬ, ਤੁਸੀਂ ਕਹਿੰਦੇ ਸੀ ਕਿ ਇਹ ਉੱਧਰ ਗੁਰਦੁਆਰੇ ਨੇ ਕਿਹਾ ਕਿ ਨੌਵੀਂ ਪਾਤਸ਼ਾਹ ਜੀ ਨੇ ਕਿ ਇਹ ਜਗ੍ਹਾ ਘੱਟ ਸੀਗੀ, ਇਸ ਲਈ ਮੈਂ ਇੱਥੋਂ ਲੈ ਚੱਲਣਾ। ਪਰ ਉਹਨਾਂ ਨੇ ਮੇਰੀ ਗੱਲ ਹੋਈ ਹੈ, ਉਸ ਇੱਥੇ ਦੱਸ ਵੀ ਸਕਦੇ, ਰਿਕਾਰਡਿੰਗ ਵੀ ਹੈਗੀ ਉਹਨਾਂ ਦੀ, ਕਿ ਮੈਂ ਅਜਿਹਾ ਕੁਛ ਨਹੀਂ ਕਿਹਾ। ਇਸ ਬਾਰੇ ਤੁਹਾਡਾ ਕੀ ਕਹਿਣਾ ਇਸ ਬਾਰੇ? ਵੇਖੋ ਜੀ, ਜਾਂ ਤਾਂ ਗਾਬਾ ਸਿੰਘ ਜੀ ਫੋਨ 'ਤੇ ਨਹੀਂ ਬਹਿ ਕੇ ਸਭਾ ਦੇ ਵਿੱਚ ਗੱਲ ਕਰੀਏ ਅਤੇ ਮੀਡੀਆ ਦੇ ਵਿੱਚ ਭਾਵੇਂ ਗੱਲ ਕਰ ਲਈਏ। ਇਹ ਗੱਲ ਹੁੰਦੀ ਆ ਸਭਾ ਦੇ ਵਿੱਚ, ਸੰਗਤ ਦੇ ਵਿੱਚ ਮੈਂ ਕੁਝ ਕਹੀ ਜਾਵਾਂ, ਗਾਬਾ ਜੀ ਕੁਝ ਕਹੀ ਜਾਣ, ਇਹ ਫਿਰ ਸਵਾਦ ਨਹੀਂ ਆ। ਗੱਲ ਹੁੰਦੀ ਆ ਜਿਹੜੀ ਸਭਾ ਦੇ ਸੰਗਤ ਦੇ ਵਿੱਚ ਜਾਂ ਗੁਰੂ ਦੀ ਹਜ਼ੂਰੀ 'ਚ ਕੀਤੀ ਜਾਵੇ। ਅਸੀਂ ਜੇ ਇਹਨਾਂ ਨੂੰ ਦੱਸਿਆ ਵਾ ਕਿ ਘੋੜੇ ਸ਼ਾਹ ਵਾ, ਘੋੜੇਵਾਹ ਪਿੰਡ ਦੇ ਵਿੱਚ, ਅਤੇ ਉੱਥੇ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੀ ਇਹ ਉੱਥੋਂ ਲੈ ਕੇ ਆਏ ਆ, 19 ਤਰੀਕ ਨੂੰ ਲੈ ਕੇ ਆਏ ਆ। ਅਸੀਂ ਕਿੰਨਾ ਵਾਸਤੇ ਝੂਠ ਬੋਲਣਾ ਵਾ? ਜੇ ਮੀਡੀਆ ਨਾਲ ਮੇਰੇ ਨਾਲ ਗੱਲ ਕੀਤੀ ਆ ਫੋਨ ਦੇ ਉੱਤੇ, ਅਤੇ ਮੈਂ ਉਹਨਾਂ ਨੂੰ ਉਹ ਗੱਲ ਕਹੀ ਆ, ਮੀਡੀਆ 'ਤੇ ਵੀ ਉਹ ਗੱਲ ਕਹੀ, ਅਤੇ ਅੱਜ ਵੀ ਉਹ ਗੱਲ ਕਹਿ ਰਿਹਾ। ਜਾਂ ਮੈਂ ਕਹਿੰਦਾ ਕਿ ਨਹੀਂ ਉਹ ਘੋੜੇਵਾਹ, ਜੇ ਮੈਂ ਅੱਜ ਜਿੰਨੇ ਸਿੰਘ ਅਸੀਂ ਹੁਣੇ ਆਖੋ ਤੇ ਸੱਦ ਲੈਂਦੇ ਆ, ਜਿੰਨੇ ਨਾਲ ਗਏ ਉੱਥੋਂ ਬਕਾਇਦਾ ਵੀਡੀਓ ਬਣਾਈ ਮੇਰੇ ਕੋਲ, ਵੀਡੀਓ ਵਾਇਰਲ ਵੀ ਕਰਨ ਲੱਗਾ ਸੀ। ਮੈਨੂੰ ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਨਹੀਂ ਪਰਿਵਾਰ ਆਪਣਾ ਵਾ, ਨਾ ਆਪਾਂ ਇੱਕ ਦੂਜੇ ਨਾਲ। ਮੈਂ ਸਾਰੀ ਵੀਡੀਓ ਉੱਥੋਂ ਦੀ ਬਣਾਈ। ਮੈਨੂੰ ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਨਹੀਂ ਪਾਉਣੀ ਨਹੀਂ ਤੁਸੀਂ। ਨਹੀਂ ਭਾਈ, ਸਾਡੇ ਕੋਲ ਵੀ ਬਹੁਤ ਜ਼ਿਆਦਾ ਪ੍ਰੂਫ ਹੁੰਦੇ ਕਿ ਕੌਮ ਦਾ ਅਤੇ ਆਪਣਾ ਜਲੂਸ ਅੱਗੇ ਬਹੁਤ ਜ਼ਿਆਦਾ ਨਿਕਲਿਆ ਵਾ, ਅਤੇ ਸਾਡੇ ਕੋਲ ਹੈਗਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ। ਅਸੀਂ ਤਾਂ ਮਹਾਰਾਜ ਜੀ ਨੂੰ ਜਿੰਨਾ ਕੁ ਸਾਨੂੰ ਬਲ ਬਖਸ਼ਿਆ ਵਾ ਕਿ ਵੀਰੇ ਬੇਨਤੀ ਹੈ, ਗੁਰੂ ਦੀ ਹਜ਼ੂਰੀ 'ਚ ਬੈਠਾ ਵਾ। ਚਲੋ ਪਿਤਾ ਜੀ ਤੁਹਾਡੇ ਠੀਕ ਨਹੀਂ ਸੀ, ਉਦੋਂ ਵੀ ਠੀਕ ਨਹੀਂ ਆ। ਆਪ ਜੀ ਨੇ ਇੱਕ ਵਾਰ ਮੈਨੂੰ ਫੋਨ ਕੀਤਾ, ਬਹੁਤ ਵਾਰੀ ਫੋਨ ਕੀਤਾ, ਡੈਡੀ ਨੇ ਬਹੁਤ ਵਾਰੀ ਫੋਨ ਕੀਤਾ। ਨਹੀਂ ਮੈਂ ਬੇਨਤੀ ਡੈਡੀ ਤੁਹਾਡੇ ਨੂੰ ਕਿੰਨੇ, ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਏ ਉਸ ਤੋਂ ਬਾਅਦ ਕਿੰਨੇ ਚਿਰ ਬਾਅਦ ਡੈਥ ਹੋ ਗਈ ਹੈ? ਪਿਛਲੇ ਸਾਲ ਡੈਥ ਹੋਈ। ਤੁਹਾਡੇ ਜਿਹੜੇ ਭਰਾਤਾ ਜੀ, ਜਿਹੜਾ ਤੁਸੀਂ ਕਹਿ ਰਹੇ ਕਿ ਇਹਨਾਂ ਦਾ ਛੋਟਾ ਭਰਾ ਵਾ 94-172 ਦਾ ਨੰਬਰ ਮੈਂ ਕੱਢ ਲੈਂਦਾ ਉਹਨੇ, ਉਹਨਾਂ ਨਾਲ ਹੀ ਫੋਨ 'ਤੇ ਗੱਲ ਹੋਈ, ਅਤੇ ਇੱਕ ਇੰਗਲੈਂਡ ਤੋਂ ਸਿੰਘ ਵਾ ਜਾਂ ਉਹਨਾਂ ਨਾਲ ਫੋਨ 'ਤੇ ਗੱਲ ਹੋਈ ਆ। ਲੱਗੀ ਸਮਝ? ਉਹ ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ, ਇਹ 2 ਮਹੀਨੇ ਤਕਰੀਬਨ ਹੋ ਗਏ ਹੋਣਗੇ, 2 ਮਹੀਨੇ ਤੋਂ ਵੱਧ ਨਹੀਂ ਹੋ ਗਿਆ। ਜੇ ਮੈਂ ਉਹਨਾਂ ਨੂੰ ਇਹ ਨਹੀਂ ਗੱਲ ਕਹੀ ਕਿ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਜਾਂ ਸ੍ਰੀ ਗੋਂਦਵਾਲ ਸਾਹਿਬ, ਮੈਂ ਉਹਨਾਂ ਨੂੰ ਗੱਲ ਕਹੀ ਕਿ ਭਾਈ ਕੁਲਦੀਪ ਸਿੰਘ ਜੀ ਘੋੜੇਵਾਲ ਸਿੰਘ ਜਿਹੜੇ ਆ ਉਹ ਪਿੰਡਾਂ ਵਿੱਚ ਬਿਰਧ ਪੋਥੀਆਂ ਅਤੇ ਸਤਿਗੁਰਾਂ ਦੇ ਅੰਗਾਂ ਦੀ ਸੁਧਾਈ ਕਰਦੇ ਆ। ਉਹਨਾਂ ਦੇ ਕੋਲ ਆ ਅਤੇ ਸਿੰਘਾਂ ਨਾਲ ਵਿਚਾਰ ਕਰਕੇ ਫੋਨ ਜਦੋਂ ਹੀ ਕਰਦੇ ਰਹੇ ਉਦੋਂ ਚੁੱਕਦੇ ਰਹੇ, ਗੱਲ ਕਰਦੇ ਰਹੇ, ਇਹ ਨਹੀਂ ਗੱਲ ਨਹੀਂ ਕਰਦੇ ਰਹੇ। ਸਾਨੂੰ ਕੀ ਲੋੜ ਪਈ ਆ? ਅਸੀਂ ਕਿਹੜਾ 2 ਨੰਬਰ ਦਾ ਕੰਮ ਕਰਦੇ ਹਾਂ ਜੀ। ਹੁਣ ਜਦੋਂ ਤੁਸੀਂ ਕਹਿੰਦੇ ਕੋਈ ਗੱਲ ਨਹੀਂ ਕੀਤੀ, ਡੈਡੀ ਮੇਰੇ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹ ਗਏ ਜਿੱਥੇ ਸਰੂਪ ਸਨ, ਅਸੀਂ ਮੰਗ ਕੀਤੀ ਕਿ ਹੁਣ ਕਮਰਾ ਤਿਆਰ ਹੋ ਗਿਆ, ਵਾਪਸ ਕਰ ਦਿਓ। ਠੀਕ ਹੈ, ਉਹ ਕਹਿੰਦੇ ਜੀ ਉਹ ਰੱਖ ਕੇ ਗਏ ਨੇ ਅਤੇ ਉਹਨਾਂ ਨਾਲ ਗੱਲ ਕਰ ਲਓ। ਉਸੇ ਸਮੇਂ ਡੈਡੀ ਨੇ ਫੋਨ ਕੀਤਾ, ਪਰ ਇਹ ਕੋਈ ਕਹਿੰਦੇ ਦੱਸਾਂਗੇ। ਹੁਣ ਇਹਦਾ ਨਿਚੋੜ ਕੀ ਕੱਢੀਏ? ਤੁਸੀਂ ਕਹਿੰਦੇ ਵੀ ਅਸੀਂ ਗੱਲ ਕੀਤੀ, ਉਹ ਕਹਿੰਦੇ ਵੀ ਮੇਰੇ ਨਾਲ ਸੰਪਰਕ ਨਹੀਂ ਕੀਤਾ। ਹੁਣ ਇਸ ਦਾ ਹੱਲ ਕੀ ਕੱਢਿਆ ਜਾਵੇ ਦੱਸੋ? ਇੱਕ ਹੋਰ ਗੱਲ, ਇਹਨਾਂ ਨੇ ਰੇਡੀਓ UK ਚੈਨਲ 'ਤੇ ਸਾਡੀ ਇੰਟਰਵਿਊ ਹੋਈ ਸੀ, ਰਾਜ ਰੇਡੀਓ UK ਦਾ, ਉੱਥੇ ਵੀ ਗਾਬਾ ਜੀ ਨੇ ਇੰਟਰਵਿਊ ਦਿੱਤੀ। ਉਹਨਾਂ ਨੇ ਇੰਟਰਵਿਊ ਰਿਕਾਰਡਿੰਗ ਪਈ, ਉਹਨਾਂ ਨੇ ਸਾਫ਼ ਕਿਹਾ ਕਿ ਮੈਂ ਅਜਿਹਾ ਕੋਈ ਨਹੀਂ ਕਿਹਾ ਕਿ ਸਾਡੇ ਕੋਲ ਜਗ੍ਹਾ ਘੱਟ ਹੈ। ਜਾ ਕੇ ਗੁਰਦੁਆਰਾ ਕਿੰਨਾ ਵੱਡਾ, ਉੱਥੇ ਜਾ ਕੇ ਦੇਖੋ, ਇੰਨਾ ਵੱਡਾ ਗੁਰਦੁਆਰਾ ਉੱਥੇ ਗੁਰਦੁਆਰਾ ਸਾਹਿਬ ਮੌਜੂਦ ਨੇ। ਉੱਥੇ ਇਹਨਾਂ ਨੇ ਅਜਿਹਾ ਕੁਛ ਨਹੀਂ ਕਿਹਾ। ਅਤੇ ਦੂਜਾ ਕਿ 2 ਸਰੂਪ ਦੇ ਰਿਟਰਨ ਪਏ ਸਾਡੇ ਕੋਲ, ਇੱਕ ਨਵੇਂ ਇੱਕ ਪੁਰਾਣੇ। ਹੁਣ ਦੂਜੇ ਸਰੂਪ ਦੇ ਤੁਹਾਡੇ ਕੋਲ ਰਿਕਾਰਡ ਮੌਜੂਦ ਹੈ, ਕਿੱਥੇ ਨੇ? ਇਸ ਵੱਲ ਪੁੱਛਿਆ ਜਾਵੇ। ਦੂਜਾ ਸਰੂਪ ਜਿਹੜਾ ਉਹ ਕਹਿੰਦੇ ਉਹ ਕਿੱਥੇ ਹੈ ਜੀ? ਪਾਵਨ ਸਰੂਪ ਸਾਹਿਬ ਭਾਈ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਂ 'ਤੇ ਸਭਾਵਾਂ ਉੱਥੇ ਹੀ
ਉਹ ਤਾਂ ਕਹਿੰਦੇ ਕਿ ਪਾਵਨ ਸਰੂਪ ਉੱਥੇ ਹੀ ਹੈ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ। ਤੁਸੀਂ ਪਤਾ ਕਰਵਾਇਆ ਵੀ ਉੱਥੇ ਸਰੂਪ ਹੈ ਕਿ ਨਹੀਂ? ਗਾਬਾ ਜੀ ਕਹਿੰਦੇ ਨੇ ਕਿ ਉੱਥੇ ਮੈਂ ਪਤਾ ਕਰ ਲਿਆ, ਮੈਨੂੰ ਪਰ ਹਜੇ ਅਜਿਹਾ ਕੁਝ ਨਹੀਂ ਮਿਲਿਆ ਕਿ ਉੱਥੇ। ਭਾਜੀ 2 ਸਰੂਪ ਸੀ ਨਾ, ਇਤਿਹਾਸਿਕ ਸਰੂਪ ਤੇ ਲੈ ਕੇ ਆ ਗਏ, ਜਿਹੜਾ ਦੂਜਾ ਸਰੂਪ ਹੈ ਉਹ ਉੱਥੇ ਹੈ ਕਿ ਨਹੀਂ? ਇਹ ਕਹਿੰਦੇ ਉੱਥੇ ਹੈ। ਮੇਰੀ ਗੱਲ ਸੁਣੋ, ਜਿਹੜਾ ਬੰਦਾ ਲੈ ਕੇ ਗਿਆ ਉਹਦੀ ਜ਼ਿੰਮੇਵਾਰੀ ਕਿੱਥੇ ਆ? ਇਹ ਮੈਨੂੰ ਨਹੀਂ ਪਤਾ ਕਿੱਥੇ ਗਿਆ। ਪਹਿਲੀ ਗੱਲ ਤਾਂ ਇਹ ਕਰੋ, ਇਹ ਕਰੋ ਲੈ। ਹਾਂ ਦੱਸ ਰਹੇ, ਮੈਂ ਨਹੀਂ ਕਹਿੰਦਾ ਤੇ ਨਹੀਂ ਹੋਊਗਾ, ਜੇ ਦੱਸ ਰਹੇ ਤੁਸੀਂ ਆਪ ਦੇਖੋ ਜਾ ਕੇ। ਨਹੀਂ ਤੁਸੀਂ ਕਹਿੰਦੇ ਵੀ ਗਾਬਾ ਜੀ ਕਹਿੰਦੇ ਕਿ ਸਾਡੇ ਕੋਲ ਹੈ ਨਹੀਂ। ਦੇਖੋ ਗੱਲ ਫਿਰ ਇੱਕ ਵਾਰੀ ਆਪਾਂ ਛੋਟੇ ਵੀਰ ਆਪਾਂ ਸਮਝੀਏ। ਹੁਣੀ ਫੋਨ ਕੀਤਾ, ਹੁਣੀ ਗੱਲ ਬਾਰੇ ਗਾਬਾ ਜੀ ਨੇ ਫੋਨ ਕੀਤਾ, ਖੋਸਾ ਸਾਹਿਬ ਨੇ ਹੁਣੀ ਫੋਨ ਕੀਤਾ। ਖੋਸਾ ਸਾਹਿਬ ਨੇ ਗਾਬਾ ਜੀ ਕੋਲ ਪੁੱਛਿਆ 200 ਰੁਪਏ ਉਸ 'ਤੇ ਪਿਆ? ਇਹਨਾਂ ਨੇ ਕਿਹਾ ਉੱਥੇ ਪਿਆ। ਖੋਸਾ ਨੂੰ ਕਿਹਾ, ਖੋਸਾ ਨੇ ਫੋਨ ਕੀਤਾ ਕਿ ਉੱਥੇ ਪਿਆ। ਉਹ ਕਹਿੰਦੇ ਮੈਂ ਹੁਣੀ ਮੈਨੇਜਰ ਨੂੰ ਪੁੱਛਦਾ ਵਾਂ, ਮੇਰੇ ਰਿਕਾਰਡ ਚੈੱਕ ਕਰ ਲਓ। ਉਹ ਤੇ ਗੱਲ ਇਸ ਤਰੀਕੇ ਨਾਲ ਕਲੀਅਰ ਹੋ ਜਾਏਗੀ ਨਾ। ਪਾਵਨ ਸਰੂਪ 2 ਲੈ ਕੇ ਆਏ ਸੀ ਤੇ 2 ਸਰੂਪ ਹੀ ਗੁਰਦੁਆਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਵਿਖੇ ਨੇ। ਉਸ ਤੋਂ ਬਾਅਦ ਸਵਾਲ ਇਹ ਆ ਵੀ ਇਹ ਉੱਥੋਂ ਜਿਹੜੇ ਸਰੂਪ 1 ਲੈ ਕੇ ਆਏ ਨੇ ਕਿ 2 ਲੈ ਕੇ ਆਏ ਨੇ? ਗੱਲ ਹੀ ਕਲੀਅਰ ਹੋ ਜਾਏਗੀ। ਹਾਂਜੀ, ਇਹ ਮੈਨੂੰ ਨਹੀਂ ਪਤਾ ਕਿੰਨੇ ਲੈ ਕੇ ਆਏ, ਇਹ ਤਾਂ ਇਹਨਾਂ ਨੂੰ ਪਤਾ ਹੋਊਗਾ ਕਿੰਨੇ ਲੈ ਕੇ ਆਏ। ਬਸ ਜੀ, ਤੁਹਾਡੇ ਕਹਿਣ ਤੋਂ ਮੁਤਾਬਕ ਦੂਸਰਾ ਪਾਵਨ ਸਰੂਪ ਉੱਥੇ ਹੀ ਹੈ? ਹਾਂਜੀ ਉੱਥੇ ਹੀ ਆ, ਕਿਉਂਕਿ ਇੱਕ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਇਹੋ ਪੁਰਾਤਨ ਇਹ ਲੈ ਕੇ ਆਏ ਆ। ਫਿਰ ਕੁਲਦੀਪ ਸਿੰਘ ਜੀ ਆਧਾਰ ਕਾਰਡ ਤੇ ਇਹਨਾਂ ਨੇ ਫਿਰ ਉੱਥੇ ਕੋਈ ਸਿਗਨੇਚਰ ਵੀ ਕਰਾਏ ਆ। ਕੁਲਦੀਪ ਸਿੰਘ ਦੇ ਦੱਸਣ ਦੇ ਮੁਤਾਬਕ ਆਧਾਰ ਕਾਰਡ ਦੀਆਂ ਕਾਪੀਆਂ ਵੀ ਲਈਆਂ ਕੁਲਦੀਪ ਸਿੰਘ ਜਿੰਨੇ ਸਿੰਘ ਗਏ ਉਹਨਾਂ ਦੀਆਂ। ਇਹ ਆਧਾਰ ਕਾਰਡ ਦੀਆਂ ਕਾਪੀਆਂ ਦੇ ਕੇ ਦਿਓ, ਆਪਣੇ ਪ੍ਰੂਫ ਦੇ ਕੇ ਜਾਓ, ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਿੱਤੇ ਉਹਨਾਂ ਨੇ। ਹੁਣ ਸਾਰੀ ਗੱਲ ਕਲੀਅਰ ਹੋ ਗਈ ਹੈ। ਮੈਂ ਫਿਰ ਬੇਨਤੀ ਕਰਦਾ, ਕਿਸੇ ਦਾ ਮਨ ਦਾ ਕੋਈ ਸਵਾਲ ਹੋਵੇ ਤਾਂ ਹੁਣ ਕਹਿ ਸਕਦੇ ਨੇ ਕਿ ਮੀਡੀਆ ਦੇ ਵਿੱਚ ਆ ਗੱਲ ਪੁੱਛੀ ਜਾਣੀ ਚਾਹੀਦੀ ਹੈ। ਬਾਕੀ ਜਿਹੜੀ ਚਿੱਠੀ ਤੁਹਾਨੂੰ ਦਿੱਤੀ ਸੀ ਉਹ ਕਿਸੇ ਜਨਤਕ ਕਰ ਸਕਦੇ ਹੋ? ਹਾਂਜੀ, ਤੁਹਾਨੂੰ ਪ੍ਰਿੰਟ ਦੇ ਦਾਂਗੇ ਤੁਹਾਨੂੰ। ਮੈਂ ਚਾਹੁੰਦਾ ਕਿ ਮੀਡੀਆ ਦੇ ਵਿੱਚ ਆਪਾਂ ਚਿੱਠੀ ਵਿਖਾਈ ਦਈਏ। ਚਿੱਠੀ ਦੇ ਦਿਓ ਸਾਨੂੰ। ਇਸ ਟਾਈਮ ਪ੍ਰਿੰਟ ਹੈ ਨਹੀਂ, ਇਸ ਟਾਈਮ ਪ੍ਰਿੰਟ ਕੱਢ ਕੇ ਦੇ ਦਾਂਗੇ ਜੀ। ਹਾਂਜੀ, ਨਹੀਂ ਅਸੀਂ ਉਸ ਤਰ੍ਹਾਂ ਪੜ੍ਹ ਦਿੰਦੇ ਹਾਂ ਨਾ, ਪ੍ਰਿੰਟ ਬਾਅਦ ਚ ਕੱਢ ਕੇ ਸਾਨੂੰ ਦੇ ਦਿਓ ਜੀ। ਤੁਹਾਨੂੰ ਪ੍ਰਿੰਟ ਹੀ ਦੇ ਦਾਂਗੇ ਤੁਹਾਨੂੰ। ਅੱਛਾ, ਪ੍ਰਿੰਟ ਦੇ ਦਿਓਗੇ। ਚਿੱਠੀ ਮੈਂ ਚਾਹੁੰਦਾ ਸਾਂ ਤਾਂ ਕਿ ਪਤਾ ਤੁਹਾਡੇ ਕੋਲ ਹੈਗੀ ਹੈ ਜੀ। ਅਸੀਂ ਦਰਸ਼ਕੋ ਹਰ ਗੱਲ ਪਾਰਦਰਸ਼ੀ ਹੋਵੇ। ਕਿਹੜੀ ਚਿੱਠੀ ਇਹ ਦੇ ਕੇ ਆਏ ਨੇ ਅਸੀਂ ਉਹ ਚਿੱਠੀ ਪੜ੍ਹ ਦਿੰਦੇ ਹਾਂ, ਕਿਉਂਕਿ ਚਿੱਠੀ ਦਿੱਤੀ ਗਈ ਹੈ ਤੇ ਚਿੱਠੀ ਐਕਸੈਪਟ ਹੋਈ ਹੈ। ਆਪਾਂ ਉਹ ਦੋਵੇਂ ਚੀਜ਼ਾਂ ਪੜ੍ਹ ਲੈਂਦੇ ਹਾਂ ਜੀ। ਚਿੱਠੀ ਇਹ 2016 ਦੀ ਹੋਈ ਹੈ। ਚਿੱਠੀ ਨਹੀਂ ਇਹ ਜਿਹੜੀ ਰਜਿਸਟਰ ਤੇ ਲਿਖੀ ਦਾ ਕਾਰਵਾਈ, ਜਿਹੜੀ ਕਾਰਵਾਈ ਲਿਖਦੇ ਸਾਰੀ ਤੇ ਜਾਂਦੇ ਜੀ। ਅੱਜ ਮਿਤੀ 1/10/16 ਨੂੰ ਸ਼ਹਿਰ ਜਲੰਧਰ ਮਹੱਲਾ ਸੁਰਾਜਗੰਜ ਵਿਖੇ ਰਣਬੀਰ ਸਿੰਘ ਖਾਲਸਾ ਨੇ ਆਪਣੇ ਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਕਰ ਰਿਹਾ ਸੀ। ਗੁਰਬਾਣੀ ਲਿਖ ਕੇ ਕਰ ਰਿਹਾ ਸੀ। ਜਦੋਂ ਅੱਜ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਆ ਕੇ ਦਰਸ਼ਨ ਕੀਤੇ ਅਤੇ ਬੈੱਡਰੂਮ ਵਾਲੇ ਕਮਰੇ ਦੇ ਵਿੱਚ ਪਹਿਲਾਂ ਵਾਂਗ ਅਤੇ ਦੂਸਰਾ, ਮੈਂ ਚਾਹਾਂਗਾ ਕਿ ਤੁਸੀਂ ਮਾੜਾ ਜਿਹਾ ਪੜ੍ਹੋ, ਲਿਖਾਈ ਤੁਹਾਡੀ ਹੈ। ਕਈ ਵਾਰੀ ਕੋਈ ਹਾਂਜੀ ਆ ਕੀ ਲਿਖਿਆ ਹੋਇਆ ਚੰਗੀ ਤਰ੍ਹਾਂ ਵੇਖੋ, ਇਹਨੂੰ ਵੱਡੇ ਅੱਖਰ ਕਰ ਦਿਓ। ਇਹ ਲਿਖਿਆ ਵਾ ਕਿ ਅੱਜ ਮਿਤੀ 1/10/16 ਨੂੰ ਸ਼ਹਿਰ ਜਲੰਧਰ ਮੁਹੱਲਾ ਸੁਰਾਗੰਜ ਵਿਖੇ ਰਣਬੀਰ ਸਿੰਘ ਦੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਕਰ ਰਹੇ ਸੀ। ਗੁਰਬਾਣੀ ਲਿਖ ਕੇ ਕਰ ਰਹੇ ਸਨ। ਜਦੋਂ ਅੱਜ ਸਤਿਕਾਰ ਕਮੇਟੀ ਨੇ ਆ ਕੇ ਦਰਸ਼ਨ ਕੀਤੇ ਅਤੇ ਬੈੱਡਰੂਮ ਵਾਲੇ ਕਮਰੇ ਵਿੱਚ ਪਹਿਲਾ ਭਾਗ ਅਤੇ ਦੂਸਰੇ ਭਾਗ ਜੋ ਸੁਭਾਏਮਾਨ ਕੀਤੇ ਸਨ, ਜਿੱਥੇ ਬੈੱਡ 'ਤੇ ਬੈਠ ਕੇ ਉਤਾਰਾ ਕਰ ਰਹੇ ਸਨ, ਲਾਗੇ ਹੀ ਕਮਰੇ ਵਿੱਚ 2 ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਮਾਨ ਸਨ, ਜੋ ਕਿ ਇੱਕ ਸੁਖਾਸਨ ਸੀ। ਜਿਹੜੇ ਸੁਖਾਸਨ ਸਨ ਉਹ ਪੁਰਾਤਨ ਸਨ, ਹੱਥ ਲਿਖਤ ਸਨ, ਜਿਹੜੇ ਜ਼ਿਆਦਾ ਬਿਰਧ ਹੋਣ ਕਰਕੇ ਅੰਗ ਅਲੱਗ-ਅਲੱਗ ਹੋਏ ਸਨ। ਉਸ ਕਮਰੇ ਵਿੱਚ ਹੀ ਦੇਵੀ ਦੇਵਤਿਆਂ ਅਤੇ ਹੋਰ ਬਹੁਤੇ ਲਾਲ ਜਿਹਾ ਗਿਆ ਦੀਆਂ ਪੂਜਾ ਕੀਤੀ ਜਾਂਦੀ ਸੀ। ਦੇਵੀ ਦੇਵਤਿਆਂ ਤੇ ਹੋਰਾਂ ਦੀ ਪੂਜਾ ਕੀਤੀ ਜਾਂਦੀ ਸੀ ਅਤੇ ਦੁੱਧ ਤੇ ਖੰਡ ਵੀ ਰੱਖੀ ਸੀ। ਗੁਰਦੁਆਰਾ ਪਾਤਸ਼ਾਹੀ ਦੁੱਖ ਨਿਵਾਰਨ ਵੀ ਮੁੱਖ ਦੀ ਗੱਲ ਆਪਾਂ ਇੰਝ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਇਹ ਕਹਿ ਰਹੇ ਆ ਕਿ ਦੁੱਧ ਵਗੈਰਾ ਤੇ ਮੂਰਤੀਆਂ ਦੇਵੀ ਦੇਵਤਿਆਂ ਦੀਆਂ ਫੋਟੋਆਂ ਜਿਹੜੀਆਂ ਨੇ ਇਹ ਰਿਟਨ ਦੇ ਵਿੱਚ ਕੀ ਸਾਰਾ ਕੁਝ ਸੀ? ਮੈਂ ਦੱਸਦਾ ਜੀ, ਉਹ ਇੱਦਾਂ ਗੱਲ ਸੀਗੀ ਜਿੱਦਾਂ ਮੇਰੀ ਹੁਣ ਦਾਦੀ ਮੇਰੀ ਗਏ ਹੁਣ ਤਾਂ ਨਹੀਂ ਰਹੇ, ਹੁਣ ਮੇਰੀ ਗ੍ਰੈਂਡ ਮਦਰ ਦਾਦੀ ਸਾਹਿਬ ਨਹੀਂ ਰਹੇ, ਅਤੇ ਉਹਨਾਂ ਨੇ ਜਿੱਦਾਂ ਕੋਈ ਗਿਫਟ ਮੂਰਤੀਆਂ ਕਰ ਦਿੰਦਾ, ਨਾਲ ਦੇ ਕਮਰੇ 'ਚ ਮੂਰਤੀਆਂ ਪਈਆਂ ਸੀਗੀਆਂ। ਅਤੇ ਪਲੱਸ ਜਿਹੜੇ ਇੱਕ ਨਨਕਾਣਾ ਸਾਹਿਬ ਤੋਂ ਕੋਈ ਮੇਰੇ ਬਜ਼ੁਰਗ ਗਏ ਹੋਣੇ ਆ, ਉੱਥੇ ਪੱਥਰ ਵਗੈਰਾ ਉੱਥੇ ਲਿਆਏ। ਇਹ ਇੱਦਾਂ ਕੋਈ ਗੱਲ ਨਹੀਂ, ਪੂਜਾ ਹੁੰਦੀ ਹੈ, ਇੱਦਾਂ ਦੀ ਕੋਈ ਗੱਲ ਨਹੀਂ ਸੀ। ਪੂਜਾ ਹੁੰਦੀ ਸੀ, ਉਹ ਪਏ ਸੀ ਸਾਈਡ 'ਤੇ। ਆਪਾਂ ਇੱਦਾਂ ਨਹੀਂ, ਦਾਦੀ ਕਿਵੇਂ ਮੂਰਤੀਆਂ ਨੂੰ ਪੂਜਦੇ ਸਨ? ਨਹੀਂ ਮੂਰਤੀ ਨੂੰ ਨਹੀਂ ਪੂਜਦੇ ਸੀ। ਜਦੋਂ ਕਿਸੇ ਗਿਫਟ ਦਿੱਤਾ ਹੋਵੇ ਉਹਦਾ ਰੱਖੀ ਹੋਵੇ ਪੁਰਾਣੀ, ਉੱਦਾਂ ਰੱਖੀਆਂ ਸੀਗੀਆਂ। ਆਪਣੇ ਕੋਈ ਇਹ ਨਹੀਂ ਕਿ ਰੂਮ ਦੇ ਵਿੱਚ ਪਏ ਸੀ, ਇੱਦਾਂ ਕੋਈ ਗੱਲ ਨਹੀਂ ਸੀ। ਦਰਸ਼ਕੋ, ਅਸੀਂ ਮਾਮਲਾ ਕੀ ਕੀਤਾ ਵੀ ਕੋਈ ਵੀ ਸੱਜਣ ਖੁੱਲ੍ਹ ਕੇ ਸਵਾਲ ਕਰ ਸਕਦਾ। ਭੈਣ ਜੀ, ਤੁਹਾਡੇ ਮਨ 'ਚ ਕੋਈ ਸਵਾਲ ਹੈ, ਪੁੱਛ ਸਕਦੇ ਹੋ। ਵੀਰ ਜੀ, ਤੁਹਾਡੇ ਮਨ 'ਚ ਕੋਈ ਸਵਾਲ ਹੈ? ਬਸ ਇਹੀ ਹੈ ਕਿ ਜੀ
ਦੂਜਾ ਸਰੂਪ ਦਾ ਸਵਾਲ ਹੈ ਜੀ, ਉਹ ਕਿੱਥੇ ਨੇ? ਦੂਜਾ ਸਰੂਪ ਦਾ ਉਹਨਾਂ ਨੇ ਦੱਸ ਦਿੱਤਾ ਕਿ ਉੱਥੇ ਪਏ ਹੋਏ ਨੇ। ਠੀਕ ਹੈ ਜੀ, ਇਹ ਸਵਾਲ ਹੈ ਜੀ। ਸੋ ਦਰਸ਼ਕੋ, ਪਰਿਵਾਰ ਨੂੰ ਵੀ ਪੁੱਛਿਆ ਗਿਆ ਵੀ ਕੋਈ ਸਵਾਲ ਜਵਾਬ ਹੈ, ਉਹਨਾਂ ਨੇ ਕਹਿ ਦਿੱਤਾ ਕਿ ਸਾਰੇ ਸਵਾਲ ਜਵਾਬ ਹੋ ਚੁੱਕੇ ਨੇ। ਪਰ ਹੁਣ ਮਾਮਲਾ ਇਹ ਹੈ ਕਿ ਆਪਾਂ ਲਾਸਟ ਦੇ ਉੱਪਰ ਇਹ ਪੁੱਛੀਏ ਕਿ ਅੱਜ ਇਹ ਪਾਵਨ ਸਰੂਪ ਪਰਿਵਾਰ ਨੂੰ ਦੇਣ ਦੇ ਵਿੱਚ ਰਾਜੀ ਹਨ ਜਾਂ ਨਹੀਂ ਰਾਜੀ? ਵੇਖੋ ਜੀ, ਫਿਰ ਸੰਗਤ ਜਿਵੇਂ ਸਿੰਘ ਆਏ ਸਾਰੇ, ਜਿਵੇਂ ਸਿੰਘ ਸਾਰੇ ਗੁਰਮਤਾ ਕਰਨਗੇ ਉੱਦਾਂ ਹੀ ਪਰਿਵਾਰ ਸਾਡਾ ਆਪਣਾ ਵਾ, ਬਗਾਨਾ ਨਹੀਂ ਹੈਗਾ। ਮੈਂ ਜਦੋਂ ਵੀ ਫੋਨ ਤੇ ਗੱਲ ਹੋਈ ਆ, ਕਿਉਂਕਿ ਇਹਨਾਂ ਦੇ ਪਰਿਵਾਰਾਂ ਦੇ ਗਾੜੀ ਸਾਡਾ ਸਿਰ ਝੁਕਦਾ। ਕੋਈ ਵੀ ਕਹਿ ਦੇਵੇ ਕਿ ਬਲਬੀਰ ਸੋਹਣੇ ਨੇ ਨਾ ਕੀਤੀ ਆ, ਜੇ ਇਹਦੇ ਸਿੰਘ ਦਾ ਫੋਨ ਆਇਆ ਰਿਕਾਰਡਿੰਗਾਂ ਉਹਨਾਂ ਕੋਲ ਵੀ ਹੋਣਗੀਆਂ, ਮੈਂ ਨਹੀਂ ਕਰਦਾ, ਸੁਭਾਅ ਹੁੰਦੇ ਆਪੋ ਆਪਣੇ। ਵੇਖੋ ਜੀ, ਅੱਜ ਵੀ ਇਹ ਸਾਡਾ ਆਪਣਾ ਪਰਿਵਾਰ ਵਾ, ਕਿਉਂਕਿ ਜਿਹੜੀਆਂ ਕੁਰਬਾਨੀਆਂ ਜਿਹੜੇ ਤਸੱਦਦ ਇਹਨਾਂ ਪਰਿਵਾਰਾਂ ਨੇ ਝੱਲੇ ਆ, ਅਤੇ ਅਸੀਂ ਉਹ ਚੀਜ਼ਾਂ ਨਹੀਂ ਸੀ ਚਾਹੁੰਦੇ ਕਿ ਜੇਕਰ ਆਪਾਂ ਝੱਗਾ ਚੁੱਕਾਂਗੇ ਢਿੱਡ ਆਪਣਾ ਨੰਗਾਣਾ, ਅਸੀਂ ਉਹ ਨਹੀਂ ਕਰਨਾ ਚਾਹੁੰਦੇ। ਪਰ ਇਹਨਾਂ ਨੇ ਸਾਡੀ ਬਹੁਤ ਜ਼ਿਆਦਾ ਜਥੇਬੰਦੀ ਦੀ ਜਿਹੜੀ ਆ ਸਾਰੀ ਦੀ ਬਹਿ ਕੇ ਗੱਲ ਕਰਨ ਵਾਲੀ ਗੱਲ ਨਹੀਂ ਕੀਤੀ। ਅੱਜ ਵੀ ਆਪਾਂ ਆਏ, ਅੱਜ ਵੀ ਬੈਠੇ ਹਾਂ, ਜੇ ਪਹਿਲਾਂ ਵੀ ਆ ਜਾਂਦੇ ਤਾਂ ਗੱਲ ਇਹੋ ਹੀ ਹੋਣੀ ਸੀ। ਸਾਰਾ ਝੂਠ ਬੋਲਦੇ ਪਏ। ਬਹੁਤ ਵਾਰੀ ਸੰਪਰਕ ਕੀਤਾ। ਹੁਣ ਮੇਰੇ ਡੈਡੀ ਨੇ ਫੋਨ ਕੀਤਾ, ਮੇਰੇ ਡੈਡੀ ਫੋਨ ਕਰਦੇ ਰਹਿ ਗਏ, ਇੰਨੇ ਫੋਨ ਕੀਤੇ, ਕੋਈ ਗੱਲ ਜਵਾਬ ਨਹੀਂ ਦਿੰਦੇ ਸੀ। ਹੁਣ ਇਹ ਕਹਿੰਦੇ ਕਿ ਸੰਪਰਕ ਨਹੀਂ ਕੀਤਾ, ਫਿਰ ਅੱਜ ਕਿੱਦਾਂ ਸੰਪਰਕ ਹੋ ਗਿਆ? ਗੱਲ ਮੀਡੀਆ 'ਚ ਆਈ ਤਾਂ ਹੀ ਸੰਪਰਕ ਹੋਇਆ, ਅੱਗੇ ਵੀ ਆਪਾਂ ਲੱਗੇ ਹੀ ਪਏ ਸੀ ਨਹੀਂ ਦੇਰ ਤੇ। ਵੀਰਾਂ ਦਾ ਕਹਿਣਾ ਇਹ ਹੈ ਕਿ ਮੀਡੀਆ ਵਿੱਚ ਗੱਲ ਆਈ ਹੈ ਤੇ ਸੰਪਰਕ ਹੋਇਆ ਆ। ਖੈਰ, ਕੀ ਗੁਰਮਤਾ ਹੁੰਦਾ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ, ਕਿਉਂਕਿ ਮਾਮਲਾ ਜਿਵੇਂ ਅੱਗੇ ਗੱਲ ਚੱਲੀ ਸੀ ਵੀ ਆਪਾਂ ਭੈਣਾਂ ਭਰਾਵਾਂ ਵਾਂਗੂ ਕਰ ਸਕਦੇ ਸਾਂ, ਪਰ ਮਾਮਲਾ ਜਦੋਂ ਪ੍ਰਿੰਟ ਮੀਡੀਆ ਦੇ ਵਿੱਚ ਆ ਗਿਆ, ਫੇਸਬੁੱਕ ਦੇ ਉੱਪਰ ਆ ਗਿਆ, ਉਸ ਤੋਂ ਬਾਅਦ ਫਿਰ ਮਾਮਲਾ ਮੀਡੀਆ ਦੇ ਵਿੱਚ ਹੀ ਸਾਰਾ ਕਲੀਅਰ ਕੀਤਾ ਜਾਵੇ ਤਾਂ ਕਿ ਹਰ ਸਿੱਖ ਨੂੰ ਪਤਾ ਲੱਗ ਸਕੇ ਕਿ ਉਹ ਪਾਵਨ ਸਰੂਪ ਦਾ ਆਖਰ ਗੁਰਮਤਾ ਕੀ ਹੋਇਆ। ਸੋ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਹਨਾਂ ਦੇ ਫਾਦਰ ਸਾਹਿਬ ਬਾਣੀ ਪੜ੍ਹਦੇ ਹੁੰਦੇ ਸੀ, ਉਹ ਦੇਵਨੇਤ ਨਾਲ ਚੜ੍ਹਾਈ ਕਰ ਗਏ ਜੀ। ਸਰੂਪ ਜਿਹੜੇ ਇਹਨਾਂ ਦੇ ਘਰ ਤੋਂ ਇੱਥੇ ਲਿਆਂਦੇ ਗਏ ਸੀਗੇ ਭਾਈ ਸਾਹਿਬ ਹੁਣਾਂ ਨੂੰ, ਉਹ ਹੀ ਹੈ, ਸ਼ਨਾਖਤ ਹੋ ਗਈ। ਹੁਣ ਸਾਡੀ ਇੱਥੇ ਇਸ ਗੱਲ 'ਤੇ ਗੱਲ ਸੀਗੀ ਕਿ ਇਹ ਪ੍ਰਕਾਸ਼ ਕਰਨ ਯੋਗ ਆ, ਇਹਨਾਂ ਨੂੰ ਕਿੱਥੇ ਸੁਭਾਇਮਾਨ ਕੀਤਾ ਜਾਵੇ। ਪਰਿਵਾਰ ਦਾ ਸੀਗਾ ਕਿ ਉਹ ਪਾਲਕੀ ਸਾਹਿਬ ਲੈ ਕੇ ਆਏ ਆ ਵੀ ਲੈ ਕੇ ਜਾਣਾ ਜੀ, ਬਹੁਤਾਤ ਸੀਗਾ ਕਿ ਲੈ ਕੇ ਜਾਣਾ। ਕੋਈ ਸਿੰਘਾਂ ਦਾ ਇਹ ਸੀਗਾ ਕਿ ਅਕਾਲ ਤਖਤ ਸਾਹਿਬ ਤੋਂ ਪ੍ਰਚਾਰਕ ਜਾਂ ਉਹ ਕਿ ਆਪਾਂ ਨੂੰ ਜੋ ਉਦੇਸ਼ ਕਰਦੇ ਆ, ਉਹ ਹੁਣ ਤੁਹਾਡਾ ਸਾਡੇ ਲਈ ਕੀ ਜਿਹੜਾ ਤੁਹਾਡਾ ਵਚਨ ਆ, ਲਾਹੀ ਫਰਮਾਨ ਆ, ਅਸੀਂ ਉੱਤੇ ਫੁੱਲ ਚੜ੍ਹਾ ਦਿੰਦੇ ਤੇ ਦੇਖੋ ਆਪਾਂ ਸਾਡੀ ਬਹੁਤ ਸੋਹਣੀ ਵਿਚਾਰ ਹੈ ਜੀ। ਆਪਾਂ ਸਾਰੇ ਸਿੱਖ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਹੈ, ਗੁਰਬਾਣੀ ਸਾਡਾ ਮਾਰਗਦਰਸ਼ਨ ਕਰਦੀ ਹੈ ਜੀ ਜੀ ਜੀ, ਤੇ ਸਭਾ ਵਿੱਚ ਆ ਕੇ ਰਹਿਣਾ ਚਾਹੀਦਾ ਜੀ। ਤੇ ਇਹ ਜਿਹੜਾ ਸਰੂਪ ਹੈਗਾ ਨਾ ਜੀ, ਮੈਂ ਜਦੋਂ ਆ ਕੇ ਦਰਸ਼ਨ ਕੀਤੇ ਆ, ਇਹ ਪੁਰਾਤਨ ਸਰੂਪ ਆ ਜੀ, ਲੜੀਦਾਰ ਸਰੂਪ ਆ। ਜਿੰਨੇ ਵੀ ਪਿਛਲੇ ਸਮੇਂ ਦੇ ਵਿੱਚ ਵੀ ਬੇਨਤੀਆਂ ਕੀਤੀਆਂ ਕਿ ਇਸ ਤਰ੍ਹਾਂ ਦੇ ਸਰੂਪ ਹੈਗੇ ਆ, ਸੰਭਾਲਣ ਵਾਲਾ ਖਜ਼ਾਨਾ ਜੀ ਸਾਡਾ, ਬੇਸ਼ਕੀਮਤੀ ਖਜ਼ਾਨਾ ਜੀ। ਭਾਵੇਂ ਇਹਦੇ ਵਿੱਚ ਕੁਝ ਕੱਚੀਆਂ ਰਚਨਾਵਾਂ ਹੈਗੀਆਂ ਨੇ ਜੀ, ਫਿਰ ਵੀ ਜਿਹੜਾ ਸਰੂਪ ਆ ਉਹਨੂੰ ਇੱਥੇ ਆਪਾਂ ਜਿਹੜੀ ਰੈਫਰੈਂਸ ਲਾਇਬ੍ਰੇਰੀ ਹੈ, ਸਿੱਖ ਰੈਫਰੈਂਸ ਲਾਇਬ੍ਰੇਰੀ, ਜਿੱਥੇ ਪਾਵਨ ਸਰੂਪ ਸੰਭਾਲੇ ਜਾਂਦੇ ਆ ਜੀ, ਉਹਦੇ ਵਿੱਚ ਇਹ ਸਰੂਪ ਸੰਭਾਲਣਾ ਚਾਹੀਦਾ ਜੀ, ਤਾਂ ਕਿ ਜਿਹੜੇ ਇਤਿਹਾਸ ਦੇ ਖੋਜੀ ਆ ਉਹ ਵੀ ਇਹ ਤੋਂ ਲਾਭ ਉਠਾ ਲੈਣ। ਭਾਵੇਂ ਇਤਿਹਾਸ ਦੇ ਵਿੱਚ ਜਦੋਂ ਕੱਚੀਆਂ ਰਚਨਾਵਾਂ ਹੋਣੀਆਂ ਵਾ, ਉਹਦੇ ਤੋਂ ਵੀ ਕਈ ਗੱਲਾਂ ਜਿਹੜੀਆਂ ਇਤਿਹਾਸ ਦੇ ਖੋਜੀਆਂ ਨੂੰ ਪਤਾ ਲੱਗਦੀਆਂ ਜੀ। ਪਰਿਵਾਰ ਦੇ ਵਿੱਚ ਕੇਵਲ ਇਕੱਲੇ ਤੱਕ ਰਹਿ ਜਾਏਗਾ ਨਾ ਜੀ। ਤੇ ਮੇਰੀ ਤਾਂ ਇਹੀ ਵਿਚਾਰ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਕੋਈ ਮਹਾਰਾਜ ਦਾ ਸਰੂਪ ਬਚਾਉਣਾ ਚਾਹੀਦਾ ਜੀ। ਤੇ ਜਿਵੇਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅੱਗੇ ਆਪਣੇ ਕੰਮ ਦੇ ਜਥੇਦਾਰ ਆ ਜੀ, ਆਦੇਸ਼ ਕਰਨਗੇ ਜੀ, ਜੇ ਉਹ ਆਦੇਸ਼ ਕਰਨਗੇ ਰੈਫਰੈਂਸ ਲਾਇਬ੍ਰੇਰੀ ਸੁਭਾਇਮਾਨ ਕਰ ਦਿਓ, ਉੱਥੇ ਕਰ ਦੇਵਾਂਗੇ ਜੀ। ਜੇ ਰਾਮਸਰ ਸਾਹਿਬ ਦੇ ਵਿੱਚ ਉਹਨਾਂ ਨੇ ਮਿਲਾਨ ਕਰਾਉਣਾ ਹੋਇਆ ਵੀ ਸਰੂਪਾਂ ਨਾਲ ਜੀ ਜੀ। ਪਰਿਵਾਰ ਫੈਸਲਾ ਲਵੇ, ਇਹ ਤੁਹਾਡੇ ਤੁਸੀਂ ਸਾਨੂੰ ਫੈਸਲਾ ਕਰੋ ਜੀ, ਜਾਂ ਸਾਨੂੰ ਹੁਕਮ ਕਰੋ। ਜੀ ਭਾਈ ਸਾਹਿਬ ਹੁਣੇ ਉੱਥੋਂ ਸਰੂਪ ਲੈ ਕੇ ਆਏ ਸੀਗੇ ਜੀ, ਪਰਿਵਾਰ ਆਇਆ ਹੋਇਆ ਜਿਨ੍ਹਾਂ ਨੇ ਘਰੋਂ ਸਰੂਪ ਲਿਆਂਦਾ ਜੀ, ਇਹ ਆਏ ਸੀਗੇ ਕਿ ਸਾਨੂੰ ਸਰੂਪ ਦੇ ਦਿੱਤਾ ਜਾਵੇ ਜੀ, ਅਸੀਂ ਇਹਦੀ ਸੇਵਾ ਸੰਭਾਲ ਕਰਦੇ ਆ ਰਹੇ ਹਾਂ। ਇੱਕ ਬਣਾ ਇਤਿਹਾਸਕ ਦਸਤਾਵੇਜ਼ ਜੀ। ਠੀਕ ਹੈ ਜੀ। ਕੀ ਤੁਸੀਂ
ਕਹਿੰਦੇ ਹੋ ਪਰਿਵਾਰ ਨਹੀਂ ਲਿਜਾ ਸਕਦਾ ਕਿ ਪਰਿਵਾਰ ਲਿਜਾ ਸਕਦਾ ਕੀ ਪਰਿਵਾਰ ਨੂੰ ਤੁਸੀਂ ਆਦੇਸ਼ ਕਰਦੇ ਹੋ ਵੀ ਪਰਿਵਾਰ ਉੱਥੇ ਹੀ ਦਵੇ ਜਾਂ ਕੀ ਪਰਿਵਾਰ ਆਪਣੇ ਕੋਲ ਰੱਖ ਸਕਦਾ? ਪੁਰਾਤਨ ਸਰੂਪ ਬਹੁਤ ਪਰਿਵਾਰਾਂ ਦੇ ਕੋਲ ਮੌਜੂਦ ਨੇ। ਪਰਿਵਾਰ ਨਾਲ ਆਪਾਂ ਵਿਚਾਰ ਕਰ ਲੈਂਦੇ ਹਾਂ। ਪਰਿਵਾਰ ਵੀ ਆਪਣਾ ਸਿੱਖ ਭਾਈਚਾਰਾ ਹੀ ਹੈ ਕਿ ਪਰਿਵਾਰਾਂ ਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਰੇ ਵੀਰ ਵੀ ਬੈਠੇ ਬਿਲਕੁਲ। ਆ ਜਾਓ ਭਾਈ ਸਾਹਿਬ, ਭੈਣ ਜੀ ਇਹ ਭੈਣ ਜੀ ਨੇ ਜੀ, ਹਾਂ ਆ ਬੇਟਾ ਉਹਨਾਂ ਦਾ, ਹਾਂ ਉਹ ਪਿੱਛੇ ਇਹਦੇ ਮਦਰ ਬੈਠੇ ਨੇ ਜੀ, ਪਿਤਾ ਜੀ ਇਹਦੇ ਜਿਹੜੇ। ਤੁਹਾਡੇ ਘਰੇ ਸਰੂਪ ਜਾਂਦਾ ਨਾ, ਉਹ ਤੇ ਸਿਰਫ ਰਹਿ ਗਿਆ ਤੁਹਾਡੇ ਪਰਿਵਾਰ ਤੱਕ ਜਾਂ ਰਿਸ਼ਤੇਦਾਰ ਤੱਕ ਸੀਮਿਤ ਰਹਿ ਗਿਆ। ਜੇ ਸਰੂਪ ਸ੍ਰੀ ਅਕਾਲ ਤਖਤ ਸਾਹਿਬ ਜਾਂਦਾ ਫਿਰ ਇਹ ਪੰਥ ਦਾ ਇੱਕ ਭਾਗ ਬਣ ਜਾਂਦਾ, ਉੱਥੇ ਸਿੱਖ ਸੰਗਤ ਤੋਂ ਲਾਭ ਉਠਾ ਸਕਦੀ ਹੈ। ਤੇ ਸਾਡਾ ਗੁਰਬਾਣੀ ਦਾ ਜਿਹੜਾ ਖਜ਼ਾਨਾ, ਇਹ ਜਿਹੀਆਂ ਦੁਰਲੱਭ ਇਤਿਹਾਸਕ ਗ੍ਰੰਥ ਉਹ ਸੰਭਾਲਣ ਯੋਗ ਹੈਗੇ। ਅਸੀਂ ਤੇ ਤੁਹਾਨੂੰ ਬੇਨਤੀ ਕਰਾਂਗੇ ਕਿ ਤੁਹਾਡੇ ਕੋਲ ਸਰੂਪ ਸੰਭਾਲ ਨਾ ਰਿਹਾ, ਤੁਹਾਡਾ ਧੰਨਵਾਦ। ਇਹਨੂੰ ਸਤਿਕਾਰ ਨਾਲ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਰਹੇ ਹਾਂ। ਦਿੱਲੀ ਇੱਛਾ ਤਾਂ ਇਹੀ ਸੀ, ਸਾਡੇ ਪਿਆਰ ਪੈ ਜਾਂਦੇ ਨਾ, ਸੇਵਾ ਕਰਦੇ ਨੇ। ਇਹ ਪਾਕਿਸਤਾਨ ਤੋਂ ਬਜ਼ੁਰਗ ਇਹਨਾਂ ਦੇ ਲੈ ਕੇ ਆਏ ਸੀ, 4 ਸਾਲ ਤੋਂ ਲੱਗੇ ਹੋਏ ਮਗਰ ਲੈਣ ਜੀ। ਅੱਜ ਮੀਡੀਆ ਦੀ ਗੱਲ ਆਈ ਤਾਂ ਇਹ ਸਾਨੂੰ ਪਤਾ ਲੱਗਿਆ ਇੱਥੇ ਨੇ, ਮੌਜੂਦ ਨੇ ਜੀ। ਸਾਨੂੰ ਲਾਇ ਲੱਪੇ ਲਾਉਂਦੇ ਨੇ, ਪਤਾ ਨਹੀਂ ਕਿੱਥੇ, ਫੋਨ ਤਾਂ ਚੱਕਦੇ ਨਹੀਂ ਸਾਡਾ। ਸਾਡੇ ਰਿਟਰਨ ਹੋਈ ਸੀ, ਸੋਚਦੇ ਵਾਪਸ ਕਰ ਦਾਂਗੇ 100 ਦਿਨਾਂ ਬਾਅਦ, ਅੱਜ ਤੱਕ ਵੀ ਵਾਪਸ ਨਹੀਂ ਕਰਦੇ। ਅੱਜ ਪਤਾ ਲੱਗਾ ਇੱਥੇ ਮੌਜੂਦ ਨੇ। ਕਿੰਨਾਂ ਨੇ ਲਿਆਂਦਾ ਸੀ? ਇਹਨਾਂ ਮਲਵੀਰ ਸਾਹਿਬ ਨੇ। ਅੱਛਾ ਬਾਅਦ ਵਿੱਚ ਕਹਿੰਦੇ ਕਿ ਬਾਅਦ ਕਹਿੰਦੇ ਜੀ ਇਹ ਕਮਰਾ ਉੱਪਰ ਸਹੀ ਕਰ ਲਓ, ਅਸੀਂ ਉੱਪਰ ਦੇ ਦਾਂਗੇ ਬਾਅਦ ਵਿੱਚ, ਸਤਿਕਾਰ ਕਾਇਮ ਕਰ ਲਓ। ਹਾਂਜੀ ਅਸੀਂ ਠੀਕ ਹੈ ਜੀ, ਅਸੀਂ ਵੀ ਗੁਰੂ ਸਾਹਿਬ ਦੀ ਜਾਣ ਦੇ ਲਈ ਹਾਜ਼ਰ, ਅਸੀਂ ਵੀ ਇੱਦਾਂ ਦੀ ਗੱਲ ਨਹੀਂ ਲੈ ਗਏ, ਠੀਕ ਹੈ। ਅਸੀਂ ਕਮਰਾ ਅਸੀਂ ਤਿਆਰ ਕਰ ਦਿੱਤਾ। ਹਰ ਸਿਮਰਨਵੀਰ ਸਿੰਘ ਜੀ ਨਹੀਂ ਚਾਹੋਗੇ ਕਿ ਮਹਾਰਾਜ ਦਾ ਇਤਿਹਾਸਕ ਗ੍ਰੰਥ ਹੈ ਤੇ ਉੱਥੇ ਸਾਡੇ ਨਹੀਂ, ਆਪਾਂ ਜੇ PDF ਫਾਈਲ ਬਣਾ ਕੇ ਇਤਿਹਾਸ ਆਪਾਂ ਰੱਖ ਸਕਦੇ ਜੀ। PDF ਫਾਈਲ ਬਣਾ ਕੇ ਨਹੀਂ, PDF ਫਾਈਲ ਉੱਤੇ ਉਹ ਸਿਸਟਮ ਕੁਝ ਹੋਰ ਹੋ ਜਾਂਦਾ। ਹੁਣ ਦੇਖੋ ਮੈਂ ਘਰੇ ਗ੍ਰੰਥਾਂ ਤੋਂ ਅਧਿਐਨ ਕਰਦਾ, ਜਿਹੜਾ ਆਪਣੀਆਂ ਅੱਖਾਂ ਨਾਲ ਦਰਸ਼ਨ ਕਰ ਲੈਣੇ ਆ, ਉਹ PDF ਤੋਂ ਦਰਸ਼ਨ ਨਹੀਂ ਹੁੰਦੇ। ਜੋ ਇਹਦੀ ਜਿਲਦ ਆ, ਜੋ ਇਹਦਾ ਕਾਗਜ਼ ਆ, ਜੋ ਇਹਦੀ ਸਿਆਹੀ ਆ, ਜੋ ਲਿਖਣ ਵਿਧ ਆ, ਉਹ PDF ਤੋਂ ਨਹੀਂ ਪਤਾ ਲੱਗਦਾ। ਆਪਣੇ ਤਾਂ ਇਹੀ ਬੇਨਤੀ ਸੀ ਬਾਕੀ ਤੇ ਅਸੀਂ 4-5 ਵਾਰੀ ਇਸ ਮੁੱਦੇ ਤੇ ਇਕੱਠੇ ਹੋ ਚੁੱਕੇ ਹਾਂ ਜੀ। ਜੋ ਸਾਡੀ ਪਰਿਵਾਰ ਨਾਲ ਪਹਿਲਾਂ ਗੱਲ ਹੋਈ ਹੈ, ਅਸੀਂ ਕਿਹਾ ਵੀ ਜੇ ਤੁਸੀਂ ਇਹਦੀ ਸੇਵਾ ਯੋਗ ਨਾ ਹੋ ਸਕਦਾ ਇਨਸਾਨ ਜੋ ਹੈ ਉਹਦੀ ਸੇਵਾ ਸੰਸਥਾਵਾਂ ਕਰ ਸਕਦੀਆਂ ਨੇ, ਇਨਸਾਨ ਆਪ ਖੁਦ ਨਹੀਂ ਕਰ ਸਕਦਾ। ਜੇ ਤੁਹਾਨੂੰ ਲੱਗੇ ਵੀ ਤੁਸੀਂ ਇਹਦੇ ਸੇਵਾ ਯੋਗ ਨਹੀਂ, ਤੁਸੀਂ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਤੁਸੀਂ ਸਮਝੋ ਵੀ ਇਹ ਸਰੂਪ ਦੀ ਸੇਵਾ ਹੋ ਸਕਦੀ ਹੈ, ਕੌਮ ਦਾ ਖਜ਼ਾਨਾ, ਤੁਸੀਂ ਉਹਨਾਂ ਨੂੰ ਉੱਥੇ ਭੇਟਾ ਕਰ ਇਹਨਾਂ ਨਾਲ ਵੱਖਰੀ ਗੱਲ ਕਰ, ਤੁਸੀਂ ਬਿਲਕੁਲ ਵੱਖਰੇ ਹੋ ਕੇ। ਇਹਨਾਂ ਨੇ ਅਮਰ ਛਕਿਆ ਹੈ। ਪ੍ਰਚਾਰਕ ਨੂੰ ਮਾਰੋ ਆਵਾਜ਼। ਮੈਂ ਦੂਰੋਂ ਆਇਆ ਜੀ, ਪਰਿਵਾਰ ਕੋਲ ਨਹੀਂ ਦੂਰੋਂ। ਹਾਂਜੀ ਪ੍ਰਚਾਰਕ ਨੂੰ ਆਵਾਜ਼ ਮਾਰੋ, ਦੱਸੋ ਵੀ ਸਰੂਪ ਦੀ ਮਰਿਆਦਾ ਕੀ ਹੁੰਦੀ ਖੜਨ ਦੀ। ਆਵਾਜ਼ ਮਾਰੋ, ਮਰਿਆਦਾ ਦੱਸੋ ਭਾਜੀ ਕੀ ਇਹਦੀ ਪਰਿਵਾਰ ਦੇ ਮਰਿਆਦਾ ਦੱਸੋ ਜੀ। ਗੱਲ ਵਧਾਓ ਭਾਈ ਸਾਹਿਬ ਦੱਸੋ, ਮੈਂ ਗੱਡੀ ਚ ਖਲਾਰ ਲਓ ਭਾਜੀ। ਨਹੀਂ ਭਾਈ ਸਾਹਿਬ ਮਰਿਆਦਾ ਦੱਸੋ ਕੀ ਜੇ। ਦਾੜੀ ਕੱਟੇ ਵਾਲਾ ਹੁਣ ਉਤਰ ਗਿਆ, ਇੱਕ ਉਹ ਜਵਾਬ ਨਹੀਂ ਦੇ ਸਕਿਆ, ਉਤਰ ਗਿਆ ਛੇਤੀ ਨਾਲ। ਹੁਣ ਮਾਤਾ ਜੀ ਬੈਠ ਗਏ ਨੇ, ਸਿੰਘ ਸਾਹਿਬ ਹੁਣ ਤੁਸੀਂ ਦੱਸੋ। ਅਮਰਧਾਰੀ ਬੈਠਣਾ ਆ, ਅਸੀਂ ਅਮਰਧਾਰੀ ਬੈਠ ਗਏ ਆ। ਨਹੀਂ ਤੁਸੀਂ ਪੰਜ ਸਿੰਘ ਆਪਣੇ ਕੋਲ ਕਰ ਦਿਓ, ਪੰਜ ਸਿੰਘ ਤੁਸੀਂ 2 ਹੋਰ ਬਿਠਾਓ। ਗਿਆ ਸੀਗਾ ਕਿ ਜਿਹੜੇ ਸਰਕਾਰ ਕਮੇਟੀ ਦੇ ਸਿੰਘ ਉਹਦੇ ਘਰ ਗਏ ਸੀ, ਉਹਨਾਂ ਵਿੱਚ ਕੁਝ ਮੋਨੇ ਬੰਦੇ ਵੀ ਸੀਗੇ, ਪਰ ਅੱਜ ਹੁਣ ਇਸ ਗੱਲ ਨੂੰ ਲੈ ਕੇ ਥੋੜਾ ਵਿਵਾਦ ਹੋ ਰਿਹਾ ਹੈ ਕਿ ਜਿਹੜੇ ਵਾਪਸ ਜਾ ਰਹੇ ਨੇ। ਚਲੋ ਬੈਠੋ ਹੈਗੇ ਆ ਜੀ, ਹੈਗੇ ਆ ਜੀ, ਠੀਕ ਹੈ। ਜਲੰਧਰ ਤੋਂ ਵੀਰ ਆਏ ਸਨ ਤੇ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਕਿ ਇਹ ਸਿੰਘ ਕਟਿੰਗ ਵਾਲੇ ਨੇ, ਤੇ ਮੈਂ ਉਸੇ ਵੇਲੇ ਹੀ ਆਪ ਆ ਕੇ ਦੇਖਿਆ ਕਿ ਸਾਰੇ 5 ਸਿੰਘ ਜਿਹੜੇ ਨੇ ਸਾਫ਼ ਸੂਰਤ ਹੋਣਗੇ। ਜਿੰਨਾ ਚਿਰ ਤੱਕ ਮੈਂ ਛੋਟੀ ਨਹੀਂ ਕਰ ਲਈ, ਉਹਨਾਂ ਚਿਰ ਤੱਕ ਮਹਾਰਾਜ ਦਾ ਸਰੂਪ ਇਸ ਸਥਾਨ ਤੋਂ ਨਹੀਂ ਗਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਰਨਾ ਹਰ ਗੁਰਸਿੱਖ ਦਾ ਫਰਜ਼ ਹੈ। ਉਸ ਨੂੰ ਨਿਭਾਉਣ ਦਾ ਯਤਨ ਕੀਤਾ। ਸਾਰੇ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਆ ਕਿ ਇਹਨਾਂ ਨੇ ਆਪਣੀ ਜਿਹੜੀ ਡਿਊਟੀ ਆ ਇਹ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨੂੰ ਉਹਨੂੰ ਬਾਖੂਬੀ ਨਿਭਾਇਆ। ਬਹੁਤ ਬਹੁਤ ਧੰਨਵਾਦ ਜੀ। ਇਹ ਬਾਬਾ ਜੀ ਪਾਵਨ ਸਰੂਪ ਦੇ ਸੰਬੰਧ 'ਚ ਦੱਸ ਦਿਓ, ਪਾਵਨ ਸਰੂਪ ਦੇ ਸੰਬੰਧ 'ਚ ਕੀ ਫੈਸਲਾ ਕੀਤਾ ਗਿਆ ਤੇ ਕਿਹਨਾਂ ਦੇ ਆਦੇਸ਼ਾਂ ਮੁਤਾਬਕ ਅੱਜ ਫੈਸਲਾ ਲਿਆ ਤੁਸੀਂ?
ਜਿੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਗੱਲ ਹੈ, ਇਹ ਪਰਿਵਾਰ ਨੂੰ ਵੀ ਦੱਸ ਦਿੱਤਾ ਗਿਆ ਕਿ ਇਹਦੇ ਵਿੱਚ ਕੁਝ ਫਾਲਤੂ ਬਾਣੀਆਂ ਨੇ, ਉਹਨਾਂ ਨੂੰ ਗੁਰੂ ਪੰਥ ਮਾਨਤਾ ਨਹੀਂ ਦਿੰਦਾ ਜੀ, ਜਿਹਨੂੰ ਕੱਚੀ ਬਾਣੀ ਨੂੰ ਕਿਹਾ ਜਾਂਦਾ ਹੈ। ਤੇ ਪਰਿਵਾਰ ਇਸ ਗੱਲ ਤੇ ਵਜਦ ਸੀ ਕਿ ਅਸੀਂ ਇੱਕ ਵਾਰੀ ਮਹਾਰਾਜ ਦਾ ਸਰੂਪ ਆਪਣੇ ਘਰ ਲਿਜਾਣਾ ਚਾਹੁੰਦੇ ਹਾਂ। ਉਹਨਾਂ ਨੂੰ ਗੁਰਮਤਿ ਦੀ ਗੱਲ ਸਮਝਾ ਦਿੱਤੀ ਗਈ ਹੈ ਕਿ ਜਿਹੜਾ ਵੀ ਤੁਸੀਂ ਸਰੂਪ ਮਹਾਰਾਜ ਦਾ ਦਮਦਮੀ ਸਰੂਪ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮਾਨਤਾ ਦਿੱਤੀ ਹੈ, ਉਸੇ ਦਾ ਹੀ ਘਰੇ ਪ੍ਰਕਾਸ਼ ਕਰ ਸਕਦੇ ਹੋ, ਕਿਉਂਕਿ ਹਜੂਰ ਸਾਹਿਬ ਦੇ ਵਿੱਚ ਦਮਦਮੀ ਸਰੂਪ ਦੇ ਅੱਗੇ ਹੀ ਸੀਸ ਸੱਜੇ ਪਾਤਸ਼ਾਹ ਨੇ ਨਵਾਇਆ ਹੈ ਤੇ ਸਿੱਖ ਪੰਥ ਨੂੰ ਹੁਕਮ ਕੀਤਾ ਸੀ ਕਿ ਇਸ ਦੇ ਅੱਗੇ ਹੀ ਸੀਸ ਨਵਾਉਣਾ ਹੈ। ਜੋ ਦੋਹਰਾ ਆਪਾਂ ਰੋਜ਼ ਪੜ੍ਹਦੇ ਆ ਗਿਆ, ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੋ। ਪਰਿਵਾਰ ਨੇ ਕਿਹਾ ਨਹੀਂ ਜੀ, ਆਪ ਜੀ ਦੀ ਜਾਣਕਾਰੀ ਲਈ ਅਰਦਾਸ ਵੀ ਆਪਾਂ ਉਸੇ ਹੀ ਸਰੂਪ ਦੇ ਅੱਗੇ ਕੀਤੀ ਹੈ। ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾ ਰਹੇ ਆ। ਦੇਖੋ, ਜਿਹੜਾ ਹੁਣ ਸਾਡੇ ਕੋਲ ਰੂਪ ਸਾਹਮਣੇ ਆ ਰਿਹਾ, ਉਹਦੇ ਵਿੱਚ ਫਾਲਤੂ ਬਾਣੀਆਂ, ਜਿਵੇਂ ਭਾਈ ਬੰਨੋ ਜੀ ਦੇ ਸਮੇਂ ਫਾਲਤੂ ਬਾਣੀਆਂ ਸਨ, ਇਹਦੇ ਵਿੱਚ ਵੀ ਫਾਲਤੂ ਬਾਣੀਆਂ ਹੋਣ ਦੇ ਬਾਵਜੂਦ ਵੀ ਭਾਜੀ ਆਪਾਂ ਫਿਰ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮੰਨ ਲਿਆ। ਨਹੀਂ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ। ਤੁਸੀਂ ਸਿਧਾਂਤ ਨੂੰ ਆਪਣਾ ਮੁੱਖ ਰੱਖਿਆ ਜਾਂ ਭਾਵਨਾ ਨੂੰ? ਸਿਧਾਂਤ ਨੂੰ। ਤੁਸੀਂ ਭਾਵਨਾ ਨੂੰ ਮੁੱਖ ਰੱਖਦੇ ਹੋ ਨਾ, ਪਰਿਵਾਰ ਨੂੰ 8 ਦਿਨਾਂ ਦਾ ਆਖਿਆ ਸਾਡੇ ਘਰੇ ਜਾਣ ਦਿਓ, ਉਸ ਤੋਂ ਬਾਅਦ ਅਸੀਂ ਲੈ ਕੇ ਆਵਾਂਗੇ। ਸੰਗਤ ਨੂੰ ਕਿੰਨਾ ਪਤਾ ਲੱਗੂਗਾ ਜੀ ਉਹਨਾਂ ਦੇ ਘਰੋਂ ਲਿਆਂਦਾ ਕਿ ਅਸੀਂ ਨੰਗੇ ਪੈਰੀ ਚੱਲ ਕੇ ਇਹ ਜਿਹੜਾ ਸਰੂਪ ਆ ਸਿੱਖ ਰੈਫਰੈਂਸ ਲਾਇਬ੍ਰੇਰੀ, ਜਿੱਥੇ ਦੁਰਲੱਭ ਖਰੜੇ ਸਾਡੇ ਸੰਭਾਲੇ ਜਾਂਦੇ ਆ, ਜਿੱਥੇ ਪਹਿਲਾਂ ਵੀ ਇਸ ਤਰ੍ਹਾਂ ਦੇ ਗ੍ਰੰਥ ਹੈਗੇ ਨੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੀਆਂ ਰਚਨਾਵਾਂ ਹੈਗੀਆਂ, ਕਿਉਂਕਿ ਉਹ ਖੋਜਾਰਥੀਆਂ ਦਾ ਵਿਸ਼ਾ ਹੁੰਦਾ ਹੈ। ਦੇਖੋ, ਪਰਿਵਾਰ ਦੀ ਭਾਵਨਾ ਨੂੰ ਮੁੱਖ ਰੱਖ ਕੇ ਸਿੰਘ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ 7 ਦਿਨ ਵਾਸਤੇ, ਚਲੋ ਉਹਨਾਂ ਦੇ ਮਨ 'ਚ ਹੀ ਵੀ ਸਾਡਾ ਸ਼ਾਇਦ ਨਿੱਜੀ ਆ ਸਰੂਪ, ਕੀ ਤਾਂ ਉਹਨਾਂ ਦੇ ਕਿਸੇ ਵੱਡ ਵਡੇਰੇ ਨੇ ਲਿਖਿਆ ਹੋਵੇ, ਤੇ ਉਹ ਪਰਿਵਾਰ ਦੀ ਭਾਵਨਾ ਨੂੰ ਵੇਖ ਕੇ ਉਹਨਾਂ ਨੇ ਜਿਹੜੇ ਪ੍ਰਚਾਰਕ ਸਿੰਘ ਆਏ ਸੀ, ਬਿਲਕੁਲ ਆਪਾਂ ਗਾੜੀ ਵੰਡਾਂਗੇ ਉਹਨੂੰ, ਬਿਲਕੁਲ ਉਹਨਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਬਹੁਤ ਸਾਰੇ ਹੱਥ ਲਿਖਤ ਖਰੜੇ ਨੇ, ਜਿਨ੍ਹਾਂ ਵਿੱਚ ਕੁਝ ਇਹੋ ਜਿਹੇ ਜਿਹੜਾ ਵਾ ਕਈ ਵਾਰ ਆਪਾਂ ਆਪਣੇ ਵੱਲੋਂ ਵੀ ਲਿਖ ਦਿੰਦੇ ਆ। ਗੁਰੂ ਗ੍ਰੰਥ ਸੁਪਰੀਮ ਦੇ ਵਿੱਚ ਜਾਣ ਦੀ ਬਜਾਏ ਇੱਥੇ ਪੰਥ ਦਾ ਖਰੜਾ ਮੰਨ ਲਿਆ ਗਿਆ ਨੇ। ਮੈਂ ਕੋਈ ਨਹੀਂ ਆ, ਮੈਂ ਪੰਥ ਦਾ ਖਰੜਾ ਮੰਨਦੇ ਜੋ ਨਹੀਂ ਤਾਂ ਕਿਹਾ ਵਾ ਵੀ ਨਹੀਂ, ਜੇ ਇਹਦੇ ਵਿੱਚ ਨਹੀਂ ਸਹੀ ਬਾਣੀ ਦੀ ਲੋੜ ਨਹੀਂ ਭਾਜੀ। ਵੇਖੋ, ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਹੋ ਜਾਣਗੇ ਜੇ ਨਾ ਆਪਾਂ ਖੋਜ ਕਰਾਂਗੇ ਵੀ ਕਿਹੜੀ ਚੀਜ਼ ਕਿਸ ਤਰ੍ਹਾਂ ਦੀ ਆ, ਖੋਜ ਕਰਨ ਵਾਲੇ ਕੰਪਾਈਲ ਨਹੀਂ ਕਰਾਂਗੇ। ਨਹੀਂ ਇੱਕ ਮਿੰਟ ਜੀ, ਇੱਕ ਮਿੰਟ ਮੇਰੇ ਇੱਕ ਚੀਜ਼ ਦਾ ਜਵਾਬ ਦਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਖੋਜ ਕਰਕੇ ਗੁਰੂ ਗ੍ਰੰਥ ਸਾਹਿਬ ਜਿਹੜਾ ਆਪਣੇ ਕਬਜ਼ੇ 'ਚ ਲਿਆ ਸੀ, ਤੁਸੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਵਾਪਸ ਕੀਤਾ। ਬਿਲਕੁਲ, ਰਾਮ ਰਾਏ ਨੇ ਇੱਕ ਸ਼ਬਦ ਚੇਂਜ ਕੀਤਾ ਸੀ ਕਿ ਗੁਰੂ ਸਾਹਿਬ ਜੀ ਨੇ ਕਿਹਾ ਸੀ ਵੀ ਜਿੱਧਰ ਨੂੰ ਮੂੰਹ ਉਧਰ ਚਲੇ ਜਾਓ। ਬਿਲਕੁਲ, ਤੇ ਇਹਦੇ ਵਿੱਚ ਘੱਟੋ ਘੱਟ 2000 ਦੇ ਕਰੀਬ ਮਿਸਟੇਕਸ ਨੇ। ਕੀ ਕਹਿਣਾ ਚਾਹੁੰਦੇ ਹੋ? ਅਸੀਂ ਜੇ ਇਹ ਗੱਲਾਂ ਹੈਗੀਆਂ, ਅਸੀਂ ਫਿਰ ਇਹਨਾਂ ਨੂੰ ਹੀ ਵੀਰਾਂ ਨੂੰ ਸਤਿਕਾਰ ਕਮੇਟੀ ਵਾਲਿਆਂ ਨੂੰ ਅਕਾਲ ਤਖਤ ਨਹੀਂ, ਉਹਨਾਂ ਨੇ ਆਪਣਾ ਕੰਮ ਕਰ ਦਿੱਤਾ ਸੀਗਾ। ਨਹੀਂ, ਸਤਿਕਾਰ ਉਹ ਤੇ ਕਰ ਦਿੱਤਾ ਸੀ, ਉਹਦੇ ਕੋਲ ਸੀ। ਉਹਨਾਂ ਅੱਜ ਸਾਬਤ ਕਰ ਲਈ ਵੀ ਸਾਡੇ ਕੋਲ ਮੌਜੂਦ ਆ। ਉਹਨਾਂ ਨੂੰ ਪਰਿਵਾਰ ਨੂੰ ਇਹ ਖਦਸ਼ਾ ਸੀਗਾ ਵੀ ਸ਼ਾਇਦ ਸਾਡਾ ਜਿਹੜਾ ਸਰੂਪ ਆ ਉਹ ਕਿਤੇ। ਤੁਸੀਂ ਅਸਲ ਗੱਲ ਨੂੰ ਮੰਨਣ ਦੀ ਬਜਾਏ ਜਥੇਦਾਰ ਜੀ ਵੀ ਭੱਜ ਗਏ, ਤੁਸੀਂ ਵੀ ਆਪਣੇ ਬਿਆਨਾਂ ਤੋਂ ਭੱਜ ਰਹੇ ਜੇ। ਮੈਂ ਤੇ ਤੁਸੀਂ ਦੋਵਾਂ ਨੇ ਭਾਵਨਾ ਨੂੰ ਸਮਝਿਆ ਸਰੂਪ ਦਿੱਤਾ ਵਾ, ਨਾ ਕਿ ਤੱਕ ਨਹੀਂ ਸੀ ਪਤਾ ਹੁੰਦਾ ਕੀ ਆ। ਜਦੋਂ ਤੁਸੀਂ ਆਏ ਜੇ ਉਦੋਂ ਹੀ ਅਸੀਂ ਆਏ ਆ, ਸਾਨੂੰ ਇਹਦਾ ਪਤਾ ਲੱਗਾ। ਪਰ ਪਰਿਵਾਰ ਨੇ ਜੇ ਮੰਨਿਆ ਵਾ ਤੇ 7 ਦਿਨ ਪਿੱਛੋਂ ਜਾ ਕੇ ਆਪਾਂ ਪਤਾ ਕਰ ਲਾਂਗੇ। ਭਾਈ ਸਾਹਿਬ ਦੇ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਵੀ ਅਕਾਲ ਤਖਤ ਜਾਊਗਾ ਸਰੂਪ ਸਿੱਖ ਭਾਵਨਾ ਨੂੰ ਮੁੱਖ ਰੱਖਿਆ ਜਾਊਗਾ। ਚਲੋ, ਜੇ ਪਰਿਵਾਰ ਦੀ ਮੇਰੀ ਗੱਲ ਹੋਈ ਨੂੰ ਰੱਖ ਕੇ ਦੇਤਾ, ਪਰ ਇਹ ਫੈਸਲਾ ਕਿਹਦਾ ਬਦਲਿਆ ਗਿਆ? ਮੈਂ ਜ਼ਿੰਮੇਵਾਰ ਆ ਨਾ ਤੁਸੀਂ ਜ਼ਿੰਮੇਵਾਰ ਜੇ। ਪਰ ਇਤਨਾ ਫੈਸਲਾ ਕਿਉਂ ਬਦਲਿਆ? ਪਰਿਵਾਰ ਜ਼ਿੰਮੇਵਾਰੀ 'ਚ ਆ ਗਿਆ। ਜੇ ਪਰਿਵਾਰ ਨਹੀਂ ਪਹੁੰਚਾਉਂਦਾ ਤੇ ਫਿਰ ਪਰਿਵਾਰ ਦੋਸ਼ੀ ਹੋਊਗਾ। ਬਹੁਤਾ ਦੁਖਦਾਈ ਗੱਲ ਹੈ ਕਿ ਇਹਨਾਂ ਦੇ ਸਵਾਲ ਵੱਲ ਗੌਰ ਕਰਿਓ, ਇਹਨਾਂ ਦੇ ਸਵਾਲ ਵੱਲ ਗੌਰ ਕਰਿਓ, ਇਹਨਾਂ ਦੇ ਸਵਾਲ ਵੱਲ ਗੌਰ ਕਰਿਓ। ਐਸਜੀਪੀਸੀ ਮੈਂਬਰ ਦਾ ਪਿੰਡ ਹੋਵੇ, ਮੈਂ ਛੋਟਾ ਭਰਾ ਜੀ ਉਹਨਾਂ ਦਾ, ਛੋਟੇ ਭਰਾ ਹੋਵੋ, ਹਨਾ, ਤੇ ਫਿਰ ਵੀ ਇੰਨੀ ਦੇਰ ਲੱਗੀ। ਹੁਣ ਨੂੰ ਸਾਰਾ ਇੱਥੇ ਆ ਜਾਣੀ ਚਾਹੀਦੀ ਸੀ, ਟੀਮ ਆ ਜਾਣੀ ਚਾਹੀਦੀ ਸੀ, ਤੇ ਘੱਟੋ ਘੱਟ ਇੱਥੇ 2 ਘੰਟੇ ਲਾ ਕੇ ਸਾਰਾ ਚੈਕਿੰਗ ਹੁੰਦਾ। ਹੁਣ ਆਉਂਦਿਆਂ ਹੋਇਆ ਕੀ ਹੈ? ਦੇਖੋ, ਮਿਸਟੇਕ ਕਿਹੜੀ ਕੱਢੀ ਗਈ ਹੈ? ਅਸੀਂ ਫਿਰ ਵੀ 2 ਘੰਟੇ ਲਾਏ। ਅਸੀਂ ਦੱਸਿਆ ਵੀ ਆ ਰੱਤੇ ਸਹੀ ਜੇ ਮੁੱਖ ਨਾ ਮੁੜਾਨਿਆ, ਇਹਦੇ ਵਿੱਚ ਲਿਖਿਆ ਹੋਇਆ ਰੱਤੇ ਸਹੀ ਜੇ ਮੁੱਖ ਨਾ ਮੁੜਾਉਣ। ਮਿਸਟੇਕ ਹੈ, ਗਲਤੀਆਂ ਹੋ ਸਕਦੀਆਂ। ਮੈਂ ਹੀ ਮੰਨੀਆਂ ਵਾ ਵੀ ਜਿਹੜੀ ਜਦੋਂ ਸਾਨੂੰ ਦੱਸਿਆ ਉਹਨਾਂ ਨੇ ਬਿਲਕੁਲ ਗਲਤੀਆਂ ਵਿੱਚ ਉਹ ਜਦੋਂ ਕੰਪਾਈਲ ਸ਼ਿਵਨਾਮ ਦਾ ਵਿੱਚ ਜ਼ਿਕਰ ਆ ਰਿਹਾ ਹੈ, ਤੁਲਨਾ ਕੀਤੀ ਆ, ਸਿਆਹੀ ਬਣਾਉਣ ਦੀ ਵਿਧ ਲਿਖੀ ਹੋਈ ਹੈ। ਸਵਾਲ ਕੀਤਾ, ਉਹ ਜਵਾਬ ਨਹੀਂ ਮਿਲਿਆ ਉਹਨਾਂ ਨੂੰ। ਜਵਾਬ ਕਿਸੇ ਨੂੰ ਨਹੀਂ ਦੇ ਰਹੇ। ਵੇਖੋ, ਜਵਾਬ ਦੱਸੋ ਵੀ ਜਦੋਂ ਪਰਿਵਾਰ ਨੇ ਭਾਵਨਾ ਨੂੰ ਪਰਿਵਾਰ ਨੇ ਮੰਨਿਆ, ਮੈਂਬਰ ਦੇ ਭਰਾ ਜੇ ਤੁਹਾਡੀ ਜ਼ਿੰਮੇਵਾਰੀ ਬਣਦੀ, ਤੁਸੀਂ ਉਹ ਜ਼ਿੰਮੇਵਾਰੀ ਤੋਂ ਕਿਉਂ ਭੱਜ ਰਹੇ ਜੀ? ਅੱਜ ਪੰਥਕ ਤੌਰ ਤੇ ਤੁਹਾਨੂੰ ਸਟੈਂਡ ਲੈਣਾ ਚਾਹੀਦਾ। ਸਾਡੀ ਜ਼ਿੰਮੇਵਾਰੀ ਇਹ ਸੀ, ਉਹਨਾਂ ਨੂੰ ਖੁਦ ਆਉਣਾ ਚਾਹੀਦਾ ਸੀਗਾ। ਮੈਂ ਫੋਨ ਕੀਤਾ, ਉਹਨਾਂ ਨੂੰ ਪਤਾ ਲੱਗਾ ਵੀ ਪਿੰਡ ਆ ਮਸਲਾ,
ਕਿਉਂਕਿ ਬਾਬਾ ਜੀ ਨੂੰ ਚਾਹੀਦਾ ਸੀਗਾ ਵੀ ਦੱਸ ਦਿੰਦੇ ਵੀ ਆਪਾਂ ਇਕੱਠਿਆਂ ਹੋਣਾ, ਕਿਉਂਕਿ ਸਾਨੂੰ ਤੇ ਪੁਲਿਸ ਕੋਲ ਤੇ ਪਤਾ ਲੱਗਾ ਵਾ ਇੱਥੇ ਆਇਆ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।